ਨਸਲਕੁਸ਼ੀ ਦਾ ਜੁਰਮ ਜਿਹੜਾ ਆਮ ਤੌਰ ਦੇ ਉੱਪਰ ਇਹ ਮੰਨਿਆ ਜਾਂਦਾ ਕਿ ਜੰਗ ਦੇ ਹਾਲਾਤ ਦੇ ਵਿੱਚ ਹੁੰਦਾ। ਸੋ ਇਹ ਧਾਰਨਾ ਦਰੁਸਤ ਨਹੀਂ ਹੈਗੀ। ਇਹ ਨਸਲਕੁਸ਼ੀ ਦਾ ਜਿਹੜਾ ਜੁਰਮ ਹੈ ਇਹ ਚਾਹੇ ਅਮਨ ਦੇ ਸਮੇਂ ਕੀਤਾ ਜਾਵੇ ਚਾਹੇ ਜੰਗ ਦੇ ਸਮੇਂ ਕੀਤਾ ਜਾਵੇ, ਇਹ ਕ੍ਰਾਈਮ ਹੈ। ਇਹ ਚਾਹੇ ਕਾਨੂੰਨੀ ਮਾਨਤਾ ਦੇ ਨਾਲ ਕੀਤਾ ਜਾਵੇ ਚਾਹੇ ਕਾਨੂੰਨ ਦੀ ਉਲੰਘਣਾ ਕਰਕੇ ਕੀਤਾ ਜਾਵੇ, ਇਹ ਜੁਰਮ ਹੈ। ਇਹਨੂੰ ਕਰਨ ਵਾਲਾ ਕੋਈ ਆਮ ਬੰਦਾ ਹੋਵੇ, ਸਟੇਟ ਮਸ਼ੀਨਰੀ ਹੋਵੇ, ਰਾਜ ਦਾ ਮੁਖੀ ਹੋਵੇ, ਇਹ ਜੁਰਮ ਹੀ ਹੈ। ਇੱਕ ਗੱਲ ਇਹ ਕਿ ਨਸਲਕੁਸ਼ੀ ਦਾ ਜੁਰਮ ਇਸ ਤਰ੍ਹਾਂ ਦਾ ਜੁਰਮ ਹੈ ਜਿਹਦੀ ਟੈਰੀਟੋਰੀਅਲ ਜੂਰਿਸਡਿਕਸ਼ਨ ਦੇ ਸਿਧਾਂਤ ਨੂੰ ਤੋੜ ਕੇ ਇਹਦੀ ਜਿਹੜੀ ਆ ਉਹ ਆਲਮੀ ਜੂਰਿਸਡਿਕਸ਼ਨ ਹੈ। ਨਸਲਕੁਸ਼ੀ ਦਾ ਜੁਰਮ ਇਸ ਤਰ੍ਹਾਂ ਦਾ ਆ ਕਿ ਕਿਸੇ ਵੀ ਮੁਲਕ ਦੇ ਵਿੱਚ ਵਾਪਰਿਆ ਹੋਵੇ, ਜਿਹੜੇ ਮੁਲਕਾਂ ਨੇ ਨਸਲਕੁਸ਼ੀ ਦੇ ਟਰਾਇਲ ਕਰਨ ਦੇ ਵਾਸਤੇ ਕਾਨੂੰਨ ਬਣਾਏ ਹੋਏ ਨੇ, ਉਹ ਮੁਕੱਦਮਾ ਉਹਨਾਂ ਦਾ ਮੁਕੱਦਮਾ ਜਿਹੜਾ ਉਹ ਉਸ ਮੁਲਕ ਦੇ ਵਿੱਚ ਚੱਲ ਸਕਦਾ ਹੈ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਾਨੂੰਨ ਹੈਗਾ, ਕੈਨੇਡਾ ਦੇ ਵਿੱਚ ਹੈਗਾ ਜੈਨੋਸਾਈਡ ਐਂਡ ਵਾਰ ਕ੍ਰਾਈਮਸ ਐਕਟ, ਉਹਦੇ ਤਹਿਤ ਨਸਲਕੁਸ਼ੀ ਦਾ ਜੁਰਮ ਦੁਨੀਆ 'ਚ ਕਿਤੇ ਵੀ ਹੋਇਆ ਹੋਵੇ, ਕੈਨੇਡਾ ਦੇ ਵਿੱਚ ਜੇਕਰ ਉਹਦਾ ਦੋਸ਼ੀ ਜਾਂ ਉਹਦੇ ਲਈ ਸਸਪੈਕਟ ਜਿਹੜਾ ਆ ਉਹ ਮੌਜੂਦ ਹੋਵੇ ਤੇ ਉਹ ਮੁਕੱਦਮਾ ਉੱਥੇ ਚੱਲ ਸਕਦਾ। ਜੈਨੋਸਾਈਡ ਵਾਚ ਦੇ ਮੁਖੀ ਗ੍ਰੈਗਰੀ ਐਚ ਸਟੈਂਟਨ ਨੇ ਜਿਹੜਾ ਰਵਾਂਡਾ ਦੇ ਵਿੱਚ ਕਤਲੇਆਮ ਹੋਇਆ, ਨਸਲਕੁਸ਼ੀ ਵਾਪਰੀ 1994 ਦੇ ਵਿੱਚ, ਉਹਦੇ ਤੋਂ 5 ਸਾਲ ਉਹਨੇ ਜੈਨੋਸਾਈਡ ਦੀ ਵਾਰਨਿੰਗ ਜਾਰੀ ਕੀਤੀ ਸੀਗੀ ਜੈਨੋਸਾਈਡ ਵਾਚ ਦੇ ਵੱਲੋਂ। ਔਰ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਆਈਡੀ ਕਾਰਡ ਨੇ ਇਹ ਆਉਂਦੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਘਾਣ ਦਾ ਆਧਾਰ ਬਣਨਗੇ, ਇਹ ਬੰਦ ਕਰਵਾਏ ਜਾਣ, ਯੂਨਾਈਟਿਡ ਨੇਸ਼ਨਸ ਦਖਲ ਦੇਵੇ, ਇਹ ਜਿਹੜੇ ਆਈਡੀ ਕਾਰਡ ਹੈਗੇ ਡਿਸਟਰੋਏ ਕਰੋ ਤੇ ਇਹ ਮੇਕ ਸ਼ੋਰ ਕਰੋ, ਇਹ ਗੱਲ ਪੱਕੀ ਕਰੋ ਕਿ ਰਵਾਂਡਾ ਦੇ ਵਿੱਚ ਇਹ ਜਿਹੜੇ ਪਛਾਣ ਪੱਤਰ ਜਾਂ ਪਛਾਣ ਚਿੰਨ੍ਹ ਹੈਗੇ ਆ ਇਹ ਜਾਰੀ ਨਾ ਰਹਿਣ। ਪਰ ਉਹ ਨਹੀਂ ਧਿਆਨ ਦਿੱਤਾ ਗਿਆ। ਠੀਕ 5 ਸਾਲ ਬਾਅਦ ਉੱਥੇ 100 ਦਿਨਾਂ ਦੇ ਵਿੱਚ 8 ਤੋਂ 10 ਲੱਖ ਬੰਦਾ ਜਿਹੜਾ ਉਹ ਮੌਤ ਦੇ ਘਾਟ ਉਤਾਰਿਆ ਗਿਆ। ਆਪਣੇ ਪਛਾਣ ਚਿੰਨ੍ਹ ਜਿਹੜੇ ਆ ਉਹ ਬੜੇ ਪ੍ਰਤੱਖ ਨੇ। ਸਿਰ ਦੇ ਉੱਪਰ ਦਸਤਾਰ ਹੈ, ਸਾਬਤ ਸੂਰਤ ਤੋਂ ਜੇ ਖੰਡੇ ਦੀ ਪੌਲ ਲਈ ਹੋਈ ਆ ਤਾਂ ਤੁਹਾਡੇ ਕੋਲ ਸ਼੍ਰੀ ਸਾਹਿਬ ਹੈ, ਹੱਥ ਦੇ ਵਿੱਚ ਕੜਾ ਆ। ਸੋ ਇਹਦੇ ਤੋਂ ਸਿੱਖਾਂ ਦੀ ਇੱਕ ਸਵੈ ਸਿੱਧ ਪਛਾਣ ਹੈਗੀ। ਇੱਥੇ ਆਪਣੇ ਸਮਝਣ ਵਾਲਾ ਮਸਲਾ ਜਿਹੜਾ ਉਹ ਇਹ ਹੈ ਕਿ ਇਹਨਾਂ ਪਛਾਣ ਚਿੰਨ੍ਹਾਂ ਨੂੰ ਕਿਸ ਤਰੀਕੇ ਦੇ ਨਾਲ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਸੰਦਰਭ ਦੇ ਵਿੱਚ ਇਕੱਤਰ ਹੋਏ ਹਾਂ, ਮੇਰੇ ਮੁਤਾਬਕ ਉਹਦੇ ਮਾਇਨੇ ਇਹ ਬਣਦੇ ਕਿ ਆਪਾਂ ਉਹਨਾਂ ਲੋਕਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਦੇ ਨਾਲ ਅਦਾ ਕੀਤੀ। ਕਿਉਂਕਿ ਜਿਹੜਾ ਨਸਲਕੁਸ਼ੀ ਦਾ ਵਰਤਾਰਾ ਆ ਉਹਦੇ ਵਿੱਚ ਪਛਾਣ ਜਿਹੜੀ ਆ ਉਹ ਕੇਂਦਰੀ ਧੁਰੇ ਦੇ ਉੱਤੇ ਜਾ ਕੇ ਖੜ੍ਹਦੀ ਆ। ਇਹ ਇਸ ਤਰ੍ਹਾਂ ਦਾ ਜੁਰਮ ਹੁੰਦਾ ਕਿ ਜਿਹੜਾ ਕਿਸੇ ਵੀ ਮਨੁੱਖ ਦੀ ਨਿੱਜੀ ਪਛਾਣ ਕਰਕੇ ਨਹੀਂ ਬਲਕਿ ਉਹਦੀ ਸਮੂਹਕ ਪਛਾਣ ਕਰਕੇ ਕੀਤਾ ਜਾਂਦਾ ਹੈ। ਔਰ ਇਹ ਇਸ ਤਰ੍ਹਾਂ ਦਾ ਕਰਮ ਹੁੰਦਾ ਹੈ ਕਿ ਜਿਹੜੇ ਬੰਦੇ ਆਪਣੀ ਉਸ ਸਮੂਹਕ ਪਛਾਣ ਨੂੰ ਪ੍ਰਵਾਨ ਵੀ ਨਹੀਂ ਕਰਕੇ ਚੱਲ ਰਹੇ ਹੁੰਦੇ, ਉਹਨਾਂ ਨੂੰ ਵੀ ਇਹਦੇ ਵਿੱਚ ਜਦੋਂ ਇਹ ਵਰਤਾਰਾ ਚੱਲਦਾ ਤਾਂ ਆਪਣੀ ਉਸ ਪਛਾਣ ਦੀ, ਜਿਹਦੇ ਤੋਂ ਭਾਵੇਂ ਉਹ ਮੁਨਕਰ ਹੀ ਹੋਣ, ਉਹਦੀ ਕੀਮਤ ਸੰਸਾਰ ਦਾ ਇਤਿਹਾਸ ਗਵਾਹ ਆ ਕਿ ਉਹਨਾਂ ਨੂੰ ਆਪਣੇ ਜਾਨੋ ਮਾਲ ਦੇ ਨਾਲ ਅਦਾ ਕਰਨੀ ਪੈਂਦੀ ਹੈ। ਸੋ ਇੱਕ ਗੱਲ ਤਾਂ ਆਪਣੇ ਮਨਾਂ ਦੇ ਵਿੱਚ ਇਹ ਅਹਿਸਾਸ ਹੋਣਾ ਚਾਹੀਦਾ ਕਿ ਆਪਾਂ ਬਹੁਤ ਗੰਭੀਰ ਮਸਲੇ ਦੇ ਉੱਪਰ ਗੱਲ ਕਰਨ ਦੇ ਲਈ ਇਕੱਠੇ ਹੋਏ ਹਾਂ। ਜਿਹੜਾ ਵਿਸ਼ਾ ਵੀਰ ਹੋਣਾ ਨੇ ਦੱਸਿਆ ਨਸਲਕੁਸ਼ੀ ਦੇ ਪੜਾਅ ਅਤੇ ਸਿੱਖ ਨਸਲਕੁਸ਼ੀ, ਇਹ ਆਪਣੇ ਆਪ ਦੇ ਵਿੱਚ ਹੀ ਇੰਨਾ ਵਿਆਪਕ ਹੈ ਕਿ ਦਿੱਤੇ ਸਮੇਂ ਦੇ ਵਿੱਚ ਇਹਨੂੰ ਸਮੇਟਣਾ ਮੇਰੇ ਵਾਸਤੇ ਵੀ ਕਾਫੀ ਮੁਸ਼ਕਲ ਹੈ। ਇਸ ਕਰਕੇ ਆਪਾਂ ਨਸਲਕੁਸ਼ੀ ਦੇ ਬਾਰੇ ਦੇ ਵਿੱਚ ਥੋੜ੍ਹੀ ਜਿਹੀ ਗੱਲ ਜਿਹੜੀ ਹੈ ਉਹ ਕਰਨ ਤੋਂ ਬਾਅਦ ਫਿਰ ਆਪਾਂ ਆਪਣੇ ਪ੍ਰਮੁੱਖ ਵਿਸ਼ੇ ਦੇ ਉੱਪਰ ਗੱਲ ਜਿਹੜੀ ਆ ਉਹ ਸ਼ੁਰੂ ਕਰਾਂਗੇ। ਨਸਲਕੁਸ਼ੀ ਜਾਂ ਜੈਨੋਸਾਈਡ ਲਫ਼ਜ਼, ਕਿਉਂਕਿ ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈ ਜੈਨੋਸਾਈਡ ਨਸਲਕੁਸ਼ੀ, ਉਹਦਾ ਪੰਜਾਬੀ ਰੂਪਾਂਤਰਨ ਜਦੋਂ ਹੋਇਆ ਤਾਂ ਉਹਨੂੰ ਆਪਾਂ ਨਸਲਕੁਸ਼ੀ ਦੇ ਵਿੱਚ ਕੀਤਾ। ਸੋ ਇਹ ਜਿਹੜਾ ਜੈਨੋਸਾਈਡ ਸ਼ਬਦ ਆ ਇਹ ਤੁਹਾਨੂੰ ਦੂਜੀ ਸੰਸਾਰ ਜੰਗ ਦੇ ਸਮੇਂ ਤੋਂ ਪਹਿਲਾਂ ਕਿਤੇ ਵੀ ਡਿਕਸ਼ਨਰੀਆਂ ਦੇ ਵਿੱਚ ਜਾਂ ਕਿਤੇ ਵੀ ਮਿਲਦਾ ਨਹੀਂ ਹੈਗਾ, ਕਿਉਂਕਿ ਇਹ ਸ਼ਬਦ ਉਸ ਤੋਂ ਪਹਿਲਾਂ ਇਹਦੀ ਕੋਈ ਘਾੜਤ ਹੀ ਜਿਹੜੀ ਆ ਉਹ ਨਹੀਂ ਸੀ ਹੋਈ।
ਤੇ ਜਿਹੜੇ ਯਹੂਦੀ ਵਕੀਲ ਨੇ ਰੇਫਿਲ ਲੈਮਕਿਨ ਨੇ, ਉਹਦੀ ਕਿਤਾਬ ਸੀਗੀ ਐਕਸਿਸ ਰੂਲ ਇਨ ਆਕੂਪਾਈਡ ਯੂਰਪ, ਉਹਦਾ ਜਿਹੜਾ 10ਵਾਂ ਚੈਪਟਰ ਆ ਉਹਦੇ ਵਿੱਚ ਉਹਨੇ ਜੈਨੋਸਾਈਡ ਲਫ਼ਜ਼ ਜਿਹੜਾ ਆ ਉਹ ਡਿਫਾਈਨ ਕੀਤਾ। ਉਹਨੇ ਇਹ ਗੱਲ ਕਹੀ ਕਿ ਇਹ ਜਿਹੜਾ ਜੁਰਮ ਹੈ, ਮਹਾ ਜੁਰਮ ਹੈ, ਇਹ ਦੁਨੀਆ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਹੁੰਦਾ ਆ ਰਿਹਾ। ਆਪਾਂ ਜੇ ਆਪਣੇ ਇਤਿਹਾਸ ਦੀ ਵੀ ਗੱਲ ਕਰੀਏ ਤੇ ਜਿਹੜੇ ਸਾਡੇ ਨਾਲ 18ਵੀਂ ਸਦੀ ਦੇ ਵਿੱਚ ਘੱਲੂਘਾਰੇ ਵਾਪਰਦੇ ਰਹੇ, ਆਪਾਂ ਇੰਨੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਮੀਰ ਮੰਨੂ ਦੀ ਜੇਲ੍ਹ ਦੀ ਗੱਲ ਕਰਦੇ ਹਾਂ, ਪੱਤਾ ਪੱਤਾ ਸਿੰਘਾਂ ਦੇ ਵੈਰੀ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਦੀ ਗੱਲ ਕਰਦੇ ਹਾਂ, ਜਾਂ ਅਬਦਾਲੀ ਦੀਆਂ ਉਹ ਮੁਹਿੰਮਾਂ ਘੱਲੂਘਾਰਿਆਂ ਵਰਗੀਆਂ, ਜਾਂ ਲਖਪਤ ਜਸਪਤ ਹੋਣਾ ਦੀਆਂ ਮੁਹਿੰਮਾਂ, ਉਹ ਜੇ ਆਪਾਂ ਇਸ ਜੁਰਮ ਦੇ ਨੁਕਤੇ ਤੋਂ ਦੇਖੀਏ ਤਾਂ ਉਹ ਸਾਰੇ ਹੀ ਨਸਲਕੁਸ਼ੀ ਦੇ ਜਾਂ ਜੈਨੋਸਾਈਡ ਦੇ ਹੀ ਐਪੀਸੋਡ ਸੀਗੇ। ਪਰ ਕੌਮਾਂਤਰੀ ਕਾਨੂੰਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਜੁਰਮ ਆ ਉਹਨੂੰ ਪ੍ਰਵਾਨਗੀ ਨਹੀਂ ਸੀ ਹੈਗੀ। ਸੋ ਉਹਨੇ ਜੈਨੋਸਾਈਡ ਲਫ਼ਜ਼ ਜਿਹੜਾ ਉਹ ਦੋ ਸ਼ਬਦਾਂ ਦੇ ਮੇਲ ਦੇ ਨਾਲ ਬਣਾਇਆ। ਇੱਕ ਗ੍ਰੀਕ ਭਾਸ਼ਾ ਦਾ ਲਫ਼ਜ਼ ਹੈ ਜੈਨੋਸ, ਜਿਹਦਾ ਮਤਲਬ ਹੁੰਦਾ ਕਿ ਕੋਈ ਨਸਲ, ਕੌਮ ਜਾਂ ਮਨੁੱਖੀ ਭਾਈਚਾਰਾ, ਇੱਕ ਮਨੁੱਖੀ ਸਮੂਹ ਜਿਹਦੀ ਇੱਕ ਆਪਣੀ ਵੱਖਰੀ ਪਛਾਣ ਹੁੰਦੀ ਹੈ। ਆਮ ਤੌਰ ਦੇ ਉੱਪਰ ਇੱਕ ਕੌਮ ਵਜੋਂ ਜਾਂ ਨੇਸ਼ਨ ਵਜੋਂ ਉਹਨੂੰ ਮਤਲਬ ਦੇਖਿਆ ਜਾਂਦਾ। ਅਤੇ ਦੂਸਰਾ ਸ਼ਬਦ ਜਿਹੜਾ ਆ ਉਹ ਲੈਟਿਨ ਦਾ ਸ਼ਬਦ ਹੈ ਜਿਹੜਾ ਹੈਗਾ ਸਾਈਡਮ, ਜਿਹੜਾ ਅੰਗਰੇਜ਼ੀ ਦੇ ਵਿੱਚ ਆਪਾਂ ਸਾਈਡ ਕਰਕੇ ਜਾਣਦੇ ਹਾਂ ਕਿ ਇਨਸੈਕਟੀਸਾਈਡ, ਪੈਸਟੀਸਾਈਡ ਜਾਂ ਸੁਈਸਾਈਡ। ਸੂਈ ਦਾ ਮਤਲਬ ਹੁੰਦਾ ਮੈਂ, ਸਾਈਡ ਦਾ ਮਤਲਬ ਹੁੰਦਾ ਮਾਰਨਾ ਜਾਂ ਖ਼ਤਮ ਕਰਨਾ, ਆਪਣੇ ਆਪ ਨੂੰ ਖ਼ਤਮ ਕਰਨਾ, ਸੁਈਸਾਈਡ ਖੁਦਕੁਸ਼ੀ। ਸੋ ਇਹਨਾਂ ਦੋ ਸ਼ਬਦਾਂ ਦੇ ਮੇਲ ਦੇ ਨਾਲ ਉਹਨੇ ਇਹ ਸੰਕਲਪ ਦਿੱਤਾ ਕਿ ਜਦੋਂ ਤੁਸੀਂ ਕਿਸੇ ਜੈਨੋਸ ਨੂੰ, ਕਿਸੇ ਮਨੁੱਖੀ ਭਾਈਚਾਰੇ ਨੂੰ ਖ਼ਤਮ ਕਰਨ ਦੇ ਵਾਸਤੇ ਜਾਂ ਖ਼ਤਮ ਕਰਦੇ ਹੋ ਜਾਂ ਖ਼ਤਮ ਕਰਨ ਦੇ ਵਾਸਤੇ ਉਹਨਾਂ ਦੇ ਉੱਪਰ ਇੱਕ ਵਰਤਾਰਾ ਵਰਤਾਉਂਦੇ ਹੋ ਅਤੇ ਉਹ ਜੈਨੋਸਾਈਡ ਹੈ। ਸੋ ਉਹਨੇ ਕਾਫੀ ਜ਼ਿਆਦਾ ਇਸ ਸੰਬੰਧ ਦੇ ਵਿੱਚ ਮਿਹਨਤ ਕੀਤੀ, ਇਸ ਸੰਕਲਪ ਨੂੰ ਖੜਾ ਕੀਤਾ। ਕੁਝ ਉਸ ਸਮੇਂ ਦੇ ਕੌਮਾਂਤਰੀ ਹਾਲਾਤ ਵੀ ਇਸ ਤਰ੍ਹਾਂ ਦੇ ਹੋਏ ਕਿ ਯਹੂਦੀਆਂ ਸਮੇਤ ਜਿਹੜੇ ਭਾਈਚਾਰਿਆਂ ਦੇ ਖਿਲਾਫ ਨਾਜ਼ੀਆਂ ਦੇ ਵੱਲੋਂ ਇਹ ਜੁਰਮ ਕੀਤੇ ਗਏ ਸੀਗੇ, ਉਹ ਨਾਜ਼ੀ ਪਾਰਟੀ ਜਿਹੜੀ ਇਹ ਕਰ ਰਹੀ ਸੀਗੀ, ਉਹ ਉਸ ਸੰਸਾਰ ਜੰਗ ਦੇ ਦੌਰਾਨ ਇੱਕ ਹਾਰੀ ਹੋਈ ਧਿਰ ਬਣ ਗਈ। ਅਤੇ ਜਿਹੜੇ ਜੁਰਮ ਜਿਨ੍ਹਾਂ ਦੇ ਉੱਪਰ ਹੋ ਰਹੇ ਸੀਗੇ, ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀਆਂ ਧਿਰਾਂ ਖੜ ਰਹੀਆਂ ਸੀਗੀਆਂ, ਅਲਾਈਡ ਫੋਰਸਿਸ ਜਿਨ੍ਹਾਂ ਨੂੰ ਕਹਿੰਦੇ ਆ, ਉਹ ਜਿੱਤ ਗਈਆਂ। ਉਸ ਤੋਂ ਬਾਅਦ ਦੇ ਵਿੱਚ ਕੌਮਾਂਤਰੀ ਕਾਨੂੰਨ ਦੇ ਵਿੱਚ ਇਹ ਜਿਹੜਾ ਜੁਰਮ ਆ ਇਹਨੂੰ ਮਾਨਤਾ ਦੇਣ ਦੇ ਵਾਸਤੇ ਕਾਫੀ ਲੰਬੀ ਡਿਸਕਸ਼ਨ ਚੱਲੀ, ਜਿਹਦੇ ਵਿੱਚੋਂ ਫਿਰ ਇੱਕ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੈ, ਕਨਵੈਨਸ਼ਨ ਫਾਰ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਜੈਨੋਸਾਈਡ, ਨਸਲਕੁਸ਼ੀ ਦੇ ਜੁਰਮ ਨੂੰ ਰੋਕਣ ਵਾਸਤੇ ਅਤੇ ਇਹਦੇ ਵਾਸਤੇ ਸਜ਼ਾ ਦੇਣ ਦੇ ਵਾਸਤੇ ਇੱਕ ਕੌਮਾਂਤਰੀ ਕਾਨੂੰਨ। ਉਹਦੇ ਵਾਸਤੇ ਜਿੰਨੀ ਵੀ ਬਹਿਸ ਚੱਲੀ ਉਹਦੇ ਵਿੱਚ ਦੋ ਪੱਖਾਂ ਦੇ ਉੱਪਰ ਵਿਚਾਰ ਹੁੰਦੀ ਰਹੀ। ਵੈਸੇ ਵੀ ਜਦੋਂ ਆਪਾਂ ਦੇਖਦੇ, ਇੱਕ ਹੈਗਾ ਨਸਲਕੁਸ਼ੀ ਦਾ ਵਰਤਾਰਾ, ਦੂਸਰਾ ਹੈਗਾ ਨਸਲਕੁਸ਼ੀ ਦਾ ਜੁਰਮ। ਇਹਨਾਂ ਦੋਵਾਂ ਦੇ ਵਿੱਚ ਫਰਕ ਹੈ। ਜਿਹੜਾ ਨਸਲਕੁਸ਼ੀ ਦਾ ਵਰਤਾਰਾ ਆ ਉਹ ਬਹੁਤ ਵਿਆਪਕ ਹੈ, ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਖ ਆ, ਅਤੇ ਸਰੀਰਕ ਘਾਣ ਜਿਹੜਾ ਆ ਉਹ ਸਿਰਫ ਉਹਦਾ ਇੱਕ ਪੱਖ ਹੈ। ਜਿਹੜੀ ਲੀਗਲ ਡੈਫੀਨੇਸ਼ਨ ਹੈ ਜੈਨੋਸਾਈਡ ਦੀ, ਉਹ ਸਿਰਫ ਸਰੀਰਕ ਘਾਣ ਦੇ ਪੱਖ ਨੂੰ ਹੀ ਕਵਰ ਕਰਦੀ ਆ। ਔਰ ਇਸ ਗੱਲ ਦੇ ਉੱਪਰ ਬਹੁਤ ਜ਼ਿਆਦਾ ਬਹਿਸ ਜਿਹੜੀ ਆ, ਕਿਉਂਕਿ ਉਹ ਜਿੰਨੀ ਵੀ ਉਹਦੀ ਡਿਬੇਟ ਆ ਜੈਨੋਸਾਈਡ ਕਨਵੈਨਸ਼ਨ ਦੀ, ਉਹ ਸਾਰੀ ਮਿਲ ਜਾਂਦੀ ਹੈ। ਉਹਨੂੰ ਤੁਸੀਂ ਪੜ੍ਹੋ, ਉਹਦੇ 'ਚੋਂ ਪਤਾ ਲੱਗਦਾ ਕਿ ਬਹੁਤ ਜ਼ਿਆਦਾ ਬਹਿਸ ਇਸ ਨੁਕਤੇ ਦੇ ਉੱਪਰ ਹੋਈ ਸੀ। ਖਾਸ ਕਰਕੇ ਇੱਕ ਟਰਮ ਸੀਗੀ ਕਲਚਰਲ ਜੈਨੋਸਾਈਡ, ਸੱਭਿਆਚਾਰਕ ਨਸਲਕੁਸ਼ੀ। ਉਹਦੇ ਵਾਸਤੇ ਇੰਨੀ ਜ਼ਿਆਦਾ ਬਹਿਸ ਹੋਈ, ਅਖੀਰ 'ਤੇ ਜਦੋਂ ਵੋਟਿੰਗ ਹੋਈ ਤਾਂ 15 ਵੋਟਾਂ ਦੇ ਫਰਕ ਦੇ ਨਾਲ ਉਹ ਨਸਲਕੁਸ਼ੀ ਦੀ ਪਰਿਭਾਸ਼ਾ ਦਾ, ਜੁਰਮ ਦੀ ਪਰਿਭਾਸ਼ਾ ਦਾ ਹਿੱਸਾ ਬਣਨੋਂ ਰਹਿ ਗਈ। ਉਹਦਾ ਕਾਰਨ ਇਹ ਸੀਗਾ ਕਿ ਜਿੰਨਾ ਵੀ ਕਲਚਰਲ ਲੈਵਲ ਦਾ ਜੈਨੋਸਾਈਡ ਹੋਇਆ, ਉਹ ਸਾਰਾ ਹੀ ਉਹਨਾਂ ਫੋਰਸਿਸ ਵੱਲੋਂ ਕੀਤਾ ਗਿਆ ਸੀਗਾ ਜਿਹੜੀਆਂ ਉਸ ਸਮੇਂ ਜੇਤੂ ਹੋਈਆਂ ਸੀ। ਅਤੇ ਦੂਸਰਾ, ਕਿਉਂਕਿ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕ ਆ, ਉੱਥੋਂ ਬਸਤੀਵਾਦੀ ਪ੍ਰਬੰਧ, ਜਿਹੜਾ ਬਾਹਰੀ ਬਸਤੀਵਾਦ ਸੀਗਾ, ਉਹ ਖ਼ਤਮ ਹੋਣਾ ਸ਼ੁਰੂ ਹੋਇਆ ਅਤੇ ਨਵੇਂ ਆਏ ਸੀਗੇ। ਉਹਨਾਂ ਨੇ ਜਿਹੜਾ ਇੱਕ ਇੱਥੇ ਕਲਚਰਲ ਜੈਨੋਸਾਈਡ ਦਾ ਪ੍ਰੋਸੈਸ ਚਲਾਉਣਾ ਸੀਗਾ ਇਸ ਤਰ੍ਹਾਂ ਦੇ ਖਿੱਤਿਆਂ ਦੇ ਵਿੱਚ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਆਜ਼ਾਦ ਹੋਏ ਆ। ਸੋ ਉਹਨਾਂ ਦਾ ਵੀ ਇਹ ਇੰਟਰਸਟ ਸੀਗਾ, ਜਿਸ ਕਾਰਨ ਜਿਹੜੀ ਸੱਭਿਆਚਾਰਕ ਨਸਲਕੁਸ਼ੀ ਹੈ ਉਹ ਨਸਲਕੁਸ਼ੀ ਦੇ ਜੁਰਮ ਦੀ ਪਰਿਭਾਸ਼ਾ ਦੇ ਵਿੱਚੋਂ ਬਾਹਰ ਰਹਿ ਗਈ। ਹੁਣ ਜਿਹੜੇ ਮਸਲੇ ਬਾਹਰ ਰਹਿ ਗਏ ਉਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੇ, ਉਹਨਾਂ ਦੇ ਉੱਪਰ ਆਪਾਂ ਕੋਸ਼ਿਸ਼ ਕਰਾਂਗੇ ਕਿਤੇ ਫੇਰ ਗੱਲਬਾਤ ਕੀਤੀ ਜਾਵੇ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮੁਕੰਮਲ ਵਿਸ਼ਾ ਹੈਗਾ ਜਿਹਦੇ ਬਾਰੇ ਗੱਲ ਕਰਨੀ ਬਣਦੀ ਹੈ। ਔਰ ਆਪਣੇ ਸੰਦਰਭ ਦੇ ਵਿੱਚ
ਕਾਨੂੰਨੀ ਨੁਕਤਾ ਨਿਗਾਹ ਤੋਂ ਜਿਹੜਾ ਜੈਨੋਸਾਈਡ ਹੈਗਾ ਉਹ ਤਾਂ ਮਹੱਤਵਪੂਰਨ ਹੈ ਹੀ ਹੈ, ਪਰ ਜਿਹੜਾ ਇਹ ਜੈਨੋਸਾਈਡ ਦਾ ਵਰਤਾਰਾ ਆ, ਜਿਹੜਾ ਇਸ ਕਾਨੂੰਨੀ ਪਰਿਭਾਸ਼ਾ ਤੋਂ ਬਾਹਰ ਹੈ, ਉਹਦੇ ਵਾਸਤੇ ਵੀ ਉਹ ਵੀ ਸਾਡੇ ਵਾਸਤੇ ਜਾਣਨਾ ਜਿਹੜਾ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਮੈਂ ਸਿਰਫ ਉਹਦੇ ਜਿਹੜੇ ਪੱਖ ਨੇ ਉਹ ਗਿਣਾ ਦੇਣਾ, ਆਪਾਂ ਉਹਨਾਂ ਦੇ ਵਿਸਤਾਰ 'ਚ ਨਹੀਂ ਜਾਵਾਂਗੇ। ਬੁਨਿਆਦੀ ਤੌਰ ਦੇ ਉੱਪਰ ਜੈਨੋਸਾਈਡ ਦਾ ਜਿਹੜਾ ਜਾਂ ਨਸਲਕੁਸ਼ੀ ਦਾ ਵਰਤਾਰਾ ਆ, ਉਹ ਕਿਸੇ ਮਨੁੱਖੀ ਭਾਈਚਾਰੇ, ਕਿਸੇ ਮਨੁੱਖੀ ਸਮੂਹ ਦੀਆਂ ਜੀਵਨ ਬੁਨਿਆਦਾਂ ਨੂੰ ਖਤਮ ਕਰਨ ਦਾ ਵਰਤਾਰਾ ਆ। ਕਿ ਜਿਸ ਤਰ੍ਹਾਂ ਸਾਡੇ ਜੀਵਨ ਦੇ ਆਧਾਰ ਹੁੰਦੇ, ਸਾਡੀ ਬਾਇਓਲੋਜੀਕਲ ਲਾਈਫ ਆ, ਜਿਹਦੇ 'ਚ ਸਰੀਰ ਆ, ਖੂਨ ਆ, ਹੱਡੀਆਂ ਨੇ, ਚਮੜੀ ਹੈ, ਮਾਸਪੇਸ਼ੀਆਂ ਨੇ, ਸੋ ਇਹ ਸਾਰਾ ਮਿਲਾ ਕੇ ਸਾਡਾ ਇਮਿਊਨ ਸਿਸਟਮ ਆ, ਜਿਨ੍ਹਾਂ ਨੂੰ ਮਿਲਾ ਕੇ ਜਿਹੜਾ ਇਹ ਆਧਾਰ ਦਿੰਦੀਆਂ ਆ ਕਿ ਇਹ ਜਿਹੜਾ ਪੰਜ ਭੂਤਕ ਸਰੀਰ ਹੈਗਾ ਇਹ ਕਾਇਮ ਰਹੇ, ਉਹਦੇ 'ਚ ਮਨ ਵੀ ਹੈ, ਉੱਚ ਆਤਮਾ ਵੀ ਹੈ। ਸੋ ਇਹ ਜਿਸ ਤਰ੍ਹਾਂ ਹੈ, ਇਸੇ ਤਰ੍ਹਾਂ ਦੇ ਨਾਲ ਮਨੁੱਖੀ ਭਾਈਚਾਰੇ ਦੇ ਜੀਵਨ ਦੇ, ਸਮੂਹਕ ਜੀਵਨ ਦੀਆਂ ਵੀ ਕੁਝ ਬੁਨਿਆਦਾਂ ਹੁੰਦੀਆਂ। ਜੇ ਉਹ ਬੁਨਿਆਦਾਂ ਕਾਇਮ ਅਤੇ ਮਜ਼ਬੂਤ ਰਹਿਣ, ਫਿਰ ਉਹ ਮਨੁੱਖੀ ਭਾਈਚਾਰਾ ਜਿਹੜਾ ਆ ਉਹ ਆਪਣੀ ਹੋਂਦ ਬਰਕਰਾਰ ਰੱਖਦਿਆਂ ਹੋਇਆਂ ਕਾਇਮ ਰਹਿ ਸਕਦਾ ਹੈ। ਸੋ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਅਮਲ ਹੈ ਉਹ ਇਹ ਮਤਲਬ ਨਸਲਕੁਸ਼ੀ ਦਾ ਵਰਤਾਰਾ ਆ, ਜਿਹਦੇ ਵਿੱਚ ਸਮਾਜਿਕ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ, ਧਰਮ, ਵਿਸ਼ਵਾਸ, ਬੋਲੀ, ਆਰਥਿਕ ਪ੍ਰਬੰਧ, ਕੁਦਰਤੀ ਸਾਧਨ ਅਤੇ ਖਾਸ ਤੌਰ ਦੇ ਉੱਪਰ ਜਿਹੜੇ ਤੁਹਾਡੇ ਮਨੁੱਖੀ ਸਮੂਹ ਦੇ ਸੈਂਸਿਟਿਵ ਹਿੱਸੇ ਆ, ਜਿੱਦਾਂ ਬੱਚੇ ਹੋ ਗਏ, ਜਿਹਦੇ ਵਿੱਚੋਂ ਸਿੱਖਿਆ ਦਾ ਅਮਲ ਸਾਹਮਣੇ ਆਉਂਦਾ ਆ, ਅਤੇ ਖਾਸ ਤੌਰ ਦੇ ਉੱਪਰ ਨੌਜਵਾਨ। ਇਸ ਤੋਂ ਇਲਾਵਾ ਹੋਰ ਵੀ ਹਨ। ਸੋ ਇਹਨਾਂ ਸਾਰਿਆਂ ਇਹ ਸਾਰੇ ਉਹ ਆਧਾਰ ਮੁਹੱਈਆ ਕਰਵਾਉਂਦੇ ਆ, ਜਿਹਦੇ ਉੱਪਰ ਕੋਈ ਵੀ ਮਨੁੱਖੀ ਭਾਈਚਾਰਾ ਆਪਣੀ ਹੋਂਦ ਨੂੰ, ਆਪਣੀ ਪਛਾਣ ਨੂੰ ਬਰਕਰਾਰ ਰੱਖਦਿਆਂ ਹੋਇਆਂ ਅੱਗੇ ਵੱਧ ਸਕਦਾ ਹੈ। ਸੋ ਇਹਨਾਂ ਸਾਰੇ ਪੱਖਾਂ ਦੇ ਉੱਪਰ ਹੀ ਜਦੋਂ ਖੋਰਾ ਲਾਇਆ ਜਾਂਦਾ, ਉਹ ਅਸਲ ਦੇ ਵਿੱਚ ਜੈਨੋਸਾਈਡ ਦਾ ਹੀ ਪ੍ਰੋਸੈਸ ਜਾਂ ਉਹਦਾ ਹੀ ਅਮਲ ਹੈਗਾ ਆ। ਹੁਣ ਆਪਾਂ ਆਉਂਦੇ ਹਾਂ ਕਿ ਜਿਹੜਾ ਕਾਨੂੰਨੀ ਜੁਰਮ ਹੈ ਨਸਲਕੁਸ਼ੀ ਦਾ, ਉਹ ਇਹ 12 ਜਨਵਰੀ 1949 ਨੂੰ ਲਾਗੂ ਹੋਇਆ ਕਾਨੂੰਨ, ਜਿਹਨੂੰ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਹੈ ਕਿ ਨਸਲਕੁਸ਼ੀ ਦੇ ਜੁਰਮ ਨੂੰ ਰੋਕਣ ਅਤੇ ਇਸ ਦੀ ਸਜ਼ਾ ਦੇਣ ਦੇ ਲਈ ਕਾਨੂੰਨ, ਕਨਵੈਨਸ਼ਨ ਫਾਰ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਜੈਨੋਸਾਈਡ। ਸੋ ਇਹਦੇ ਵਿੱਚ ਇੱਕ ਡੈਫੀਨੇਸ਼ਨ ਜਿਹੜੀ ਆ ਉਹ ਦਿੱਤੀ ਹੋਈ ਕਿ ਜੁਰਮ ਕੀ ਹੈ, ਜਿਹਦੇ 'ਚ ਹੈ ਕਿ ਕਿਸੇ ਮਨੁੱਖੀ ਭਾਈਚਾਰੇ ਨੂੰ ਮੁਕੰਮਲ ਜਾਂ ਅੰਸ਼ਕ ਰੂਪ ਦੇ ਵਿੱਚ ਖਤਮ ਕਰਨ ਦੇ ਵਾਸਤੇ ਫਿਰ ਉਹਦੇ ਵਿੱਚ 5-6 ਕੰਮ ਗਿਣਾਏ ਗਏ ਆ ਵੀ ਇਹ ਕੰਮ ਕਰਨੇ। ਇੱਕ ਤਾਂ ਉਸ ਮਨੁੱਖੀ ਭਾਈਚਾਰੇ ਦੇ ਲੋਕਾਂ ਨੂੰ ਖਤਮ ਕਰਨਾ, ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਜੀਵਨ ਹਾਲਾਤ ਥੋਪਣੇ ਕਿ ਜਿਨ੍ਹਾਂ ਦਾ ਮਕਸਦ ਉਸ ਮਨੁੱਖੀ ਭਾਈਚਾਰੇ ਨੂੰ ਖਤਮ ਕਰਨਾ ਹੋਵੇ, ਅਤੇ ਉਹਨਾਂ ਦੇ ਬੱਚਿਆਂ ਨੂੰ ਮਤਲਬ ਉਹਨਾਂ ਨੂੰ ਬਦਲ ਦੇਣਾ, ਉਸ ਮਨੁੱਖੀ ਭਾਈਚਾਰੇ ਤੋਂ ਦੂਰ ਕਰ ਦੇਣਾ। ਅਤੇ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਹੈਗੀਆਂ, ਭਾਵ ਕਿ ਜਿਹੜਾ ਸਰੀਰਕ ਤੌਰ ਦੇ ਉੱਪਰ ਖਤਮ ਕਰਨ ਦਾ ਅਮਲ ਹੈਗਾ ਆ, ਉਹ ਜੈਨੋਸਾਈਡ ਹੈਗਾ। ਇੱਕ ਇਹ ਗੱਲ ਜਿਹੜੀ ਆ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਕਿ ਨਸਲਕੁਸ਼ੀ ਦਾ ਜੁਰਮ ਜਿਹੜਾ ਆਮ ਤੌਰ ਦੇ ਉੱਪਰ ਇਹ ਮੰਨਿਆ ਜਾਂਦਾ ਕਿ ਜੰਗ ਦੇ ਹਾਲਾਤ ਦੇ ਵਿੱਚ ਹੁੰਦਾ। ਸੋ ਇਹ ਧਾਰਨਾ ਦਰੁਸਤ ਨਹੀਂ ਹੈਗੀ। ਇਹ ਨਸਲਕੁਸ਼ੀ ਦਾ ਜਿਹੜਾ ਜੁਰਮ ਹੈ, ਇਹ ਚਾਹੇ ਅਮਨ ਦੇ ਸਮੇਂ ਕੀਤਾ ਜਾਵੇ, ਚਾਹੇ ਜੰਗ ਦੇ ਸਮੇਂ ਕੀਤਾ ਜਾਵੇ, ਇਹ ਕ੍ਰਾਈਮ ਹੈ। ਇਹ ਚਾਹੇ ਕਾਨੂੰਨੀ ਮਾਨਤਾ ਦੇ ਨਾਲ ਕੀਤਾ ਜਾਵੇ, ਚਾਹੇ ਕਾਨੂੰਨ ਦੀ ਉਲੰਘਣਾ ਕਰਕੇ ਕੀਤਾ ਜਾਵੇ, ਇਹ ਜੁਰਮ ਹੈ। ਇਹਨੂੰ ਕਰਨ ਵਾਲਾ ਕੋਈ ਆਮ ਬੰਦਾ ਹੋਵੇ, ਸਟੇਟ ਮਸ਼ੀਨਰੀ ਹੋਵੇ, ਰਾਜ ਦਾ ਮੁਖੀ ਹੋਵੇ, ਇਹ ਜੁਰਮ ਹੀ ਹੈ। ਅਤੇ ਇੱਕ ਗੱਲ ਇਹ ਕਿ ਨਸਲਕੁਸ਼ੀ ਦਾ ਜੁਰਮ ਇਸ ਤਰ੍ਹਾਂ ਦਾ ਜੁਰਮ ਹੈ ਜਿਹਦੀ ਟੈਰੀਟੋਰੀਅਲ ਜੂਰਿਸਡਿਕਸ਼ਨ ਦੇ ਸਿਧਾਂਤ ਨੂੰ ਤੋੜ ਕੇ ਇਹਦੀ ਜਿਹੜੀ ਆ ਉਹ ਆਲਮੀ ਜੂਰਿਸਡਿਕਸ਼ਨ ਹੈ। ਆਮ ਤੌਰ ਦੇ ਉੱਪਰ ਮੰਨ ਲਓ ਆਪਾਂ ਪਟਿਆਲੇ ਦੇ ਵਿੱਚ ਆ, ਇੱਥੇ ਕੋਈ ਕਤਲ ਹੋ ਜਾਂਦਾ ਅਤੇ ਇੱਥੋਂ ਦੀ ਹੀ ਜਾਂਚ ਏਜੰਸੀ ਉਹਦੀ ਜਾਂਚ ਕਰੂਗੀ। ਇਹਦਾ ਜਿਹੜਾ ਮੁਕੱਦਮਾ ਆ, ਜਿਹੜੀ ਇੱਥੋਂ ਦੀ ਟੈਰੀਟੋਰੀਅਲ ਜੂਰਿਸਡਿਕਸ਼ਨ ਵਾਲੀ ਅਦਾਲਤ ਹੋਊਗੀ, ਇੱਥੋਂ ਦੇ ਸੈਸ਼ਨ ਕੋਰਟ ਦੇ ਵਿੱਚ ਚੱਲੂਗਾ। ਦੂਸਰੀ ਜਿਹੜੀ ਅਦਾਲਤ ਆ ਉਹਨੂੰ ਉਹਦੇ ਉੱਪਰ ਮੁਕੱਦਮਾ ਜਿਹੜਾ ਉਹ ਨਹੀਂ ਚਲਾ ਸਕਦੀ, ਕਿਉਂਕਿ ਉਹਦਾ ਅਧਿਕਾਰ ਖੇਤਰ ਨਹੀਂ ਹੁੰਦਾ। ਪਰ ਨਸਲਕੁਸ਼ੀ ਦਾ ਜੁਰਮ ਇਸ ਤਰ੍ਹਾਂ ਦਾ ਆ ਕਿ ਕਿਸੇ ਵੀ ਮੁਲਕ ਦੇ ਵਿੱਚ ਵਾਪਰਿਆ ਹੋਵੇ, ਜਿਹੜੇ ਮੁਲਕਾਂ ਨੇ ਨਸਲਕੁਸ਼ੀ ਦੇ ਟਰਾਇਲ ਕਰਨ ਦੇ ਵਾਸਤੇ ਕਾਨੂੰਨ ਬਣਾਏ ਹੋਏ ਨੇ, ਉਹ ਮੁਕੱਦਮਾ ਉਹਨਾਂ ਦਾ ਮੁਕੱਦਮਾ ਜਿਹੜਾ ਉਹ ਉਸ ਮੁਲਕ ਦੇ ਵਿੱਚ ਚੱਲ ਸਕਦਾ ਹੈ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਾਨੂੰਨ ਹੈਗਾ, ਕੈਨੇਡਾ ਦੇ ਵਿੱਚ ਹੈਗਾ ਜੈਨੋਸਾਈਡ ਐਂਡ ਵਾਰ ਕ੍ਰਾਈਮਸ ਐਕਟ, ਉਹਦੇ ਤਹਿਤ ਨਸਲਕੁਸ਼ੀ ਦਾ ਜੁਰਮ ਦੁਨੀਆ 'ਚ ਕਿਤੇ ਵੀ ਹੋਇਆ ਹੋਵੇ, ਕੈਨੇਡਾ ਦੇ ਵਿੱਚ ਜੇਕਰ ਉਹਦਾ ਦੋਸ਼ੀ ਜਾਂ ਉਹਦੇ ਲਈ ਸਸਪੈਕਟ ਜਿਹੜਾ ਆ ਉਹ ਮੌਜੂਦ ਹੋਵੇ ਤਾਂ ਉਹ ਮੁਕੱਦਮਾ ਉੱਥੇ ਚੱਲ ਸਕਦਾ। ਹੁਣ ਆਪਾਂ ਇਸ ਗੱਲ ਦੇ ਉੱਪਰ ਆਉਂਦੇ ਹਾਂ ਕਿ ਕੋਈ ਵੀ ਨਸਲਕੁਸ਼ੀ ਵਾਪਰਨ ਦੇ ਦੌਰਾਨ ਕਿਹੜੇ ਪੜਾਅ ਜਿਹੜੇ ਆ ਉਹ ਆਉਂਦੇ ਆ
ਤੇ ਨਾਲ ਦੀ ਨਾਲ ਹੀ ਆਪਾਂ ਇਹ ਵਿਚਾਰਾਂਗੇ ਕਿ ਸਿੱਖ ਨਸਲਕੁਸ਼ੀ ਦੇ ਦੌਰਾਨ ਇਹ ਪੜਾਅ ਕਿਸ ਰੂਪ ਦੇ ਵਿੱਚ ਆਏ। ਸਭ ਤੋਂ ਮੁੱਢਲਾ ਪੜਾਅ ਜਿਹੜਾ ਆ ਉਹ ਹੈਗਾ ਆਇਡੈਂਟੀਫਿਕੇਸ਼ਨ ਦਾ, ਤੇ ਇਹ ਬੜੀ ਆਮ ਜੀ ਗੱਲ ਆ। ਇਹ ਮਨੁੱਖੀ ਸੁਭਾਅ ਦਾ ਵੀ ਹਿੱਸਾ ਹੈਗੀ ਆ। ਜਦੋਂ ਖਾਸ ਤਰ੍ਹਾਂ ਦੇ ਰਾਜਨੀਤਿਕ ਮੁਫਾਦ ਜੁੜੇ ਹੋਣ ਤਾਂ ਆਇਡੈਂਟੀਫਿਕੇਸ਼ਨ ਦਾ ਪੜਾਅ ਜਿਹੜਾ ਆ ਇਹ ਲਗਭਗ ਹਰ ਇੱਕ ਸੁਸਾਇਟੀ ਦੇ ਵਿੱਚ ਹੀ ਆਉਂਦਾ ਰਹਿੰਦਾ। ਇਹਦੇ ਵਿਸਤਾਰ 'ਚ ਜਾਣ ਦੇ ਲਈ ਇੱਕ ਗੱਲ ਜਿਹੜੀ ਆ ਉਹ ਅਹਿਮ ਜਾਣ ਲੈਣੀ ਜ਼ਰੂਰੀ ਹੈ ਕਿ ਇੱਕ ਚੀਜ਼ ਹੈ ਜਿਹੜੀ ਕਿਸੇ ਵੀ ਨਸਲਕੁਸ਼ੀ ਦੇ ਵਾਪਰਨ ਜਾਂ ਨਾ ਵਾਪਰਨ ਦੇ ਦੌਰਾਨ ਸਦਾ ਮੌਜੂਦ ਰਹਿੰਦੀ ਹੈ ਕਿਸੇ ਵੀ ਸਮਾਜ ਦੇ ਵਿੱਚ, ਉਹ ਹੈਗੀ ਆ ਜੈਨੋਸਾਈਡਲ ਇੰਪਲਸ, ਨਸਲਕੁਸ਼ੀ ਦੀ ਤਰੰਗ। ਉਹ ਲਗਾਤਾਰ ਉਹ ਮਤਲਬ ਜਦੋਂ ਇਹ ਪੜਾਅ ਅੱਗੇ ਨੂੰ ਵੱਧਦੇ ਜਾਂਦੇ ਆ ਤੇ ਉਹ ਤਰੰਗ ਮਜ਼ਬੂਤ ਹੋਈ ਜਾਂਦੀ ਹੈ। ਜਦੋਂ ਅਜੇ ਮੁੱਢਲੀ ਸ਼ੁਰੂਆਤ ਦੇ ਉੱਪਰ ਹੁੰਦੀ ਹੈ ਤਾਂ ਉਹ ਤਰੰਗ ਬੜੇ ਕਮਜ਼ੋਰ ਰੂਪ ਦੇ ਵਿੱਚ ਹੁੰਦੀ, ਪਰ ਜਿਹੜੇ ਵੀ ਸਮਾਜ 'ਚ ਜਿਹੜੀ ਸਟੇਟ ਦੇ ਵਿੱਚ ਨਸਲਕੁਸ਼ੀ ਦਾ ਜੁਰਮ ਵਾਪਰਦਾ ਆ ਉਹਦੇ ਵਿੱਚ ਇਹ ਤਰੰਗ ਜਾਂ ਜੈਨੋਸਾਈਡਲ ਇੰਪਲਸ ਪਹਿਲਾਂ ਤੋਂ ਮੌਜੂਦ ਹੁੰਦੀ ਹੈ। ਸੋ ਜਦੋਂ ਉਹਨੂੰ ਮਜ਼ਬੂਤ ਕਰਨ ਵਾਲੇ ਪੜਾਅ ਵਾਪਰੀ ਜਾਂਦੇ ਨੇ ਤੇ ਇਹ ਮਜ਼ਬੂਤ ਹੋਈ ਜਾਂਦੀ ਤੇ ਅਲਟੀਮੇਟਲੀ ਕਤਲੇਆਮ ਜਾਂ ਨਸਲਕੁਸ਼ੀ ਦੇ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ। ਸੋ ਆਇਡੈਂਟੀਫਿਕੇਸ਼ਨ ਕੀ ਹੈ ਜਾਂ ਮਨੁੱਖੀ ਵੰਡ ਤੋਂ ਸ਼ੁਰੂਆਤ ਹੋਣੀ। ਮਨੁੱਖੀ ਵੰਡ ਕੀ ਹੈ? ਇਹਦਾ ਬੁਨਿਆਦੀ ਜਿਹਾ ਆਧਾਰ ਹੁੰਦਾ ਅਸੀਂ ਬਨਾਮ ਉਹ, ਵੀ ਵਰਸਿਸ ਅਸ। ਸੋ ਇਹ ਬੜੇ ਆਮ ਰੂਪ ਦੇ ਵਿੱਚ ਹੀ ਚੱਲਦੀ ਹੈ ਕਿ ਜਿੱਥੇ ਇੱਕ ਪਛਾਣ ਖੜੀ ਕੀਤੀ ਜਾਂਦੀ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਵੱਖਰੇ ਨੇ, ਅਸੀਂ ਵੱਖਰੇ ਹਾਂ। ਜਿਹੜੇ ਹਿੱਸੇ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਉਹਦੇ ਬਾਰੇ 'ਚ ਧਾਰਨਾ ਪ੍ਰਚਲਿਤ ਕੀਤੀ ਜਾਂਦੀ ਕਿ ਇਹ ਵੱਖਰੇ ਆ, ਇਹ ਸਾਡੇ ਵਿੱਚੋਂ ਨਹੀਂ ਹੈਗੇ, ਇਹ ਸਾਡਾ ਹਿੱਸਾ ਨਹੀਂ ਹੈਗੇ। ਤੁਸੀਂ ਜਿੱਥੇ ਵੀ ਕਿਤੇ ਦੇਖੋਗੇ, ਜਿੱਥੇ ਵੀ ਨਸਲਕੁਸ਼ੀ ਵਾਪਰੀ ਹੈ ਉੱਥੇ ਸ਼ੁਰੂਆਤ ਇੱਥੋਂ ਹੀ ਹੋਈ ਹੈ। ਚਾਹੇ ਉਹ ਹੋਲੋਕੌਸਟ ਵਾਪਰਿਆ ਜਿਹਨੂੰ ਯਹੂਦੀਆਂ ਦਾ ਘੱਲੂਘਾਰਾ ਕਹਿੰਦੇ ਆ, ਸੋ ਉਹਦੇ ਦੌਰਾਨ ਵੀ ਇਹੀ ਗੱਲ ਜਿਹੜੀ ਆ ਉਹ ਆਧਾਰ ਬਣਦੀ ਆ। ਚਾਹੇ ਰਵਾਂਡਾ ਦੇ ਵਿੱਚ ਹੋਇਆ, ਯੂਗੋਸਲਾਵੀਆ ਦੇ ਵਿੱਚ ਹੋਇਆ, ਕੰਬੋਡੀਆ ਦੇ ਵਿੱਚ ਹੋਇਆ, ਚਾਹੇ ਇੰਡੀਆ ਦੇ ਵਿੱਚ ਇਸ ਉਪ ਮਹਾਦੀਪ ਦੇ ਵਿੱਚ ਸਿੱਖਾਂ ਦੇ ਬਰਖਲਾਫ ਹੋਇਆ, ਮੁਸਲਮਾਨਾਂ ਦੇ ਬਰਖਲਾਫ ਹੋਇਆ। ਸੋ ਉਹਦਾ ਬੁਨਿਆਦੀ ਸ਼ੁਰੂਆਤ ਜਿਹੜੀ ਆ ਉਹ ਇਸੇ ਗੱਲ ਤੋਂ ਹੁੰਦੀ ਹੈ ਕਿ ਜਿੱਥੇ ਵੀ ਵਰਸਿਸ ਅਸ ਜਾਂ ਅਸੀਂ ਬਨਾਮ ਉਹ ਦਾ ਬਿਰਤਾਂਤ ਜਾਂ ਨਰੇਟਿਵ ਜਿਹੜਾ ਆ ਉਹ ਖੜਾ ਕੀਤਾ ਜਾਂਦਾ। ਦੂਸਰੀ ਗੱਲ ਹੁੰਦੀ ਆ ਪਛਾਣ ਤੇ ਪਛਾਣ ਚਿੰਨ੍ਹਾਂ ਦੀ। ਹੁਣ ਤੁਸੀਂ ਇੱਕ ਆਇਡੈਂਟੀਟੀ ਖੜੀ ਕਰ ਲਈ ਜਿਹਨੂੰ ਤੁਸੀਂ ਇਹ ਦਿਖਾ ਦਿੱਤਾ ਕਿ ਇਹ ਜੋ ਸਟੇਟ ਸੱਤਾ ਦੇ ਉੱਪਰ ਕਾਬਜ਼ ਤੇ ਉਹਦੇ ਜਿਹੜੇ ਹਮਾਇਤੀ ਵਰਗ ਆ ਉਹਨਾਂ ਦੇ ਨਾਲੋਂ ਵੱਖਰੇ ਨੇ। ਫਿਰ ਇੱਕ ਪੜਾਅ ਚੱਲਦਾ ਹੈ ਜਿਹਦੇ ਵਿੱਚ ਜਿਹੜੀ ਉਹਨਾਂ ਦੀ ਪਛਾਣ ਆ ਵੱਖਰਾਪਣ ਹੈ ਜਿਹੜਾ ਉਹਨੂੰ ਚਿੰਨ੍ਹਾਂ ਦੇ ਪੱਧਰ ਦੇ ਉੱਪਰ ਲਿਆਂਦਾ ਜਾਂਦਾ ਕਿ ਕਿਉਂਕਿ ਜਿਹੜੇ ਸਿੰਬਲਸ ਨੇ ਉਹ ਬਹੁਤ ਜ਼ਿਆਦਾ ਜੈਨੋਸਾਈਡ ਦੇ ਵਿੱਚ ਕੰਮ ਕਰਦੇ ਆ ਔਰ ਇਹ ਮਨੁੱਖੀ ਪਛਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਕਰਦੇ ਆ। ਆਪਣੇ ਸਿਰ ਦੇ ਉੱਪਰ ਦਸਤਾਰ ਹੈ, ਹੱਥ ਦੇ ਵਿੱਚ ਕੜਾ ਆ ਸਾਬਤ ਸੂਰਤ ਤੋਂ, ਇਹ ਗੱਲਾਂ ਮਾਇਨੇ ਰੱਖਦੀਆਂ। ਸਿੱਖਾਂ ਦੇ ਮਾਮਲੇ 'ਚ ਇਹ ਕੁਦਰਤੀ ਚਿੰਨ੍ਹ ਹੈ, ਪਰ ਜਿੱਥੇ ਕੁਦਰਤੀ ਚਿੰਨ੍ਹ ਨਹੀਂ ਵੀ ਹੁੰਦੇ, ਸਿੰਬੋਲਿਜ਼ਮ ਦਾ ਪੜਾਅ ਉੱਥੇ ਵੀ ਵਾਪਰਦਾ। ਉੱਥੇ ਫਿਰ ਖਾਸ ਤਰ੍ਹਾਂ ਦੇ ਚਿੰਨ੍ਹਾਂ ਦੇ ਨਾਲ ਉਹਨਾਂ ਦੀ ਆਇਡੈਂਟੀਫਿਕੇਸ਼ਨ ਨੂੰ ਪੱਕਾ ਕੀਤਾ ਜਾਂਦਾ। ਹੁਣ ਇਹ ਚਿੰਨ੍ਹ ਬਹੁਤ ਤਰ੍ਹਾਂ ਦੇ ਹੋ ਸਕਦੇ ਆ। ਯਹੂਦੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਹੋਲੋਕੌਸਟ ਨਾਲ ਸੰਬੰਧਿਤ ਫਿਲਮਾਂ ਦੇਖੋ, ਸ਼ਿੰਡਲਰਜ਼ ਲਿਸਟ ਹੈਗੀ ਜਾਂ ਹੋਰ ਬਹੁਤ ਸਾਰੀਆਂ ਫਿਲਮਾਂ ਹੈਗੀਆਂ ਨੇ। ਲਾਈਫ ਇਜ਼ ਬਿਊਟੀਫੁਲ ਇੱਕ ਬਹੁਤ ਸੋਹਣੀ ਫਿਲਮ ਹੈਗੀ ਇਸ ਮਾਮਲੇ ਦੇ ਵਿੱਚ। ਸੋ ਉਹ ਜਿੰਨੀਆਂ ਵੀ ਦੇਖੋ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਵੀ ਯਹੂਦੀ ਦਿਖਾਏ ਜਾਂਦੇ ਆ ਜਿਹੜੇ ਕੰਸਨਟ੍ਰੇਸ਼ਨ ਕੈਂਪਾਂ 'ਚ ਨੇ ਜਾਂ ਜਦੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਤਾਂ ਉਹਨਾਂ ਦੇ ਲੀੜਿਆਂ ਦੇ ਉੱਪਰ ਖਾਸ ਕਰਕੇ ਮੋਢੇ ਦੇ ਉੱਤੇ ਇੱਥੇ ਇੱਕ 6 ਕੋਨਿਆਂ ਵਾਲਾ ਤਾਰਾ ਜਿਹੜਾ ਆ ਉਹ ਬਣਿਆ ਹੁੰਦਾ ਸੀਗਾ ਤਾਂ ਕਿ ਉਸ ਚਿੰਨ੍ਹ ਨੂੰ ਦੇਖ ਕੇ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਇਹ ਬੰਦਾ ਯਹੂਦੀ ਹੈ। ਇਸੇ ਤਰ੍ਹਾਂ ਹੀ ਕੰਬੋਡੀਆ ਦੇ ਵਿੱਚ ਇੱਕ ਨੀਲਾ ਅਤੇ ਚਿੱਟੇ ਰੰਗ ਦੀਆਂ ਡੱਬੀਆਂ ਵਾਲਾ ਸਾਫਾ ਜਿਹੜਾ ਆ ਉਹ ਜਿਹੜੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਨੂੰ ਆਪਣੇ ਮੂੰਹ ਅਤੇ ਗਲੇ ਦੇ ਦੁਆਲੇ, ਸਿਰ ਅਤੇ ਗਲੇ ਦੇ ਦੁਆਲੇ ਲਪੇਟ ਕੇ ਰੱਖਣਾ ਲਾਜ਼ਮੀ ਸੀਗਾ। ਇਸੇ ਤਰ੍ਹਾਂ ਹੀ ਜਿੱਥੇ ਰਵਾਂਡਾ ਦੇ ਵਿੱਚ ਵਾਪਰਿਆ ਉੱਥੇ ਜਿਹੜਾ ਟੁਟਸੀ ਭਾਈਚਾਰਾ ਅਤੇ ਹੁੱਤੂ ਭਾਈਚਾਰਾ ਉਹ ਲਗਭਗ ਉਹਨਾਂ ਦਾ ਥੋੜ੍ਹਾ ਜਿਹਾ ਨਸਲੀ ਫਰਕ ਸੀਗਾ। ਉਹਦੇ ਵਿੱਚ ਉਹਨਾਂ ਨੇ ਨੱਕ ਦੀ ਚੌੜਾਈ ਨੂੰ ਮਿਣ ਕੇ ਕਿ ਕਿਹਦਾ ਨੱਕ ਜ਼ਿਆਦਾ ਫੀਨਾ ਆ, ਉੱਥੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਔਰ ਉੱਥੇ ਨੈਸ਼ਨਲ ਆਇਡੈਂਟੀਟੀ ਕਾਰਡ ਜਾਰੀ ਕੀਤੇ ਹੋਏ ਸੀਗੇ। ਉਹਨਾਂ ਕਾਰਡਾਂ ਤੋਂ ਪਛਾਣ ਕੀਤੀ ਜਾਂਦੀ ਸੀ ਅਤੇ ਹਰ ਇੱਕ ਬੰਦੇ ਨੂੰ ਆਪਣਾ ID ਕਾਰਡ ਨਾਲ ਲੈ ਕੇ ਚੱਲਣਾ ਲਾਜ਼ਮੀ ਹੁੰਦਾ ਸੀ। ਉਹਦੇ ਉੱਪਰ ਤੁਹਾਡੀ ਜਿਹੜੀ ਨਸਲੀ ਪਛਾਣ ਹੈ ਉਹ ਦਰਜ ਹੁੰਦੀ ਸੀ।
ਜੈਨੋਸਾਈਡ ਵਾਚ ਦੇ ਮੁਖੀ ਗ੍ਰੈਗਰੀ ਐਚ ਸਟੈਂਟਨ ਨੇ ਜਿਹੜਾ ਰਵਾਂਡਾ ਦੇ ਵਿੱਚ ਕਤਲੇਆਮ ਹੋਇਆ, ਨਸਲਕੁਸ਼ੀ ਵਾਪਰੀ 1994 ਦੇ ਵਿੱਚ, ਉਹਦੇ ਤੋਂ 5 ਸਾਲ ਉਹਨੇ ਜੈਨੋਸਾਈਡ ਦੀ ਵਾਰਨਿੰਗ ਜਾਰੀ ਕੀਤੀ ਸੀਗੀ ਜੈਨੋਸਾਈਡ ਵਾਚ ਦੇ ਵੱਲੋਂ। ਔਰ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਆਈਡੀ ਕਾਰਡ ਨੇ ਇਹ ਆਉਂਦੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਘਾਣ ਦਾ ਆਧਾਰ ਬਣਨਗੇ, ਇਹ ਬੰਦ ਕਰਵਾਏ ਜਾਣ, ਯੂਨਾਈਟਿਡ ਨੇਸ਼ਨਸ ਦਖਲ ਦੇਵੇ, ਇਹ ਜਿਹੜੇ ਆਈਡੀ ਕਾਰਡ ਹੈਗੇ ਡਿਸਟਰੋਏ ਕਰੋ ਅਤੇ ਇਹ ਮੇਕ ਸ਼ੋਰ ਕਰੋ, ਇਹ ਗੱਲ ਪੱਕੀ ਕਰੋ ਕਿ ਰਵਾਂਡਾ ਦੇ ਵਿੱਚ ਇਹ ਜਿਹੜੇ ਪਛਾਣ ਪੱਤਰ ਜਾਂ ਪਛਾਣ ਚਿੰਨ੍ਹ ਹੈਗੇ ਆ ਇਹ ਜਾਰੀ ਨਾ ਰਹਿਣ। ਪਰ ਉਹ ਨਹੀਂ ਧਿਆਨ ਦਿੱਤਾ ਗਿਆ। ਠੀਕ 5 ਸਾਲ ਬਾਅਦ ਉੱਥੇ 100 ਦਿਨਾਂ ਦੇ ਵਿੱਚ 8 ਤੋਂ 10 ਲੱਖ ਬੰਦਾ ਜਿਹੜਾ ਉਹ ਮੌਤ ਦੇ ਘਾਟ ਉਤਾਰਿਆ ਗਿਆ। ਸੋ ਇਸੇ ਤਰ੍ਹਾਂ ਹੀ ਜੇ ਸਿੱਖਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ, ਆਪਣੇ ਪਛਾਣ ਚਿੰਨ੍ਹ ਜਿਹੜੇ ਆ ਉਹ ਬੜੇ ਪ੍ਰਤੱਖ ਨੇ। ਸਿਰ ਦੇ ਉੱਪਰ ਦਸਤਾਰ ਹੈ ਸਾਬਤ ਸੂਰਤ ਤੋਂ, ਜੇ ਖੰਡੇ ਦੀ ਪੌਲ ਲਈ ਹੋਈ ਆ ਤਾਂ ਤੁਹਾਡੇ ਕੋਲ ਸ਼੍ਰੀ ਸਾਹਿਬ ਹੈ, ਹੱਥ ਦੇ ਵਿੱਚ ਕੜਾ ਆ। ਸੋ ਇਹਦੇ ਤੋਂ ਸਿੱਖਾਂ ਦੀ ਇੱਕ ਸਵੈ ਸਿੱਧ ਪਛਾਣ ਹੈਗੀ। ਇੱਥੇ ਆਪਣੇ ਸਮਝਣ ਵਾਲਾ ਮਸਲਾ ਜਿਹੜਾ ਉਹ ਇਹ ਹੈ ਕਿ ਇਹਨਾਂ ਪਛਾਣ ਚਿੰਨ੍ਹਾਂ ਨੂੰ ਕਿਸ ਤਰੀਕੇ ਦੇ ਨਾਲ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਆਪਾਂ ਦੇਖੀਏ ਬਹੁਤ ਸਾਰੇ ਬੰਦੇ ਜਿਹੜੇ ਮਤਲਬ ਲੈਫਟਿਸਟ ਵਿਚਾਰਧਾਰਾ ਦੇ ਤਹਿਤ ਉਹ ਮਤਲਬ ਆਪਣੀ ਸਿੱਖ ਪਛਾਣ ਨੂੰ ਤਰਜੀਹ ਨਹੀਂ ਸੀ ਦਿੰਦੇ, ਪਰ ਉਹਨਾਂ ਦੇ ਵਿੱਚੋਂ ਜੇ ਉਹਨਾਂ ਨੇ ਛੋਟਾ ਮੋਟਾ ਵੀ ਕੋਈ ਚਿੰਨ੍ਹ ਧਾਰਨ ਕੀਤਾ ਹੋਇਆ ਸੀਗਾ, ਜੇ ਕੜਾ ਵੀ ਪਾਇਆ ਹੋਇਆ ਸੀ, ਤਾਂ ਉਹਦੇ ਤੋਂ ਪਛਾਣ ਲੈਂਦੇ ਸੀਗੇ ਕਿ ਇਹ ਸਿੱਖ ਹੈ। ਜੋ 1982 ਦੇ ਵਿੱਚ ਜਦੋਂ ਏਸ਼ੀਆਈ ਗੇਮਾਂ ਹੋਈਆਂ, ਉਸ ਤਰੀਕੇ ਦੇ ਨਾਲ ਬੰਦਿਆਂ ਨੂੰ ਜਿਸ ਤਰ੍ਹਾਂ ਦੇ ਨਾਲ ਬੱਸਾਂ ਦੇ ਵਿੱਚੋਂ ਲਾਹ ਕੇ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ, ਜਾਂ ਪੰਜਾਬ ਦੇ ਵਿੱਚ ਇਹ ਨਾਅਰੇ ਲੱਗਣੇ ਵੀ ਦੁੱਕੀ ਤਿੱਕੀ ਰਹਿਣ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ, ਇਸ ਤਰ੍ਹਾਂ ਦੇ ਨਾਅਰੇ ਲੱਗਣੇ, ਜਾਂ ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਉਹ ਸਾਰੇ ਜਿਹੜੇ ਆ ਉਹ ਸਿੱਖਾਂ ਦੀ ਪਛਾਣ ਨੂੰ ਇੱਕ ਖਾਸ ਤਰ੍ਹਾਂ ਦੇ ਮੁਹਾਵਰੇ ਦੇ ਰਾਹੀਂ ਨਫ਼ਰਤ ਦਾ ਨਿਸ਼ਾਨਾ ਜਿਹੜਾ ਆ ਉਹ ਬਣਾ ਰਹੇ ਸੀਗੇ, ਜਿਹਦੇ ਵਿੱਚੋਂ ਦੀ ਇਹ ਸਾਰਾ ਮਾਹੌਲ ਨਿਕਲ ਕੇ ਬਣਿਆ। ਖਾਸ ਤੌਰ ਦੇ ਉੱਪਰ 77 ਤੋਂ 82 ਤੱਕ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਤੁਹਾਨੂੰ ਬੜੇ, ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਇਸ ਨਜ਼ਰੀਏ ਤੋਂ, ਸਿੰਬੋਲਿਜ਼ਮ ਦੇ ਨਜ਼ਰੀਏ ਤੋਂ, ਅਤੇ ਕਿਸ ਤਰੀਕੇ ਦੇ ਨਾਲ ਇੱਕ ਪਛਾਣ ਚਿੰਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਂਦਾ, ਉਹਦੇ ਵਿੱਚੋਂ ਤੁਹਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਪੜਾਅ ਦੀਆਂ ਉਹ ਨਜ਼ਰ ਆ ਜਾਂਦੀਆਂ ਨੇ। ਇਸ ਤੋਂ ਅੱਗੇ ਹੁੰਦਾ ਡੀਹਿਊਮਨਾਈਜੇਸ਼ਨ। ਜਦੋਂ ਤੁਸੀਂ ਪਛਾਣ ਚਿੰਨ੍ਹ ਜਿਹੜੇ ਆ ਉਹ ਪੱਕੇ ਕਰ ਲਏ, ਉਹਨਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਲਿਆ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੀੜਤ ਭਾਈਚਾਰਾ ਜਾਂ ਜਿਹਨੂੰ ਨਿਸ਼ਾਨਾ ਬਣਾਇਆ ਜਾਣਾ ਹੁੰਦਾ, ਉਹਨਾਂ ਦਾ ਗੈਰ ਮਨੁੱਖੀਕਰਨ ਕੀਤਾ ਜਾਂਦਾ। ਇਹ ਦਰਸਾਇਆ ਜਾਂਦਾ ਕਿ ਇਹ ਬੰਦੇ ਨਹੀਂ ਹੈਗੇ, ਕਿਉਂਕਿ ਬੰਦੇ ਦਾ ਕਤਲ ਕਰਨ ਲੱਗਿਆਂ ਬੰਦਾ ਇਹ ਗੱਲ ਸੋਚਦਾ ਆ ਵੀ ਯਾਰ ਇਹਦਾ ਜੁਰਮ ਕੀ ਹੈ। ਤੁਸੀਂ ਆਮ ਤੌਰ ਦੇ ਉੱਪਰ ਦੇਖਿਆ ਹੋਊਗਾ, ਆ ਹੁਣ ਰੀਸੈਂਟ ਉਦਾਹਰਨ ਹੈਗੀ ਜਦੋਂ ਰੋਹਿੰਗਿਆ ਵਾਲਾ ਮਸਲਾ ਉੱਠਿਆ, ਜਾਂ ਇਹ ਗੱਲ ਆਈ ਕਿ ਬਹੁਤ ਸਾਰੇ ਜਿਹੜੇ ਬੰਗਲਾਦੇਸ਼ ਦੇ ਵਿੱਚੋਂ ਲੋਕ ਹੈਗੇ ਆ ਉਹ ਇੰਡੀਆ ਦੇ ਵਿੱਚ ਆਏ ਹੋਏ ਆ, ਤਾਂ ਅਮਿਤ ਸ਼ਾਹ ਨੇ ਇਹ ਗੱਲ ਕਹੀ ਕਿ ਇਹ ਦੀਮਕ ਨੇ, ਟਰਮਾਈਟ ਨੇ। ਔਰ ਇਹ ਸਿਰਫ ਇੱਥੇ ਨਹੀਂ ਹੈਗਾ, ਜਿਹੜੇ ਪਿਛਲੇ ਸਮੇਂ ਦੇ ਦੌਰਾਨ ਨਸਲਕੁਸ਼ੀ ਦੇ ਪੜਾਅ ਵਾਪਰੇ, ਤੁਸੀਂ ਉਹਨਾਂ ਦੇ ਦੌਰਾਨ ਦੇਖੋਗੇ ਯਹੂਦੀਆਂ ਦੀ ਤੁਲਨਾ ਜਿਹੜੀ ਆ ਉਹ ਪਲੇਗ ਫੈਲਾਉਣ ਵਾਲੇ ਜੀਆਂ ਦੇ ਨਾਲ ਕੀਤੀ ਜਾਂਦੀ ਸੀਗੀ ਵੀ ਇਹ ਪਲੇਗ ਫੈਲਾਉਣ ਵਾਲੇ ਜੀਵ ਨੇ। ਇਸੇ ਤਰ੍ਹਾਂ ਹੀ ਜਦੋਂ ਰਵਾਂਡਾ ਦੇ ਵਿੱਚ ਕਤਲੇਆਮ ਹੋਇਆ ਤਾਂ ਉੱਥੇ ਟੁੱਟਸੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਤੇ ਉਹਦੇ ਲਈ ਲਫ਼ਜ਼ ਵਰਤਿਆ ਜਾਂਦਾ ਸੀ ਟੁੱਟਸੀ ਕਾਕਰੋਚ, ਵੀ ਇਹ ਕਾਕਰੋਚ ਨੇ। ਹੁਣ ਕਾਕਰੋਚ ਨੂੰ ਕੋਈ ਵੀ ਸਾਊ ਬੰਦਾ ਜਿਹੜਾ ਆ ਉਹ ਮਾਰ ਸਕਦਾ, ਅਤੇ ਜਦੋਂ ਜੈਨੋਸਾਈਡ ਇੰਪਲਸ ਜਿਹੜੀ ਆ ਜਾਂ ਨਸਲਕੁਸ਼ੀ ਦੀ ਤਰੰਗ ਜਿਹੜੀ ਆ ਉਹ ਪ੍ਰਚੰਡ ਹੋ ਜਾਂਦੀ ਹੈ, ਅਤੇ ਉਹੀ ਸਾਊ ਬੰਦਾ ਜਿਹੜਾ ਆ ਉਹ ਆਪਣੇ ਕਿਸੇ ਵੀ ਗਵਾਂਢੀ ਦਾ ਜਿਹਦੇ ਬਾਰੇ 'ਚ ਇਹ ਹੋ ਜਾਵੇ ਕਿ ਇਹ ਕਾਕਰੋਚ ਆ ਜਾਂ ਇਹ ਦੇਸ਼ ਦਾ ਗਦਾਰ ਆ, ਇਹਦੇ ਕਰਕੇ ਹੀ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ, ਅਤੇ ਉਹ ਉਹਨੂੰ ਮਾਰਨ ਦੇ ਵਾਸਤੇ ਚਲਿਆ ਜਾਂਦਾ। ਸੋ ਇਹ ਜਿੰਨਾ ਵੀ ਇਹ ਸਾਰਾ ਅਮਲ ਵਾਪਰਿਆ ਆ ਉਹ ਸਾਰਾ ਦੇਖਿਆ ਜਾ ਸਕਦਾ। ਔਰ ਖ਼ਾਸ ਤੌਰ ਦੇ ਉੱਪਰ ਜਿੱਥੇ ਨੈਸ਼ਨਲਿਜ਼ਮ ਦਾ ਨਰੇਟਿਵ ਚੱਲਦਾ ਹੋਵੇ ਉੱਥੇ ਇਹ ਕਿਹਾ ਜਾਂਦਾ ਕਿ ਇਹ ਦੇਸ਼ ਦੇ ਗਦਾਰ ਨੇ। ਸੋ ਉਸ ਮਾਮਲੇ ਦੇ ਵਿੱਚ ਹੁਣ ਵੀ ਜਿਹੜੇ ਨਾਅਰੇ ਲੱਗੇ ਕਿ ਗੋਲੀ ਮਾਰੋ ਦੇਸ਼ ਕੇ ਗਦਾਰੋਂ ਕੋ, ਇਹ ਸਾਰਾ ਮਾਹੌਲ ਜਿਹੜਾ ਹੁਣ ਆਪਾਂ ਵਾਪਰਦਾ ਦੇਖ ਰਹੇ ਹਾਂ, ਇਹ ਜੇਕਰ ਆਪਾਂ ਉਹ ਸਾਰਾ ਸਮਾਂ 84 ਤੋਂ ਪਹਿਲਾਂ ਦਾ ਦੇਖੀਏ ਤਾਂ ਉਸ ਸਮੇਂ ਦੇ ਦੌਰਾਨ ਸਿੱਖਾਂ ਦੇ ਖਿਲਾਫ ਇਸ ਤਰ੍ਹਾਂ ਦਾ ਇੱਕ ਨਫ਼ਰਤੀ ਬਿਰਤਾਂਤ ਜਾਂ ਉਹਨਾਂ ਦੀ ਜਿਹੜੀ ਡੀਹਿਊਮਨਾਈਜੇਸ਼ਨ ਆ ਉਹ ਖੜੀ ਕੀਤੀ ਗਈ। ਅਤੇ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਾਪਰੇ ਹੋਣ ਦਾ ਵਾਪਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਇਹ ਗੱਲਾਂ ਇਸ ਤਰੀਕੇ ਦੇ ਨਾਲ ਇਹਦੇ ਪਿੱਛੇ ਆਹ ਚੀਜ਼ਾਂ ਕੰਮ ਕੀਤੀਆਂ ਹੋਣਗੀਆਂ, ਜਿਹਨੂੰ ਲੀਗਲ ਭਾਸ਼ਾ 'ਚ ਆਪਾਂ ਇਨਫਰੈਂਸ ਕਹਿੰਦੇ ਹਾਂ, ਕਿ ਕੋਈ ਵੀ ਪ੍ਰਭਾਵ
ਖੜਾ ਕਰਨਾ ਕਿਸੇ ਵਾਪਰੀ ਹੋਈ ਘਟਨਾ ਨੂੰ ਦੇਖ ਕੇ, ਉਹ ਵੀ ਦੇਖਿਆ ਜਾ ਸਕਦਾ। ਤੁਸੀਂ ਦੇਖੋ ਕਿ ਕਿੰਨੇ ਇਸ ਗੱਲ ਦੇ ਪ੍ਰਮਾਣ ਸਾਹਮਣੇ ਆਏ ਨੇ ਕਿ ਜਿੱਥੇ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਨੂੰ ਮਾਰਿਆ ਗਿਆ, ਦਿੱਲੀ ਦੇ ਵਿੱਚ, ਕਾਨਪੁਰ 'ਚ, ਬੋਕਾਰੋ ਦੇ ਵਿੱਚ, ਹੋਰਨਾਂ ਥਾਵਾਂ 'ਤੇ, ਹੋਂਦ ਚਿੱਲੜ ਦਾ ਮਸਲਾ ਹੈਗਾ ਆ ਹਰਿਆਣੇ ਦਾ, ਜਾਂ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ, ਇੱਕ ਗੱਲ ਤਾਂ ਇਹ ਕਿ ਬੰਦੇ ਮਾਰਨ ਵਾਸਤੇ ਆਏ, ਉਹਨਾਂ ਨੇ ਬੰਦਿਆਂ ਨੂੰ ਮਾਰਿਆ, ਸਿੱਖਾਂ ਨੂੰ ਮਾਰਿਆ, ਪਰ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ। ਸੋ ਜਦੋਂ ਤੁਸੀਂ ਕਿਸੇ ਨੂੰ ਮਾਰਨ ਜਾ ਰਹੇ, ਕਿਉਂ ਕੇਸ ਕਤਲ ਕੀਤੇ ਗਏ? ਕਿਉਂਕਿ ਉਹ ਜਿਹੜੀ ਆਇਡੈਂਟੀਟੀ ਵਾਲੀ ਗੱਲ ਆ, ਉਹ ਇੰਨੀ ਜ਼ਿਆਦਾ ਪੱਕੇ ਰੂਪ ਦੇ ਵਿੱਚ ਆਈ ਹੋਈ ਹੈ ਕਿ ਜਿਹੜੇ ਬੰਦੇ ਨੂੰ ਮਾਰਨਾ ਵੀ ਆ, ਪਹਿਲਾਂ ਉਹਨੂੰ ਚਿੰਨ੍ਹਹੀਣ ਕਰ ਰਹੇ ਆ, ਫਿਰ ਮਾਰ ਰਹੇ ਆ। ਦੂਸਰੀ ਗੱਲ, ਬੜੇ ਬੰਦਿਆਂ ਨੇ ਇਹ ਗੱਲ ਦੱਸੀ ਕਿ ਹੁਣ ਵੀ ਦੱਸਦੇ ਨੇ ਕਿ ਬਲ ਦਾ ਟਾਇਰ ਗਲ ਦੇ ਵਿੱਚ ਪਾ ਕੇ ਤੇ ਜਿਹੜੇ ਬੰਦੇ ਮਾਰਨ ਆਏ ਸੀਗੇ ਉਹ ਆਲੇ ਦੁਆਲੇ ਨੱਚਦੇ ਸੀਗੇ। ਕਿਸੇ ਵੀ ਬੰਦੇ ਨੂੰ ਜਿਹਦਾ ਕੋਈ ਨਿੱਜੀ ਕਰਮ ਉਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਕਰਕੇ ਉਹ ਇਹ ਜਿਹਾ ਵਿਹਾਰ ਉਹਦੇ ਨਾਲ ਹੋ ਸਕੇ, ਉਹਦੇ ਗਲ ਦੇ ਵਿੱਚ ਬਲਦਾ ਹੋਇਆ ਟਾਇਰ ਪਾ ਕੇ ਤੁਸੀਂ ਕੋਈ ਵੀ ਮਨੁੱਖ ਜਿਹੜਾ ਆ ਉਹ ਉਹਦੇ ਦੁਆਲੇ ਨਹੀਂ ਨੱਚ ਸਕਦਾ ਜੇਕਰ ਉਹ ਉਹਨੂੰ ਬੰਦਾ ਮੰਨਦਾ ਹੋਵੇ। ਇਹਦਾ ਮਤਲਬ ਇਹ ਹੈ ਕਿ ਜਿਹੜੀ ਡੀਹਿਊਮਨਾਈਜੇਸ਼ਨ ਆ, ਜਿਹੜਾ ਅਣਮਨੁੱਖੀਕਰਨ ਹੈ, ਉਹਨਾਂ ਨੂੰ ਮਨੁੱਖ ਵਾਲੀ ਸ਼੍ਰੇਣੀ ਦੇ ਵਿੱਚੋਂ ਬਾਹਰ ਕੱਢਣਾ, ਉੱਥੇ ਹੀ ਇਸ ਤਰ੍ਹਾਂ ਦਾ ਨਾਚ ਜਿਹੜਾ ਉਹ ਕੀਤਾ ਜਾ ਸਕਦਾ। ਔਰ ਇਸ ਗੱਲ ਦੇ ਪ੍ਰਮਾਣ ਜਿਹੜੇ ਆ, ਉਹ ਜਿਹੜੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਤੇ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ, ਇਹਨਾਂ ਦੋਵਾਂ ਸੰਸਥਾਵਾਂ ਦੇ ਵੱਲੋਂ 1 ਤੋਂ 10 ਨਵੰਬਰ ਦੇ ਦੌਰਾਨ ਉਹਨਾਂ ਨੇ ਜੋ ਕੁਝ ਦਿੱਲੀ ਤੇ ਹੋਰਨਾਂ ਥਾਵਾਂ 'ਤੇ ਵਾਪਰਦਿਆਂ ਦੇਖਿਆ ਸੀ, ਉਹਨਾਂ ਦੀ ਟੀਮ ਨੇ, ਉਹਦੇ ਆਧਾਰ ਦੇ ਉੱਪਰ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ, ਹੂ ਆਰ ਗਿਲਟੀ, ਦੋਸ਼ੀ ਕੌਣ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਗੱਲ ਲਿਖੀ ਹੋਈ ਹੈ ਕਿ ਜਿਹੜੇ ਵੀ ਲੋਕ ਹਮਲਾਵਰ ਆਏ ਸੀਗੇ, ਉਹਨਾਂ ਦੇ ਚਿਹਰਿਆਂ ਦੇ ਉੱਪਰ ਕੋਈ ਦੁੱਖ ਜਾਂ ਇਸ ਤਰ੍ਹਾਂ ਦਾ ਭਾਵ ਨਹੀਂ ਸੀਗਾ, ਬਲਕਿ ਉਹ ਬਹੁਤ ਜ਼ਿਆਦਾ ਮਜ਼ੇ ਦੇ ਵਿੱਚ ਸੀਗੇ ਔਰ ਉਹ ਜੋ ਕੁਝ ਕਰ ਰਹੇ ਸੀਗੇ ਉਹਨੂੰ ਸੈਲੀਬ੍ਰੇਟ ਕਰ ਰਹੇ ਸੀਗੇ। ਇਹ ਗੱਲ ਉਹਦੇ ਵਿੱਚ ਜਿਹੜੀ ਆ ਉਹ ਦਰਜ ਹੈਗੀ ਆ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਡੀਹਿਊਮਨਾਈਜੇਸ਼ਨ ਦਾ ਜਿਹੜਾ ਪੜਾਅ ਆ ਉਹ ਕਿੰਨੇ ਵੱਡੇ ਪੱਧਰ ਦੇ ਉੱਪਰ ਵਾਪਰਿਆ ਹੋਊਗਾ। ਇੱਕ ਇਹ ਹੈ ਕਿ ਜਿਹੜਾ ਨਸਲਕੁਸ਼ੀ ਦਾ ਜੁਰਮ ਹੈ, ਇਹ ਜਥੇਬੰਦਕ ਜੁਰਮਾਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਬਿਨਾਂ ਜਥੇਬੰਦਕ ਤਿਆਰੀ ਤੋਂ ਜਾਂ ਬਿਨਾਂ ਜਥੇਬੰਦਕ ਤਰੀਕੇ ਤੋਂ ਨਸਲਕੁਸ਼ੀ ਦਾ ਜੁਰਮ ਜਿਹੜਾ ਆ ਉਹ ਨਹੀਂ ਵਾਪਰਦਾ। ਇਹ ਗੱਲ ਬੜੀ ਪ੍ਰਤੱਖ ਹੈਗੀ ਆ। ਇਹਨੂੰ ਜਿੱਦਾਂ ਆਪਾਂ ਹੁਣ ਵੀ ਜਾਣਦੇ ਹਾਂ, ਜਿੱਦਾਂ ਪਕੋਕਾ ਦੀ ਗੱਲ ਚੱਲਦੀ ਸੀਗੀ ਕਿ ਪੰਜਾਬ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਨੂੰ, ਆਰਗੇਨਾਈਜ਼ਡ ਕ੍ਰਾਈਮ ਅਤੇ ਅਨਆਰਗੇਨਾਈਜ਼ਡ ਕ੍ਰਾਈਮ ਜਿਹੜੇ ਕਾਨੂੰਨ ਦੇ ਵਿਦਿਆਰਥੀ ਆ ਉਹ ਸਮਝ ਜਾਣਗੇ। ਵੈਸੇ ਵੀ ਇਹ ਦੋ ਸ਼ਬਦ ਇਸ ਤਰ੍ਹਾਂ ਦੇ ਹੈਗੇ ਆ ਕਿ ਇਹਦੇ ਤੋਂ ਆਮ ਵਿਅਕਤੀ ਜਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਮਝ ਆ ਸਕਦੀ ਹੈ ਕਿ ਜਥੇਬੰਦਕ ਜੁਰਮ ਕਿਹੜੇ ਹੁੰਦੇ ਆ। ਸੋ ਇਹਦੇ ਵਾਸਤੇ ਜਥੇਬੰਦਕ ਪੱਧਰ ਦੇ ਉੱਪਰ ਤਿਆਰੀ ਕੀਤੀ ਜਾਂਦੀ ਹੈ, ਉਹਦੇ ਵਾਸਤੇ ਉਸ ਤਰ੍ਹਾਂ ਦਾ ਅਮਲ ਜਿਹੜਾ ਆ ਉਹ ਵਰਤਾਇਆ ਜਾਂਦਾ। ਇੱਕ ਇਹਨਾਂ ਪੜਾਵਾਂ ਦੇ ਬਾਰੇ ਦੇ ਵਿੱਚ ਵੀ ਇਹ ਗੱਲ ਹੈਗੀ ਕਿ ਇਹ ਸਾਰੇ ਪੜਾਅ ਲਗਭਗ ਸਾਰੀਆਂ ਹੀ ਨਸਲਕੁਸ਼ੀਆਂ ਦੇ ਦੌਰਾਨ ਵਾਪਰਦੇ ਨੇ। ਕੋਈ ਪੜਾਅ ਜਿਹੜਾ ਆ ਉਹ ਕਿੰਨੇ ਸਮੇਂ ਦੇ ਵਿੱਚ ਵਾਪਰੂਗਾ, ਜਥੇਬੰਦਕ ਤਿਆਰੀ ਕਰਨ ਨੂੰ ਮਤਲਬ ਸਾਲਾਂ ਲੱਗਣਗੇ, ਮਹੀਨੇ ਲੱਗਣਗੇ, ਹਫ਼ਤੇ ਲੱਗਣਗੇ, ਜਾਂ ਇਹ ਦਿਨਾਂ ਦੇ ਵਿੱਚ ਕੀਤੀ ਜਾ ਸਕਦੀ ਆ, ਇਹ ਕਰਨ ਵਾਲੇ ਦੀ ਸਮਰੱਥਾ ਅਤੇ ਮੌਕੇ ਦੇ ਹਾਲਾਤ ਦੇ ਉੱਪਰ ਨਿਰਭਰ ਹੁੰਦੀ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਕਿੰਨੇ ਸਬੂਤ, ਕਿੰਨੇ ਗਵਾਹੀਆਂ ਇਸ ਗੱਲ ਦੀਆਂ ਸਾਹਮਣੇ ਆ ਗਈਆਂ ਕਿ ਜਿੰਨੀਆਂ ਵੀ ਥਾਵਾਂ ਦੇ ਉੱਪਰ ਕਤਲੇਆਮ ਹੋਇਆ, ਉੱਥੇ ਸਾਰੀਆਂ ਥਾਵਾਂ ਦੇ ਉੱਪਰ ਇੱਕੋ ਜਿਹਾ ਪੈਟਰਨ ਸੀਗਾ। ਸੋ ਕਿਸੇ ਵੀ ਕ੍ਰਾਈਮ ਦੇ ਮਾਮਲੇ ਦੇ ਵਿੱਚ ਜਿਹੜਾ ਪੈਟਰਨ ਆ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ। ਜਦੋਂ 2015 'ਚ ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਅਸੀਂ ਉਸ ਸਮੇਂ ਦੇ ਦੌਰਾਨ, ਸਾਡੀ ਤਾਂ ਦੇਖੋ ਕੋਈ ਪੁਲਿਸ ਤੱਕ ਰਸਾਈ ਹੈ ਨਹੀਂ, ਨਾ ਕੋਈ ਇਨਵੈਸਟੀਗੇਸ਼ਨ ਦਾ ਪਤਾ ਲੱਗਦਾ, ਨਾ ਤੁਹਾਨੂੰ ਪ੍ਰੀਲਿਮਿਨਰੀ ਫੈਕਟ ਪਤਾ ਲੱਗਦੇ, ਸਿਰਫ ਅਖਬਾਰਾਂ ਦੇ ਵਿੱਚ ਛਪ ਰਹੀਆਂ ਖਬਰਾਂ ਜਾਂ ਮੀਡੀਆ ਦੇ ਰਾਹੀਂ ਆ ਰਹੀ ਜਾਣਕਾਰੀ ਦੇ ਆਧਾਰ ਦੇ ਉੱਪਰ ਤੁਸੀਂ ਇੱਕ ਅੰਦਾਜ਼ਾ ਲਾਣਾ ਹੁੰਦਾ ਕਿ ਕੀ ਵਾਪਰਿਆ ਹੋਊਗਾ। ਤਾਂ ਉਦੋਂ ਜਿੰਨਿਆਂ ਦੇ ਨਾਲ ਵੀ ਗੱਲ ਹੁੰਦੀ ਰਹੀ, ਮੈਂ ਉਹਨਾਂ ਨੂੰ ਇਹੀ ਕਹਿੰਦਾ ਰਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲਕੇ ਅਤੇ ਗੁਰੂਸਰ ਜਲਾਲ, ਇਹ 4 ਘਟਨਾਵਾਂ ਇੱਕੋ ਬੰਦਿਆਂ ਨੇ ਕੀਤੀਆਂ ਨੇ ਕਿਉਂਕਿ ਇਹਨਾਂ ਦਾ ਪੈਟਰਨ ਇੱਕੋ ਆ। ਬਾਕੀ ਥਾਵਾਂ ਦੇ ਉੱਪਰ ਜਿੱਥੇ ਵੀ ਹੋਈਆਂ, ਉੱਥੇ ਕਿਸੇ ਨੇ ਕਿਸੇ ਵੀ ਕਾਰਨ ਮਹਾਰਾਜ ਦੇ ਅੰਗ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੁਮਾਲਾ ਸਾਹਿਬ ਚੱਕ ਕੇ ਉਨੀ ਕੁ ਬੇਅਦਬੀ ਕੀਤੀ। ਉਹ ਘਟਨਾਵਾਂ ਜਿਹੜੀਆਂ ਉਹ ਵੱਖਰੀਆਂ ਨੇ, ਪਰ ਇਹ 4 ਹੀ ਘਟਨਾਵਾਂ ਇੱਕੋ ਜਿਹੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਸਾਰਾ ਕੁਝ ਸੀਕ੍ਰੇਸੀ ਦੇ ਦੌਰਾਨ ਵਾਪਰਿਆ। ਜਿੰਨੀ ਵੀ ਬੇਅਦਬੀ ਹੋਈ ਉਸ ਸਮੇਂ ਦੌਰਾਨ ਕੋਈ ਵੀ ਉੱਥੇ ਮੌਜੂਦ ਨਹੀਂ ਸੀਗਾ। ਜਿਹੜੇ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਬੜੇ ਅਕੈਹ ਤਰੀਕੇ ਦੇ ਨਾਲ ਕੀਤੀ ਗਈ, ਉਹ ਸਾਰੀ ਚੋਰੀ ਛਿਪੇ ਰਾਤ ਨੂੰ ਕੀਤੀ ਗਈ ਹੈ।
ਵੀ ਇਹ ਤੁਸੀਂ ਦੇਖਿਓ ਵੀ ਇਹ ਜਿਹੜੇ ਅੰਗ ਵੀ ਹੈਗੇ ਹੋ ਸਕਦਾ ਇੱਕੋ ਸਰੂਪ ਦੇ ਹੋਣ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਬਾਅਦ ਦੇ ਵਿੱਚ ਜਾਂਚ ਦੇ ਵਿੱਚੋਂ ਆਈਆਂ, ਕਿਉਂਕਿ ਜਿਹੜੇ ਪੈਟਰਨ ਆ, ਜਿਹੜਾ ਨਕਸ਼ ਆ ਕਿਸੇ ਵੀ ਜੁਰਮ ਦੇ ਹੋਣ ਦਾ, ਉਹ ਤੁਸੀਂ ਜਿੰਨਾ ਮਰਜ਼ੀ ਲੁਕਾ ਲਓ, ਉਹ ਆਪਣੀ ਛਾਪ ਛੱਡਦਾ ਹੀ ਛੱਡਦਾ, ਤੇ ਉਹਦੇ ਤੋਂ ਤੁਸੀਂ ਫੜ ਸਕਦੇ ਆ ਗੱਲਾਂ ਨੂੰ। ਹੁਣ ਇਹ ਇੱਕ ਕਿਤਾਬ ਬੀਤੇ ਦਿਨੀ ਜਾਰੀ ਹੋਈ ਹੈ, ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਚਸ਼ਮਦੀਦ ਗਵਾਹਾਂ ਅਤੇ ਸਬੂਤਾਂ ਦੀ ਜ਼ਬਾਨੀ। ਇਹਦੇ ਵਿੱਚ ਜਿਹੜੇ ਦੱਖਣੀ ਸੂਬੇ ਹੈਗੇ ਆ ਅਤੇ ਕੇਂਦਰੀ ਭਾਰਤ ਦੇ ਸੂਬੇ ਹੈਗੇ, ਹਾਲ ਦੀ ਘੜੀ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਨਸ਼ਰ ਹੋਈ ਹੈ। ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਦੇ ਸਮੇਂ ਦੇ ਦੌਰਾਨ ਸਰਦਾਰ ਗੁਰਜੰਟ ਸਿੰਘ ਹੋਣਾ ਨੇ ਪੂਰੇ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਨੇ ਹਰ ਉਸ ਥਾਂ ਦੇ ਉੱਪਰ ਕੋਸ਼ਿਸ਼ ਕੀਤੀ ਕਿ ਜਿੱਥੇ ਸਿੱਖ ਰਹਿ ਰਹੇ ਆ, ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਘਟਨਾਵਾਂ ਵਾਪਰੀਆਂ, ਉੱਥੇ ਜਾ ਕੇ ਗਵਾਹਾਂ ਦੇ ਨਾਲ ਗੱਲਬਾਤ ਕੀਤੀ, ਉੱਥੋਂ ਰਿਕਾਰਡ ਹਾਸਲ ਕੀਤਾ। ਅਤੇ ਖਾਸ ਤੌਰ ਦੇ ਉੱਪਰ ਜਿਹੜੀ ਗੱਲ ਅਸੀਂ ਪਿਛਲੇ ਸਮੇਂ 'ਚ ਕਰ ਰਹੇ ਸੀਗੇ ਕਿ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਹੜਾ ਹਮਲਾ ਉਹ ਇਕੱਲਾ ਜੂਨ ਦੇ ਵਿੱਚ ਨਹੀਂ ਹੋਇਆ, ਨਵੰਬਰ ਦੇ ਵਿੱਚ ਉਸ ਤੋਂ ਵੱਧ ਗੁਰਦੁਆਰਿਆਂ ਦੇ ਉੱਪਰ ਹਮਲਾ ਹੋਇਆ। ਸੋ ਉਹ ਇੱਕ ਨੁਕਤਾ ਉਹਨਾਂ ਨੇ ਕੇਂਦਰ ਦੇ ਵਿੱਚ ਰੱਖਿਆ। ਇਹਦੇ ਵਿੱਚ ਉਹਨਾਂ ਨੇ ਮਤਲਬ ਇਹ ਗੱਲ ਦੱਸੀ ਹੈ, ਸਿੱਖ ਨਸਲਕੁਸ਼ੀ ਦੌਰਾਨ ਮੱਧ ਪ੍ਰਦੇਸ਼ 'ਚ ਪੈਂਦੇ 33 ਗੁਰਦੁਆਰਾ ਸਾਹਿਬਾਨ 'ਤੇ ਹਮਲੇ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਦੇ 52 ਸਰੂਪ ਅਗਨ ਭੇਟ ਹੋਏ। ਕੁਝ ਗੁਰਦੁਆਰਾ ਸਾਹਿਬਾਨ ਅਜਿਹੇ ਹਨ ਜੋ ਮੁੜ ਕੇ ਦੁਬਾਰਾ ਨਹੀਂ ਬਣ ਸਕੇ। ਇਹ ਗੁਰਦੁਆਰਾ ਸਾਹਿਬਾਨ ਹਨ ਗੁਰਦੁਆਰਾ ਪਿਆਊ ਸਾਹਿਬ ਗਵਾਲੀਅਰ, ਗੁਰਦੁਆਰਾ ਗੁਰੂ ਸਿੰਘ ਸਭਾ ਗੈਰਤਗੰਜ ਅਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਸ਼ਨ ਬਡੌਲੀ। ਇਹਦੇ ਵਿੱਚ ਹੀ ਉਹ ਇੱਕ ਪੈਟਰਨ ਦੀ ਜਿਹੜੀ ਗੱਲ ਹੈਗੀ ਉਹ ਕਰਦੇ ਆ। ਉਹ ਕਹਿੰਦੇ ਗੁਰਦੁਆਰਾ ਸਾਹਿਬ ਦੀ ਭੰਨ ਤੋੜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟ ਕਰਨ ਅਤੇ ਉਪਰੰਤ ਗੁਰਦੁਆਰਾ ਸਾਹਿਬ ਨੂੰ ਮੰਦਰ ਵਿੱਚ ਤਬਦੀਲ ਕਰਨਾ, ਇਹ ਸਭ ਫੂਲਬਾਗ, ਗੁਰੂ ਕਾ ਮੰਦਰ, ਹਜ਼ੀਰਾ, ਮੁਰੈਨਾ, ਪਊਆ ਸਾਹਿਬ ਵਿੱਚ ਇੱਕੋ ਤਰੀਕੇ ਵਾਪਰਿਆ। ਜਿਹੜਾ ਇੱਕੋ ਤਰੀਕੇ ਵਾਪਰਿਆ ਆ, ਇਹ ਸ਼ਬਦ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਜਿਹੜਾ ਇਹ ਗੱਲ ਦਰਸਾਉਂਦਾ ਆ ਕਿ ਪੈਟਰਨ ਕੀ ਸੀਗਾ। ਪੈਟਰਨ ਇੱਕੋ ਸੀਗਾ। ਉਹਦੇ ਵਿੱਚ ਤੁਸੀਂ ਦੇਖੋ ਕਿ ਵੋਟਰ ਲਿਸਟਾਂ ਦੇ ਰਾਹੀਂ ਸ਼ਨਾਖਤ ਕਰਨੀ, ਇੱਕੋ ਜਿਹਾ ਜਿਹੜਾ ਚਿੱਟਾ ਪਾਊਡਰ ਹੈ ਉਹ ਸਾਰੀਆਂ ਥਾਵਾਂ ਦੇ ਉੱਪਰ ਦੇਣਾ, ਜਿਹਨੂੰ ਬਹੁਤ ਸਾਰੇ ਪ੍ਰਤੱਖਦਰਸ਼ੀਆਂ ਨੇ ਇਹ ਗੱਲ ਦੱਸੀ ਕਿ ਉਹ ਕੋਈ ਪਾਊਡਰ ਸੁੱਟਦੇ ਸੀਗੇ ਜਿਹਦੇ ਨਾਲ ਇੱਕਦਮ ਅੱਗ ਲੱਗ ਜਾਂਦੀ ਸੀ, ਇੱਕਦਮ ਅੱਗ ਫੜੀ ਜਾਂਦੀ ਸੀਗੀ। ਉਸ ਤੋਂ ਇਲਾਵਾ ਸਰਕਾਰੀ ਟਰਾਂਸਪੋਰਟ ਦਾ ਇਸਤੇਮਾਲ ਕਰਨਾ, ਜਿਹੜੇ ਦਿੱਲੀ ਦੇ ਵਿੱਚ ਇਹ ਗੱਲ ਹੂ ਆਰ ਗਿਲਟੀ ਰਿਪੋਰਟ ਦੇ ਵਿੱਚ ਵੀ ਦਰਜ ਹੈਗੀ ਹੈ ਕਿ ਬੱਸਾਂ, ਸਰਕਾਰੀ ਟਰਾਂਸਪੋਰਟ ਦਾ ਇਸਤੇਮਾਲ ਜਿਹੜਾ ਉਹ ਕੀਤਾ ਗਿਆ। ਦੂਰਦਰਸ਼ਨ ਦੇ ਉੱਪਰ ਖੂਨ ਕਾ ਬਦਲਾ ਖੂਨ ਦੇ ਨਾਅਰੇ ਦਿਖਾਉਣੇ, ਜੋ ਇਹ ਦਿਖਾਉਂਦੇ ਆ ਕਿ ਪਿੱਛੇ ਕੋਈ ਹੈ ਜਿਹੜਾ ਇਹ ਸਾਰੇ ਕਾਸੇ ਨੂੰ ਔਰਗੇਨਾਈਜ਼ ਕਰ ਰਿਹਾ ਆ। ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਜਥੇਬੰਦਕ ਤਿਆਰੀ ਦਾ ਪੜਾਅ ਆ ਉਹ ਸਾਰਾ ਹੀ ਇਸ ਦੌਰਾਨ ਵਾਪਰਿਆ, ਕਿਉਂਕਿ ਸਰਕਾਰ ਨੇ ਇਹ ਨਰੇਟਿਵ ਖੜਾ ਕੀਤਾ ਕਿ ਇੰਦਰਾ ਗਾਂਧੀ ਦਾ ਕਤਲ ਹੋ ਜਾਣ ਕਰਕੇ, ਭਾਈ ਬਿਆਨ ਸਿੰਘ ਸਤਵੰਤ ਸਿੰਘ ਦੇ ਵੱਲੋਂ ਉਹਨੂੰ ਸੋਧ ਦੇਣ ਕਰਕੇ ਇਹ ਵਾਪਰਿਆ ਅਤੇ ਇੱਕਦਮ ਵਾਪਰਿਆ। ਪਰ ਉਸ ਇੱਕਦਮ ਵਾਪਰੇ ਜਿਹੜਾ ਅਖੌਤੀ ਤੌਰ ਦੇ ਉੱਪਰ ਕਿਹਾ ਜਾਂਦਾ, ਉਹ ਜਿਸ ਤਰੀਕੇ ਦੇ ਨਾਲ ਹੋਇਆ ਉਹ ਬਿਨਾਂ ਤਿਆਰੀ ਤੋਂ ਨਹੀਂ ਹੋ ਸਕਦਾ। ਇਹਦੇ ਤੋਂ ਪਤਾ ਲੱਗਦਾ ਕਿ ਜਥੇਬੰਦਕ ਤਿਆਰੀ ਦਾ ਅਮਲ ਕਿੰਨੀ ਤੇਜ਼ੀ ਦੇ ਨਾਲ ਵਾਪਰ ਸਕਦਾ ਆ। ਇਹ ਗੱਲ ਜਿਹੜਾ ਇਹ ਵੀ ਇੱਕ ਸਿੱਖ ਨਸਲਕੁਸ਼ੀ ਦੇ ਦੌਰਾਨ ਸਾਹਮਣੇ ਆਉਂਦਾ ਆ। ਇਸ ਤੋਂ ਬਾਅਦ ਦੇ ਵਿੱਚ ਹੁੰਦਾ ਕਿ ਹਾਸ਼ੀਏ 'ਤੇ ਧੱਕਣਾ, ਮਾਰਜਨਲਾਈਜੇਸ਼ਨ ਕਰਨੀ। ਸਿੱਖਾਂ ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਸਕਦੇ, ਕਿਉਂਕਿ ਜਦੋਂ ਐਮਰਜੈਂਸੀ ਲੱਗੀ, ਐਮਰਜੈਂਸੀ ਦਾ ਸਭ ਤੋਂ ਜ਼ਬਰਦਸਤ ਵਿਰੋਧ ਜਿਹੜਾ ਆ ਉਹ ਸਿੱਖਾਂ ਨੇ ਪੰਜਾਬ ਦੇ ਵਿੱਚੋਂ ਕੀਤਾ ਔਰ ਸਕਸੈਸਫੁਲੀ ਕੀਤਾ। ਇੰਡੀਆ ਦੇ ਵਿੱਚ ਇੱਕ ਬੜਾ ਜ਼ੋਰਾਵਰ ਅਮਲ ਜਿਹੜਾ ਆ ਉਹ ਸੱਤਾ ਦੇ ਅਤੇ ਤਾਕਤ ਦੇ ਕੇਂਦਰੀਕਰਨ ਦਾ ਚੱਲ ਰਿਹਾ ਸੀਗਾ। ਜਦੋਂ ਪੂਰੇ ਆਪਣੇ ਸ਼ਿਖਰ ਦੇ ਉੱਪਰ ਸੀਗਾ, ਜਦੋਂ ਉਸ ਕੇਂਦਰੀਕਰਨ ਦਾ ਰਥ ਪੂਰੇ ਵੇਗ ਦੇ ਨਾਲ ਦੌੜ ਰਿਹਾ ਸੀਗਾ, ਉਦੋਂ ਪੰਜਾਬ ਦੇ ਵਿੱਚੋਂ ਸਿੱਖਾਂ ਨੇ ਉਹਦੀਆਂ ਘੋੜਿਆਂ ਦੀਆਂ ਲਗਾਮਾਂ ਫੜ ਕੇ ਉਹਨੂੰ ਥੰਮਿਆ। ਜਦੋਂ ਉਹਨੂੰ ਥੰਮਿਆ ਤਾਂ ਉਹਦੇ ਵਿੱਚੋਂ ਸਟੇਟ ਨੇ ਇਹ ਗੱਲ ਆਇਡੈਂਟੀਫਾਈ ਕਰ ਲਈ ਕਿ ਇਸ ਹਿੱਸੇ ਦੀ ਸਮਰੱਥਾ ਕਰਕੇ, ਇਹਨਾਂ ਦੇ ਵੱਲੋਂ ਦਿਖਾਈ ਦ੍ਰਿੜਤਾ ਕਰਕੇ ਅਤੇ ਇਹਨਾਂ ਦੇ ਇਤਿਹਾਸ ਕਰਕੇ ਕਿ ਇਹ ਇਸ ਤਰ੍ਹਾਂ ਦਾ ਹਿੱਸਾ ਹੈਗਾ ਕਿ ਜਿਹੜਾ ਇਸ ਸਾਰੇ ਅਮਲ ਦੇ ਰਾਹ ਦੇ ਵਿੱਚ ਵੱਡੀ ਸਮੱਸਿਆ ਬਣ ਸਕਦਾ। ਦੂਸਰੀ ਗੱਲ, ਜਿੰਨੇ ਵੀ ਇੰਡੀਆ ਦੇ ਵਿੱਚ ਸੱਤਾ ਦੇ ਕੇਂਦਰੀਕਰਨ ਦੇ ਮੁਖਾਲਫਤ ਵਾਲੀਆਂ ਧਿਰਾਂ ਸੀਗੀਆਂ, ਉਹਦੇ ਵਿਰੋਧ ਵਾਲੀਆਂ ਧਿਰਾਂ ਸੀਗੀਆਂ, ਚਾਹੇ ਉਹ ਵੱਖਰੀਆਂ ਕੌਮੀਅਤਾਂ ਸੀਗੀਆਂ, ਚਾਹੇ ਉਹ ਵੱਖਰੀ ਪਛਾਣ ਵਾਲੇ ਲੋਕ ਸੀਗੇ, ਚਾਹੇ ਉਹ ਜਿਹਨੂੰ ਅਖੌਤੀ ਦਲਿਤ ਵਰਗ ਜਾਂ ਉਹ ਕਿਹਾ ਜਾਂਦਾ ਉਹ ਸੀਗੇ,
ਜਿਹੜੇ ਕਿ ਬਿੱਪਰਵਾਦ ਦੇ ਨਪੀੜੇ ਹੋਏ ਆ, ਉਹ ਸਾਰੇ ਹੀ ਲਗਭਗ ਇਸ ਗੱਲ ਦੇ ਉੱਪਰ ਹਾਮੀ ਸੀਗੇ ਕਿ ਜੇਕਰ ਇੱਥੇ ਸੱਤਾ ਦੇ ਕੇਂਦਰੀਕਰਨ ਦੇ ਬਰਖਲਾਫ ਤੇ ਵੱਖ-ਵੱਖ ਹਿੱਸਿਆਂ ਦੀ ਆਜ਼ਾਦੀ ਦੇ ਵਾਸਤੇ, ਉਹਨਾਂ ਦੇ ਅਧਿਕਾਰਾਂ ਦੇ ਵਾਸਤੇ ਕੋਈ ਸਾਂਝੀ ਸਟਰਗਲ ਬਣਦੀ ਹੈ ਤੇ ਉਹਦੀ ਅਗਵਾਈ ਜਿਹੜੀ ਆ ਉਹ ਸਿੱਖਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ। ਆਪਣੇ ਇਤਿਹਾਸ ਕਰਕੇ ਵੀ ਸਿੱਖਾਂ ਨੇ ਪਹਿਲਾਂ ਰਾਖੀ ਪ੍ਰਬੰਧ ਦੇ ਰਾਹੀਂ ਅਜਿਹੇ ਸਿਸਟਮ ਜਾਂ ਖਾਲਸਾ ਰਾਜ ਦੇ ਦੌਰਾਨ ਦਿਖਾਏ ਹੋਏ ਸੀਗੇ। ਉਦੋਂ ਸਟੇਟ ਨੇ ਇਹ ਗੱਲ ਦੇਖੀ ਕਿ ਇਹਨਾਂ ਨੂੰ ਅੰਗੇਜ ਕਰਨਾ ਇਸ ਤਰੀਕੇ ਦੇ ਨਾਲ ਇਹ ਜ਼ਰੂਰੀ ਹੈ। ਔਰ 77 ਤੋਂ ਲੈ ਕੇ 82-83 ਤੱਕ ਦੀਆਂ ਜਿਹੜੀਆਂ ਘਟਨਾਵਾਂ ਆ, ਉਹ ਪੰਜਾਬ ਦੇ ਵਿੱਚ ਬਿਲਕੁਲ ਉਸ ਤਰ੍ਹਾਂ ਦਾ ਸਮਾਂ ਸੀਗਾ ਜਿੱਥੇ ਮਿੱਥ ਕੇ ਮਸਲੇ ਖੜੇ ਕੀਤੇ ਗਏ। ਉਹਨਾਂ ਮਸਲਿਆਂ ਨੂੰ ਫਿਰ ਹੱਲ ਨਹੀਂ ਕੀਤਾ ਗਿਆ। ਉਹਨਾਂ ਨੂੰ ਪਤਾ ਕਿ ਸਿੱਖਾਂ ਦਾ ਸੈਂਸਿਟਿਵ ਨਰਵ ਕਿਹੜਾ ਹੈਗਾ ਆ ਕਿ ਜਿਹਨੂੰ ਦੱਬਾਂਗੇ ਤਾਂ ਇਹ ਬਹੁਤ ਜ਼ਿਆਦਾ ਵਿਚਲਿਤ ਹੋਣਗੇ। ਉਹਨਾਂ ਨੇ ਉਹੀ ਕੰਮ ਕੀਤਾ। ਉਸ ਤੋਂ ਬਾਅਦ ਦੇ ਵਿੱਚ ਉਹ ਕਰਨ ਵਾਲਿਆਂ ਦੀ ਪ੍ਰੋਟੈਕਸ਼ਨ ਕੀਤੀ ਅਤੇ ਜਿਹਦੇ ਵਿੱਚੋਂ ਇੱਕ ਅਜਿਹਾ ਮਾਹੌਲ ਖੜਾ ਹੋਇਆ, ਉਹ ਸਾਰੇ ਮਾਹੌਲ ਨੂੰ ਉਹਨਾਂ ਨੇ ਸਿੱਖਾਂ ਨੂੰ ਆਈਸੋਲੇਟ ਕਰਨ ਦੇ ਵਾਸਤੇ ਵਰਤਿਆ। ਸੋ ਇਹ ਪੜਾਅ ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ। ਔਰ ਆਮ ਤੌਰ ਦੇ ਉੱਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸੇ ਦੇ ਵੱਲੋਂ ਵੀ ਇਸ ਗੱਲ ਤੋਂ, ਜਿਹੜੇ ਬੰਦਿਆਂ ਨੇ ਨਹੀਂ, ਸਮਾਜ ਦਾ ਵੱਡਾ ਹਿੱਸਾ ਸਿੱਖਾਂ ਦੇ ਕਤਲੇਆਮ ਦੇ ਖਿਲਾਫ ਨਹੀਂ ਖੜਾ ਹੋਇਆ, ਉਹਦੇ ਇੱਕ ਤਾਂ ਸਿਧਾਂਤਕ ਕਾਰਨ ਪਏ ਹੋਏ ਆ, ਬਿੱਪਰਵਾਦ ਦੀ ਉਸ ਤਰ੍ਹਾਂ ਦੇ ਨਾਲ ਰਸਾਈ, ਪਰ ਉਹਦੇ ਵਿੱਚ ਜਿਹੜਾ ਇਹ ਇੰਨਾ ਮਾਰਜਨਲਾਈਜੇਸ਼ਨ ਦਾ ਪ੍ਰੋਸੈਸ ਚਲਾਇਆ ਗਿਆ, ਇਹਦਾ ਵੀ ਬਹੁਤ ਵੱਡਾ ਰੋਲ ਸੀਗਾ। ਔਰ ਹੁਣ ਕਿਸਾਨ ਅੰਦੋਲਨ ਤੋਂ ਬਾਅਦ ਸੇਮ ਸਿਚੁਏਸ਼ਨ ਦੇ ਵਿੱਚ ਅਸੀਂ ਦੁਬਾਰਾ ਖੜ੍ਹੇ ਹਾਂ ਕਿ ਜਿੱਥੇ ਸਟੇਟ ਨੇ 2021-22 ਤੋਂ ਦੁਬਾਰਾ ਫਿਰ ਉਹੀ ਅਮਲ ਜਿਹੜਾ ਆ 77 ਤੋਂ 82-83 ਵਾਲਾ ਉਹ ਸ਼ੁਰੂ ਕੀਤਾ ਹੋਇਆ। ਤੁਸੀਂ ਇਸ ਨਜ਼ਰੀਏ ਤੋਂ ਪੰਜਾਬ ਦੇ ਵਿੱਚ ਘਟਨਾਵਾਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਧਿਰਾਂ ਉਹ ਖੜੀਆਂ ਕੀਤੀਆਂ ਜਾ ਰਹੀਆਂ, ਕਨਫਲਿਕਟ ਪੈਦਾ ਕੀਤਾ ਜਾ ਰਿਹਾ ਔਰ ਜਿਹੜੇ ਕਰ ਰਹੇ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਔਰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਜਿਹੜੀਆਂ ਤੁਹਾਨੂੰ ਪ੍ਰਵੋਕ ਕਰਨ। ਸਰਸੇ ਵਾਲੇ ਨੂੰ ਮਤਲਬ ਇੱਕ ਰੇਪ ਕਨਵਿਕਟ, ਡਬਲ ਮਰਡਰ ਕਨਵਿਕਟ, ਉਹਨੂੰ ਲੈ ਕੇ ਆਉਣਾ ਪਰੋਲ ਦੇ ਵਿੱਚ ਅਤੇ ਇਹ ਗੱਲ ਚਲਾਉਣੀ ਕਿ ਪੰਜਾਬ ਦੇ ਵਿੱਚ ਅਸੀਂ ਉਹਨੂੰ ਦੁਬਾਰਾ ਲੈ ਕੇ ਆਵਾਂਗੇ ਜਾਂ ਪੰਜਾਬ ਦੇ ਵਿੱਚ ਉਹ ਆਊਗਾ, ਆਪਦੇ ਪ੍ਰੋਗਰਾਮ ਕਰੂਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਦਿਖਾਉਂਦੀਆਂ ਕਿ ਮਾਰਜਨਲਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਆ ਇਹ ਕਿੰਨੇ ਲੰਬੇ ਸਮੇਂ ਤੋਂ ਚੱਲਦਾ ਹੋ ਸਕਦਾ ਹੈ। ਔਰ ਇਹੀ ਕਾਰਨ ਹੁੰਦਾ ਹੈ ਕਿ ਜਿੱਥੇ ਇੰਨਾ ਜ਼ਿਆਦਾ ਨਖੇੜ ਕੇ ਬਿਲਕੁਲ ਉਸ ਹਾਸ਼ੀਏ 'ਤੇ ਧੱਕ ਦਿੱਤਾ ਜਾਂਦਾ ਹੈ ਜਿੱਥੇ ਕੋਈ ਵੀ ਵੱਡੇ ਸਮੂਹਕ ਪੱਧਰ ਦੇ ਉੱਪਰ ਤੁਹਾਡੇ ਹੱਕ ਦੇ ਵਿੱਚ ਨਹੀਂ ਆਉਂਦਾ। ਔਰ ਇਹ ਸਿਰਫ ਇੱਥੇ ਨਹੀਂ, ਇਹ ਸਾਰੀਆਂ ਥਾਵਾਂ ਦੇ ਉੱਪਰ ਹੀ ਇਹ ਗੱਲ ਜਿਹੜੀ ਆ ਉਹ ਵਾਪਰਦੀ ਆ। ਬਹੁਤ ਥੋੜ੍ਹੇ ਹਿੱਸੇ ਹੁੰਦੇ ਆ। ਤੁਸੀਂ ਯਹੂਦੀਆਂ ਦੇ ਮਾਮਲੇ 'ਚ ਗਿਣੇ ਚੁਣੇ ਸ਼ਿੰਡਲਰਜ਼ ਲਿਸਟ ਜਿਹੜੀ ਮੂਵੀ ਹੈਗੀ ਉਹ ਦੇਖੋਗੇ ਅਤੇ ਉਹਦੇ 'ਚ ਦੇਖੋਗੇ ਕਿ ਕਿਸ ਤਰੀਕਾਂ ਦੇ ਨਾਲ ਥੋੜ੍ਹੇ ਜਿਹੇ ਹਿੱਸੇ ਸੀਗੇ ਜਿਹੜੇ ਇਸ ਤਰੀਕੇ ਦੇ ਨਾਲ ਸੀਗਾ ਕਿ ਜੇ ਕੋਈ ਬੰਦੇ ਬਚਾਏ ਜਾ ਸਕਦੇ ਉਹਨਾਂ ਨੂੰ ਬਚਾਇਆ ਜਾਵੇ। ਜਾਂ ਹੋਟਲ ਰਵਾਂਡਾ, ਜਦੋਂ ਰਵਾਂਡਾ ਦੇ ਵਿੱਚ ਕਤਲੇਆਮ ਹੋਇਆ ਅਤੇ ਉਹ ਪੌਲ ਰਸੂਸੇ ਬਗੀਨਾ ਦੀ ਜਿਹੜੀ ਉਹ ਕਹਾਣੀ ਹੈਗੀ ਉਹਦੇ 'ਚੋਂ ਪਤਾ ਲੱਗਦਾ ਕਿ ਬਹੁਤ ਥੋੜ੍ਹਾ ਹਿੱਸਾ ਹੁੰਦਾ, ਬਹੁਤਾਤ ਹਿੱਸਾ ਜਿਹੜਾ ਆ ਉਹ ਸ਼ਮੂਲੀਅਤ ਕਰ ਰਿਹਾ ਹੁੰਦਾ ਜਾਂ ਮੂਕ ਸਹਿਮਤੀ ਦੇ ਰਿਹਾ ਹੁੰਦਾ। ਉਹਦੇ ਪਿੱਛੇ ਇਹ ਜਿਹੜਾ ਹਾਸ਼ੀਏ 'ਤੇ ਧੱਕਣ ਜਾਂ ਮਾਰਜਨਲਾਈਜੇਸ਼ਨ ਦਾ ਸਾਰਾ ਅਮਲ ਹੈ ਉਹ ਕੰਮ ਕਰ ਰਿਹਾ ਹੁੰਦਾ। ਉਸ ਤੋਂ ਬਾਅਦ ਦੇ ਵਿੱਚ ਹੁੰਦਾ ਕਿ ਕਤਲੇਆਮ ਦੀ ਤਿਆਰੀ ਕਰਨੀ। ਆਮ ਤੌਰ ਦੇ ਉੱਪਰ ਜਿਹੜੇ ਕਤਲੇਆਮ ਸ਼ੁਰੂ ਹੁੰਦੇ ਆ ਉਹ ਕਿਸੇ ਵੱਡੀ ਘਟਨਾ ਦਾ ਬਹਾਨਾ ਬਣਾ ਕੇ ਸ਼ੁਰੂ ਹੁੰਦੇ ਆ ਔਰ ਉਹਦੇ ਵਾਸਤੇ ਜਿੰਨਾ ਸਾਰਾ ਪ੍ਰੋਸੈਸ, ਜਿਹੜੀ ਜਥੇਬੰਦਕ ਤਿਆਰੀ ਜਾਂ ਅਮਲ ਇਹ ਸਾਰਾ ਚੱਲ ਰਿਹਾ ਹੁੰਦਾ ਉਹਨੂੰ ਫਿਰ ਕਤਲੇਆਮ ਦੇ ਵਿੱਚ ਟਰਾਂਸਲੇਟ ਕੀਤਾ ਜਾਂਦਾ ਆ। ਉਹ ਮਾਮਲੇ ਦੇ ਵਿੱਚ ਆਪਾਂ ਉਹ ਸਾਰੀਆਂ ਗੱਲਾਂ ਹੀ ਗਿਣ ਸਕਦੇ ਹਾਂ ਵੀ ਕਿਸ ਤਰ੍ਹਾਂ ਸਾਰੀਆਂ ਥਾਵਾਂ ਦੇ ਉੱਪਰ ਪੈਟਰਨ ਇੱਕ ਸੀਗਾ, ਕਿਸ ਤਰ੍ਹਾਂ ਕਤਲ ਕਰਨ ਦੇ ਵਾਸਤੇ ਉਸੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਥਾਵਾਂ ਦੇ ਉੱਪਰ ਮੁਹੱਈਆ ਕਰਵਾਈਆਂ ਗਈਆਂ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਗਲਾ ਪੜਾਅ ਆ ਉਹ ਹੈਗਾ ਕਤਲੇਆਮ ਦਾ, ਕਿ ਕਤਲੇਆਮ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸੇ ਵੱਡੀ ਘਟਨਾ ਤੋਂ ਕੀਤੀ ਜਾਂਦੀ ਹੈ ਅਤੇ ਆਮ ਤੌਰ ਦੇ ਉੱਪਰ ਕਿਹਾ ਜਾਂਦਾ ਕਿ ਇਹ ਇਸ ਘਟਨਾ ਦਾ ਰਿਐਕਸ਼ਨ ਹੈ। ਜਿਸ ਤਰ੍ਹਾਂ ਯਹੂਦੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਸੰਸਾਰ ਜੰਗ ਦੇ ਦੌਰਾਨ ਇਹ ਕੀਤਾ ਗਿਆ ਵੀ ਇਹ ਤਾਂ ਜੰਗ ਦੇ ਹਾਲਾਤ ਸੀਗੇ, ਉਹਦੇ ਵਿੱਚ ਇਹ ਵਾਪਰਿਆ ਆ। ਇਸੇ ਤਰ੍ਹਾਂ ਹੀ ਜਦੋਂ 1994 ਦੇ ਵਿੱਚ ਰਵਾਂਡਾ ਦੇ ਵਿੱਚ ਸ਼ੁਰੂ ਹੋਇਆ ਅਤੇ ਉਦੋਂ ਜਿਹੜੀ ਹੁੱਤੂ ਪਾਰਟੀ ਸੀਗੀ ਉਹ ਉੱਥੇ ਪਾਵਰ ਦੇ ਵਿੱਚ ਸੀਗੀ, ਉਹਨਾਂ ਦੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ ਹਵਾਈ ਜਹਾਜ਼ ਦੇ ਹਾਦਸੇ ਦੇ ਵਿੱਚ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਤੁਤਸੀ ਲੜਾਕੂ ਹੈ ਜਾਂ ਖਾੜਕੂ ਹੈ ਉਹਨਾਂ ਦੇ ਵੱਲੋਂ ਇਹਨੂੰ ਕਤਲ ਕੀਤਾ ਗਿਆ। ਇਸ ਕਰਕੇ ਮਤਲਬ ਉੱਥੇ ਕਤਲੇਆਮ ਦੀ ਸ਼ੁਰੂਆਤ ਹੁੰਦੀ ਹੈ। ਔਰ
ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਗੱਲ ਕਹੀ ਗਈ ਕਿ ਇੰਦਰਾ ਗਾਂਧੀ ਦੇ ਨਾਲ ਲੋਕਾਂ ਦੀ ਬਹੁਤ ਜ਼ਿਆਦਾ ਮਤਲਬ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀਗੀਆਂ ਤੇ ਉਹਦਾ ਕਤਲ ਹੋ ਗਿਆ ਤੇ ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਭੜਕ ਗਈਆਂ ਤੇ ਉਹਨਾਂ ਨੇ ਮਤਲਬ ਇੱਕਦਮ ਜਿਹੜਾ ਕਤਲੇਆਮ ਕਰਨਾ ਉਹ ਸ਼ੁਰੂ ਕਰ ਦਿੱਤਾ। ਆਮ ਦੇਖਿਆ ਇਹ ਗੱਲ ਜਚਵੀਂ ਕਈ ਲੋਕਾਂ ਨੂੰ ਲੱਗਦੀ ਹੈ, ਕਈ ਸਵਾਲ ਵੀ ਕਰਦੇ ਆ ਵੀ ਇਹ ਤਾਂ ਇੰਦਰਾ ਗਾਂਧੀ ਦੇ ਕਤਲ ਕਰਕੇ ਹੋਇਆ, ਪਰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਕਿ ਜਿਹੜਾ ਨਸਲਕੁਸ਼ੀ ਦਾ ਇਹ ਕਤਲੇਆਮ ਦਾ ਪੜਾਅ ਆ ਉਹ ਕਿਸੇ ਨਾ ਕਿਸੇ ਘਟਨਾ ਨੂੰ ਬਹਾਨਾ ਬਣਾ ਕੇ ਹੀ ਕੀਤਾ ਜਾਂਦਾ ਆ। ਸੋ ਜੇ ਕਿਸੇ ਵੱਡੇ ਘਟਨਾਕ੍ਰਮ ਜਾਂ ਕਿਸੇ ਆਗੂ ਦੀ ਮੌਤ ਕਰਕੇ ਹੋਇਆ ਵੀ ਇਸ ਕਰਕੇ ਨਸਲਕੁਸ਼ੀ ਨਹੀਂ ਹੈਗੀ, ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ। ਔਰ ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਉਹ ਪਈਆਂ ਹੋਈਆਂ। ਇੱਕ ਪੜਾਅ ਜਿਹੜਾ ਆ ਨਸਲਕੁਸ਼ੀ ਦਾ, ਕਤਲੇਆਮ ਜਿਹੜਾ ਉਹ ਵੀ ਇੱਕ ਹੱਦ ਤੱਕ ਹੀ ਜਾਰੀ ਰਹਿੰਦਾ ਆ। ਜਿਸ ਤਰ੍ਹਾਂ ਆਪਾਂ ਰਵਾਂਡਾ ਦੀ ਗੱਲ ਕੀਤੀ ਕਿ ਉੱਥੇ 100 ਦਿਨ ਦੇ ਕਰੀਬ ਜਿਹੜਾ ਆ ਉਹ ਕਤਲੇਆਮ ਚੱਲਿਆ। ਯੂਨਾਈਟਿਡ ਨੇਸ਼ਨਸ ਨੂੰ 5 ਸਾਲ ਪਹਿਲਾਂ ਵਾਰਨਿੰਗ ਭੇਜੀ ਗਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਮੌਕੇ ਦੇ ਉੱਪਰ ਜੈਨੋਸਾਈਡ ਦੀ ਗੱਲ ਹੁੰਦੀ ਰਹੀ ਕਿ ਰਵਾਂਡਾ 'ਚ ਜੈਨੋਸਾਈਡ ਹੋ ਰਿਹਾ। ਯੂਨਾਈਟਿਡ ਨੇਸ਼ਨਸ ਦਾ ਹੀ ਪੀਸ ਕੀਪਿੰਗ ਫੋਰਸਿਸ ਸੀਗੀਆਂ ਮੌਜੂਦ ਉੱਥੇ, ਉਹ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਪੀਸ ਕੀਪਿੰਗ ਫੋਰਸ ਹੈ, ਸ਼ਾਂਤੀ ਨੂੰ ਬਚਾ ਕੇ ਰੱਖਣ ਵਾਲੀ ਫੋਰਸ ਹੈ, ਪੀਸ ਐਨਫੋਰਸਿੰਗ ਫੋਰਸ ਨਹੀਂ ਹੈਗੇ, ਅਸੀਂ ਸ਼ਾਂਤੀ ਨੂੰ ਲਾਗੂ ਕਰਨ ਵਾਲੀ ਫੋਰਸ ਨਹੀਂ ਹੈਗੇ। ਵੀ ਜੇ ਤਾਂ ਸ਼ਾਂਤੀ ਹੈਗੀ ਆ ਤਾਂ ਅਸੀਂ ਬਚਾ ਕੇ ਰੱਖਾਂਗੇ, ਜੇ ਅਮਨ ਕਾਨੂੰਨ ਹੈਗਾ, ਜੇ ਨਹੀਂ ਹੈਗਾ ਤਾਂ ਅਸੀਂ ਮਤਲਬ ਉਹਨੂੰ ਥੋਪਾਂਗੇ ਨਹੀਂ, ਉੱਥੇ ਲਿਆ ਨਹੀਂ ਸਕਦੇ ਅਸੀਂ। ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਜਾਂਦਾ ਸੀਗਾ ਕਿ ਰਵਾਂਡਾ 'ਚ ਜੋ ਵਾਪਰ ਰਿਹਾ ਉਹਨੂੰ ਕਿਹਾ ਜਾ ਰਿਹਾ ਕਿ ਜੈਨੋਸਾਈਡ ਆ, ਤੇ ਉਹ ਅੱਗੇ ਇਹ ਜਵਾਬ ਦਿੰਦੇ ਸੀ ਕਿ ਬੜੀ ਟੈਕਨੀਕਲੀ ਲੋਡਡ ਟਰਮ ਹੈ, ਇਹਨੂੰ ਵਰਤਣ ਲੱਗਿਆਂ ਗੁਰੇਜ਼ ਕਰਨਾ ਚਾਹੀਦਾ। ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਉੱਥੇ 100 ਦਿਨਾਂ ਦੇ ਦੌਰਾਨ 8 ਤੋਂ 10 ਲੋਕ ਜਿਹੜੇ ਆ ਉਹਨਾਂ ਦਾ ਘਾਣ ਵਾਪਰਿਆ। ਸੋ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਵਾਪਰਿਆ, ਕਿੰਨੇ ਪ੍ਰਮਾਣ ਜਿਹੜੇ ਇਸ ਗੱਲ ਦੇ ਸਾਹਮਣੇ ਆ ਗਏ ਕਿ ਜਿੱਥੇ ਫੌਜ ਕਹਿੰਦੀ ਰਹੀ ਕਿ ਸਾਨੂੰ ਡਿਪਲੋਏ ਕਰੋ, ਕੁਛ ਅਫਸਰ ਸੀਗੇ ਜਿਹੜੇ ਕਹਿੰਦੇ ਰਹੇ ਕਿ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਉਹ ਨਹੀਂ ਦਿੱਤੀ ਜਾਂਦੀ ਰਹੀ। ਔਰ ਕਿੰਨੀਆਂ ਥਾਵਾਂ ਦੇ ਉੱਪਰ ਇਹ ਵਾਪਰਿਆ ਕਿ ਜਿੱਥੇ ਸਿੱਖਾਂ ਕੋਲ ਅੱਗੇ ਸ਼ਸਤਰ ਸੀਗੇ, ਅਸਲਾ ਸੀਗਾ ਲਾਇਸੈਂਸੀ, ਉਹਨਾਂ ਨੇ ਅੱਗੇ ਉਹ ਮੁਕਾਬਲਾ ਕੀਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਉੱਥੇ ਆਈ, ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਸਮਾਜ ਦਾ ਹਾਲਾਤ ਨਾ ਵਿਗੜ ਜਾਵੇ, ਇੰਨੀ ਵੱਡੀ ਗੱਲ ਵਾਪਰ ਗਈ, ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਤੁਸੀਂ ਆਪਣੇ ਹਥਿਆਰ ਦੇ ਦਿਓ। ਹਥਿਆਰ ਉਹਨਾਂ ਨੇ ਜਿਹੜੇ ਆ ਉਹ ਲੈ ਲਏ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਪਾਸੇ ਹਟ ਗਈ ਤੇ ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਉਹਨਾਂ ਲੋਕਾਂ ਦਾ ਘਾਣ ਜਿਹੜਾ ਉਹ ਕੀਤਾ। ਔਰ ਕੁਝ ਇੱਕ ਥਾਵਾਂ ਦੇ ਉੱਪਰ ਜਿੱਥੇ ਬੰਦੇ ਡਟੇ ਉਹਨਾਂ ਨੇ ਪੁਲਿਸ ਵਾਲੇ ਵੀ ਮਾਰੇ, ਜਿੱਥੇ ਪੁਲਿਸ ਵਾਲੇ ਮਾਰੇ ਚਲੋ ਉਹਨਾਂ ਨੇ ਸਜ਼ਾਵਾਂ ਭੁਗਤੀਆਂ, ਕੁਛ ਵੀ ਹੋਇਆ, ਪਰ ਉਹਨਾਂ ਨੇ ਆਪਣੇ ਭਾਈਚਾਰੇ ਦਾ ਕਤਲੇਆਮ ਹੋਣੋਂ ਜਿਹੜਾ ਸੀਗਾ ਉਹ ਬਚਾ ਲਿਆ। ਸੋ ਇਸ ਤਰੀਕੇ ਦੇ ਨਾਲ, ਪਰ ਜਿਹੜਾ ਕਤਲੇਆਮ ਹੈ ਉਹ ਕਦੀ ਨਾ ਕਦੀ ਜਾ ਕੇ ਰੁਕਦਾ ਆ। ਯਹੂਦੀਆਂ ਦੇ ਮਾਮਲੇ 'ਚ ਕਈ ਸਾਲਾਂ ਤੱਕ ਕੰਸਨਟ੍ਰੇਸ਼ਨ ਕੈਂਪਾਂ ਦੇ ਰਾਹੀਂ ਚੱਲਿਆ ਸਾਰਾ ਕੁਛ, ਪਰ ਸੰਸਾਰ ਜੰਗ ਤੋਂ ਬਾਅਦ ਉਹ ਵੀ ਬੰਦ ਹੋਇਆ, ਰੁਕਿਆ। ਉਹ ਸਰੀਰਕ ਕਤਲੇਆਮ ਦਾ ਜਿਹੜਾ ਪੜਾਅ ਆ ਰਵਾਂਡਾ ਦੇ ਵਿੱਚ ਵੀ ਰੁਕਿਆ, ਇੱਥੇ ਵੀ ਰੁਕਿਆ, ਸਿੱਖਾਂ ਦੇ ਮਾਮਲੇ ਦੇ ਵਿੱਚ ਵੀ। ਪਰ ਜਿਹੜਾ ਨਸਲਕੁਸ਼ੀ ਦਾ ਇੱਕ ਅਖੀਰੀ ਪੜਾਅ ਆ ਉਹ ਕਦੀ ਵੀ ਨਹੀਂ ਰੁਕਦਾ, ਉਹ ਸਦਾ ਹੀ ਜਾਰੀ ਰਹਿੰਦਾ ਆ। ਉਹ ਹੈਗਾ ਮੁੱਕਰ ਜਾਣ ਦਾ ਪੜਾਅ, ਸਟੇਜ ਆਫ ਡਿਨਾਇਲ। ਐਵਰੀ ਜੈਨੋਸਾਈਡ ਇਜ਼ ਫੋਲੋਡ ਬਾਏ ਏ ਡਿਨਾਇਲ। ਹਰ ਇੱਕ ਨਸਲਕੁਸ਼ੀ ਤੋਂ ਬਾਅਦ ਦੇ ਵਿੱਚ ਕਰਨ ਵਾਲੀ ਧਿਰ ਉਹਦੇ ਤੋਂ ਮੁਨਕਰ ਹੁੰਦੀ ਆ। ਫਸਟ ਵਰਲਡ ਵਾਰ ਦੇ ਦੌਰਾਨ ਅਰਮੀਨੀਆਈ ਲੋਕਾਂ ਦਾ ਜੈਨੋਸਾਈਡ ਹੋਇਆ। ਤੁਸੀਂ ਦੇਖੋ, ਖਬਰਾਂ ਤੁਸੀਂ ਵੀ ਹੋ ਸਕਦਾ ਪੜ੍ਹੀ ਹੋਵੇ, ਪਿਛਲੇ ਦਿਨਾਂ ਦੇ ਦੌਰਾਨ ਜੋ ਬਾਈਡਨ ਨੇ, ਜਿਹੜਾ ਹੁਣ ਅਮਰੀਕਾ ਦਾ ਰਾਸ਼ਟਰਪਤੀ ਆ, ਉਹਨੇ ਜਿਹੜਾ ਅਰਮੀਨੀਆਈ ਨਸਲਕੁਸ਼ੀ ਦਾ ਦਿਹਾੜਾ ਸੀਗਾ ਉਹਦੇ ਉੱਪਰ ਆਪਣੇ ਸੰਬੋਧਨ ਦੇ ਉੱਪਰ ਉਹਨੂੰ ਜੈਨੋਸਾਈਡ ਕਹਿ ਕੇ ਸੰਬੋਧਨ ਕੀਤਾ, ਜਾਂ ਅਮਰੀਕਾ ਨੇ ਮੰਨਿਆ ਕਿ ਉਹ ਜੈਨੋਸਾਈਡ ਸੀਗਾ। ਅਤੇ ਨਾਲ ਦੀ ਨਾਲ ਹੀ ਇਰਦੋਗਨ ਜਿਹੜਾ ਤੁਰਕੀ ਦਾ ਰਾਸ਼ਟਰਪਤੀ ਆ ਉਹਦਾ ਆ ਗਿਆ ਵੀ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਨਹੀਂ ਸੀਗਾ। ਸੋ ਮੁਨਕਰ ਹੋਇਆ ਜਾਂਦਾ। ਸੋ ਇਹਦੇ ਬਾਰੇ ਦੇ ਵਿੱਚ ਆਪਾਂ ਜਿੰਨਾ ਕੁ ਸਮਾਂ ਬਚਿਆ ਆ ਉਹਦੇ ਵਿੱਚ ਗੱਲ ਕਰਾਂਗੇ ਕਿ ਮੁਨਕਰ ਹੋਣ ਦੇ ਕੀ ਤਰੀਕੇ ਹੁੰਦੇ ਨੇ। ਇੱਕ ਗੱਲ ਤਾਂ ਇਹ ਹੈਗੀ ਹੈ ਕਿ ਨਸਲਕੁਸ਼ੀ ਤੋਂ ਹੀ ਮੁਨਕਰ ਹੋ ਜਾਣਾ, ਇਹ ਵਾਪਰੀ ਨਹੀਂ, ਉਹਦੇ 'ਚ ਕਹਿਣਾ ਕਿ ਅਜਿਹਾ ਵਾਪਰਿਆ ਹੀ ਨਹੀਂ। ਤੁਹਾਨੂੰ ਦੁਨੀਆ ਦੇ ਵਿੱਚ ਅਜਿਹੇ ਲੋਕ ਵੀ ਮਿਲ ਜਾਣਗੇ ਜਿਹੜੇ ਕਹਿੰਦੇ ਆ ਕਿ ਹੋਲੋਕੌਸਟ ਵਾਪਰਿਆ ਹੀ ਨਹੀਂ ਸੀਗਾ, ਯਹੂਦੀਆਂ ਨੇ ਵੈਸੇ ਹੀ ਕਹਾਣੀ ਘੜ ਲਈ ਹੈ। ਇਸੇ ਤਰ੍ਹਾਂ ਹੀ ਸਿੱਖਾਂ ਦੇ ਮਾਮਲੇ ਦੇ ਵਿੱਚ ਵੀ, ਸਿੱਖ ਨਸਲਕੁਸ਼ੀ ਦੇ ਮਾਮਲੇ 'ਚ ਵੀ ਕਿਹਾ ਜਾਂਦਾ ਕਿ ਇੱਦਾਂ ਦਾ ਕੁਛ ਨਹੀਂ ਸੀ ਹੋਇਆ। ਤੁਸੀਂ ਦੇਖੋ ਕਿ ਅਖਬਾਰਾਂ ਆਪਾਂ ਦੇਖ ਲਈਏ, ਆਪਣੀ ਯੂਨੀਵਰਸਿਟੀ ਜਦੋਂ ਅਸੀਂ ਇੱਥੇ ਸੀਗੇ 2005-06 ਦੇ ਵਿੱਚ,
ਉਦੋਂ ਇਹ ਮਨ ਦੇ ਵਿੱਚ ਆਇਆ ਕਿ ਦੇਖਿਆ ਜਾਵੇ ਵੀ ਅਖਬਾਰਾਂ ਦੇ ਵਿੱਚ ਕੀ ਰਿਪੋਰਟਿੰਗ ਹੋਈ ਹੈ। ਤਾਂ ਆਪਣੇ ਡਾਕਟਰ ਗੰਡਾ ਸਿੰਘ ਜਿਹੜੀ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਆ ਉਹਦੇ ਵਿੱਚ ਉੱਪਰ ਅਖਬਾਰਾਂ ਦਾ ਸੈਕਸ਼ਨ ਹੈਗਾ, ਅਸੀਂ ਉੱਥੇ ਗਏ ਅਤੇ ਉੱਥੇ ਅਖਬਾਰਾਂ ਦੇਖਣੀਆਂ ਸ਼ੁਰੂ ਕੀਤੀਆਂ। ਉਸ ਸਮੇਂ ਅਖਬਾਰਾਂ ਜਦੋਂ ਛਪਦੀਆਂ ਸੀਗੀਆਂ ਤਾਂ ਉੱਥੇ ਇੱਕ ਸਪੌਟ ਨਿਊਜ਼ ਵੀ ਲੱਗਦੀ ਹੁੰਦੀ ਸੀਗੀ। ਤੁਸੀਂ ਅਖਬਾਰਾਂ ਦੇਖੋਗੇ ਪੁਰਾਣੀਆਂ, ਉਹ 'ਚ ਕੀ ਹੁੰਦਾ ਕਿ ਜਦੋਂ ਛਪ ਰਹੀ ਹੁੰਦੀ ਅਖਬਾਰ ਦਾ ਜਿਹੜਾ ਇਹ ਹਾਸ਼ੀਆ ਹੁੰਦਾ ਇਹ ਵਾਲਾ ਤਿਰਛਾ ਪੰਨੇ ਦਾ, ਉਹ ਜਦੋਂ ਕੋਈ ਖਾਸ ਖਬਰ ਆ ਜਾਂਦੀ ਸੀਗੀ ਤਾਂ ਉਹ ਹੱਥ ਦੇ ਨਾਲ ਉਹਦੇ ਉੱਤੇ ਲਿਖ ਦਿੰਦੇ ਸੀਗੇ ਅਤੇ ਉਹ ਫਿਰ ਅੱਗੇ ਛਾਪੇ ਦੇ ਵਿੱਚ ਛਪਦੀ ਰਹਿੰਦੀ ਸੀ। ਉਹਨਾਂ ਦਿਨਾਂ ਦੇ ਦੌਰਾਨ ਸਪੌਟ ਨਿਊਜ਼ ਵੀ ਛਪੀਆਂ ਹੋਈਆਂ ਨੇ, ਪਰ ਕਿਤੇ ਵੀ ਤੁਹਾਨੂੰ ਸਿੱਖਾਂ ਦੇ ਕਤਲ ਹੋਣ ਦੀ ਇੰਡੀਆ ਦੇ ਵਿੱਚ ਖਬਰ ਜਿਹੜੀ ਆ ਉਹ ਨਹੀਂ ਪੜ੍ਹਨ ਨੂੰ ਮਿਲਦੀ। ਅਜੀਤ ਅਖਬਾਰ ਦੇ ਵਿੱਚ 2 ਨਵੰਬਰ ਨੂੰ ਇੱਕ ਖਬਰ ਛਪੀ ਹੋਈ ਹੈ ਜਿਹਦੇ ਵਿੱਚ ਇਹ ਗੱਲ ਲਿਖਿਆ ਹੋਇਆ ਕਿ 10 ਲੋਕ ਵੱਖ-ਵੱਖ ਘਟਨਾਵਾਂ 'ਚ 10 ਲੋਕ ਮਾਰੇ ਗਏ, 5 ਲੋਕ ਛੁਰੇਬਾਜ਼ੀ 'ਚ ਮਾਰੇ ਗਏ, ਉਸ ਤੋਂ ਇਲਾਵਾ 5 ਲੋਕ ਹੋਰ ਵੱਖ-ਵੱਖ ਘਟਨਾਵਾਂ 'ਚ ਮਾਰੇ ਗਏ। ਮਾਰਨ ਵਾਲੇ ਕੌਣ ਨੇ ਕੋਈ ਜਾਣਕਾਰੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਇਹ ਖਬਰਾਂ ਆਈ ਜਾਂਦੀਆਂ ਕਿ ਫੌਜ ਬੁਲਾ ਲਈ ਗਈ ਆ, ਹਾਲਾਤ ਕਾਬੂ ਦੇ ਵਿੱਚ ਨੇ, ਪਰ ਕਿਤੇ ਵੀ ਚੱਲ ਰਹੇ ਕਤਲੇਆਮ ਦੀ ਖਬਰ ਨਹੀਂ ਹੈਗੀ। ਉਸ ਤੋਂ ਬਾਅਦ 'ਚ ਸਮਾਂ ਲੰਘਦਾ, ਰਿਲੀਫ ਫੰਡ ਦੇ ਵਾਸਤੇ ਇਸ਼ਤਿਹਾਰ ਤੇ ਖਬਰਾਂ ਛਪਣੀਆਂ ਸ਼ੁਰੂ ਹੋ ਜਾਂਦੀਆਂ, ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਤੁਸੀਂ ਸਿਰਫ ਅਖਬਾਰ ਦੇਖੋ, ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਉਹਨਾਂ ਦਿਨਾਂ ਦੇ ਦੌਰਾਨ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਇੰਡੀਆ ਭਰ ਦੇ ਵਿੱਚ ਸਿੱਖਾਂ ਦੇ ਨਾਲ ਕੀ ਵਾਪਰਿਆ, ਕੋਈ ਖਬਰ ਨਹੀਂ ਹੈਗੀ। ਸਿਰਫ ਇੱਕ ਇੰਡੀਅਨ ਐਕਸਪ੍ਰੈਸ ਅਖਬਾਰ ਹੈ ਜਿਹੜੀ ਕਿ ਉਸ ਸਮੇਂ ਬਹੁਤ ਸਾਰੀ ਥਾਂ ਜਿਹਦੀ ਖਾਲੀ ਮਿਲਦੀ ਹੈ, ਕਿਉਂਕਿ ਜਦੋਂ ਕੋਈ ਵੀ ਖਬਰ ਸੈਂਸਰ ਹੁੰਦੀ ਹੈ ਉਹਦੇ ਵਿੱਚ ਤਿਰਛੇ ਅੱਖਰਾਂ ਦੇ ਨਾਲ ਲਿਖਣਾ ਪੈਂਦਾ ਸੈਂਸਰਡ। ਉਸ ਥਾਂ ਦੇ ਉੱਪਰ ਦੂਜੀ ਹੋਰ ਕੋਈ ਖਬਰ ਨਹੀਂ ਛਾਪੀ ਜਾਂਦੀ। ਇੰਡੀਅਨ ਐਕਸਪ੍ਰੈਸ ਆ ਜਿਹੜੀ ਸੈਂਸਰਡ ਮਿਲਦੀ, ਜਿਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਖਬਰਾਂ ਛਾਪਣ ਦੀ ਕੋਸ਼ਿਸ਼ ਕੀਤੀ, ਸਰਕਾਰ ਦੇ ਵੱਲੋਂ ਰੋਕ ਲਈਆਂ ਜਾਂਦੀਆਂ ਰਹੀਆਂ। ਜਿਹੜੇ ਅਖਬਾਰਾਂ ਬਾਰੇ ਕਿਹਾ ਜਾਂਦਾ ਕਿ ਸਿੱਖਾਂ ਦੇ ਚਲਾਏ ਹੋਏ ਅਖਬਾਰ ਆ ਅਜੀਤ ਵਰਗੇ, ਉਹਨਾਂ ਦੇ ਵਿੱਚ ਵੀ ਮਤਲਬ ਛਾਪਣ ਦੀ ਹੀ ਕੋਸ਼ਿਸ਼ ਨਹੀਂ ਕੀਤੀ, ਸੈਂਸਰਡ ਹੋ ਜਾਂਦੀ, ਰੁਕ ਜਾਂਦੀ। ਇਤਿਹਾਸ 'ਚ ਇਹ ਤਾਂ ਆਉਂਦਾ ਨਾ ਕਿ ਹੋਇਆ। ਸੋ ਉਹ ਇਸ ਤਰੀਕੇ ਦੇ ਨਾਲ ਇਹ ਮੁੱਢਲਾ ਪੜਾਅ ਸੀਗਾ ਜਿੱਥੋਂ ਲੁਕਾਉਣ ਦੀ ਸ਼ੁਰੂਆਤ ਹੋਈ ਆ ਔਰ ਮੁਨਕਰ ਹੋਣ ਦੀ ਹੋਈ ਹੈ। ਸੋ ਇੱਕ ਤਾਂ ਇਹ ਕਿ ਨਸਲਕੁਸ਼ੀ ਤੋਂ ਹੀ ਮੁਨਕਰ ਹੋ ਜਾਣਾ, ਦੂਜਾ ਕਿ ਗਿਣਤੀ ਘਟਾ ਕੇ ਪੇਸ਼ ਕਰਨੀ, ਇਹ ਕਹਿਣਾ ਵੀ ਨਹੀਂ ਇੰਨਾ ਨਹੀਂ ਹੋਇਆ, ਥੋੜ੍ਹੀਆਂ ਬਹੁਤੀਆਂ ਘਟਨਾਵਾਂ ਵਾਪਰੀਆਂ। ਉਹਦੀ ਇੱਕ ਮਿਸਾਲ ਮੈਂ ਸਾਂਝੀ ਕਰਦਾ। ਦਿੱਲੀ ਦੇ ਵਿੱਚ ਸਰਕਾਰ ਇਹ ਮੰਨਦੀ ਹੈ ਕਿ 2733 ਸਿੱਖ ਨਵੰਬਰ 1984 ਦੇ ਨਸਲਕੁਸ਼ੀ ਦੇ ਦੌਰਾਨ, ਕਤਲੇਆਮ ਦੇ ਦੌਰਾਨ ਮਾਰੇ ਗਏ। 2 ਨਵੰਬਰ 1986 ਦਾ ਇੱਕ ਅਖਬਾਰ ਸਾਨੂੰ ਡਾਕਟਰ ਦਰਸ਼ਨ ਸਿੰਘ ਹੋਣਾ ਨੇ, ਮੈਨੂੰ ਯਾਦ ਆ, ਗੁਰੂ ਗੋਬਿੰਦ ਸਿੰਘ ਭਵਨ ਦੇ ਸਾਹਮਣੇ ਉਹਨਾਂ ਨੇ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਬਹੁਤ ਦੇਰ ਤੱਕ ਇਹ ਸੰਭਾਲ ਕੇ ਰੱਖਿਆ, ਵੀ ਹੁਣ ਮੈਂ ਚਾਹੁੰਦਾ ਵੀ ਇਹ ਤੁਹਾਡੇ ਹੱਥਾਂ ਦੇ ਵਿੱਚ ਜਾਵੇ। ਉਸ ਅਖਬਾਰ ਦੇ ਵਿੱਚ 3870 ਬੰਦਿਆਂ ਦੇ ਨਾਂ ਲਿਖੇ ਹੋਏ ਆ ਜਿਨ੍ਹਾਂ ਦਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ। ਸਿੱਖ ਫੋਰਮ ਦੇ ਵੱਲੋਂ ਇਸ਼ਤਿਹਾਰ ਦੇ ਕੇ ਉਹ ਰਿਕਾਰਡ ਜਿਹੜਾ ਆ ਉਹ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ। 2 ਨਵੰਬਰ 1986 ਦੇ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਉਹ ਸੂਚੀ ਛਪੀ ਹੋਈ ਹੈ 3870। ਐਡਵੋਕੇਟ ਨਵਕਿਰਨ ਸਿੰਘ ਹੋਣਾ ਨੇ ਦਿੱਲੀ ਪੁਲਿਸ ਨੂੰ ਇੱਕ RTI ਪਾਈ ਅਤੇ ਉਹਨਾਂ ਨੇ ਕਿਹਾ ਵੀ ਦਿੱਲੀ ਪੁਲਿਸ ਦੀਆਂ FIRਾਂ ਦੇ ਦੌਰਾਨ ਕਿੰਨੇ ਲੋਕ ਮਰੇ ਆ, ਉਹ ਹੈਗੇ ਆ 1604। ਹੁਣ ਜਿੰਨੇ ਸਿੱਖ ਫੋਰਮ ਵਾਲੇ ਲੱਭ ਸਕੇ ਉਹਦਾ ਕਹਿ ਰਹੇ ਕਿ 3870 ਹੈ, ਸਰਕਾਰ ਕਹਿ ਰਹੀ ਹੈ ਕਿ 2733 ਬੰਦੇ ਨੇ, ਪੁਲਿਸ ਕਹਿ ਰਹੀ ਹੈ ਕਿ 1608 ਬੰਦੇ ਆ। ਔਰ ਇਹ ਦਿੱਲੀ ਦੀ ਹੈ ਜਿਹਦੇ ਬਾਰੇ ਦੇ ਵਿੱਚ ਇਹ ਜਿਹਦੇ ਤੋਂ ਸਟੇਟ ਵੀ ਮੁਨਕਰ ਨਹੀਂ ਹੁੰਦੀ ਕਿ ਉੱਥੇ ਕਾਂਡ ਨਹੀਂ ਹੋਇਆ, ਉੱਥੇ ਦੀ ਇਹ ਸਥਿਤੀ ਹੈ। ਅਤੇ ਬਾਕੀ ਇੰਡੀਆ ਦੀ ਕੀ ਹਾਲਾਤ ਹੋਊਗੀ, ਇਹ ਗੱਲ ਦਾ ਅੰਦਾਜ਼ਾ ਆਪਾਂ ਲਾ ਸਕਦੇ ਕਿ ਗਿਣਤੀ ਕਿਸ ਤਰ੍ਹਾਂ ਦੇ ਨਾਲ ਘਟਾ ਕੇ ਪੇਸ਼ ਕੀਤੀ ਜਾਂਦੀ। ਇੱਕ ਗੱਲ ਆਮ ਤੌਰ 'ਤੇ ਇਹ ਵੀ ਕਹੀ ਜਾਂਦੀ ਹੈ ਕਿ ਜੈਨੋਸਾਈਡ ਦੇ ਵਿੱਚ ਤਾਂ ਲੱਖਾਂ ਲੋਕ ਮਰਦੇ ਹੁੰਦੇ ਆ, ਅਤੇ ਇਸ ਕਰਕੇ ਜਿਹੜਾ ਸਿੱਖਾਂ ਦੇ ਨਾਲ ਵਾਪਰਿਆ ਉਹਦੀ ਤਾਂ ਗਿਣਤੀ ਇੰਨੀ ਘੱਟ ਸੀਗੀ, ਇਸ ਕਰਕੇ ਨਸਲਕੁਸ਼ੀ ਨਹੀਂ ਹੈ। ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪੈਮਾਨਾ ਨਹੀਂ ਹੈਗਾ। ਤੁਸੀਂ ਜੈਨੋਸਾਈਡ ਕਨਵੈਨਸ਼ਨ ਦੀ ਡੈਫੀਨੇਸ਼ਨ ਪੜ੍ਹੋ, ਉਹਦੇ 'ਚ 2 ਚੀਜ਼ਾਂ ਨੇ। ਕਿਸੇ ਵੀ ਤੁਹਾਡੇ 'ਚ ਕਾਨੂੰਨ ਦੇ ਵਿਦਿਆਰਥੀ ਵੀ ਹੋਣਗੇ, ਕਿਸੇ ਵੀ ਜੁਰਮ ਦੇ ਵਾਸਤੇ ਉਹਦੇ 2 ਤੱਤ ਹੁੰਦੇ ਆ, ਇੱਕ ਮੈਨਸ ਰੀਆ, ਇੱਕ ਐਕਟਸ ਰੀਅਸ, ਸਾਰੇ ਆਪਾਂ ਪੜ੍ਹਦੇ ਹਾਂ। ਇੱਕ ਤਾਂ ਹੁੰਦਾ ਫਿਜ਼ੀਕਲ ਕੰਮ ਕਿ ਜੋ ਕੰਮ ਤੁਸੀਂ ਕਰ ਰਹੇ ਆ, ਕਿਸੇ ਨੂੰ ਮਾਰਨਾ, ਕਿਸੇ ਵੀ ਤਰੀਕੇ ਦੇ ਨਾਲ ਮਾਰਨਾ। ਦੂਜਾ ਹੁੰਦਾ ਆ ਮਨਸ਼ਾ, ਕੇਸ ਮਨਸ਼ਾ ਦੇ ਨਾਲ, ਕੇਸ ਮੋਟਿਵ, ਕੇਸ ਇੰਟੈਂਸ਼ਨ ਦੇ ਨਾਲ। ਇੰਟੈਂਟ ਕੀ ਹੈ, ਤੁਹਾਡੀ ਇੱਛਾ ਕੀ ਹੈ। ਤੁਹਾਨੂੰ ਪਤਾ ਦੋਸਤੋ 302 ਅਤੇ 304 ਦੀ ਗੱਲ ਆਪਾਂ ਆਮ ਹੀ ਕਰਦੇ, ਦੋਵਾਂ ਦੇ ਵਿੱਚ ਹੀ ਬੰਦਾ ਮਰਦਾ। 302 ਦੇ ਵਿੱਚ ਵੀ ਬੰਦਾ ਮਰਦਾ, 304 ਦੇ ਵਿੱਚ ਵੀ ਮਰਦਾ। 304 ਦਾ ਫਰਕ ਇਹ ਹੁੰਦਾ ਕਿ 304 ਦੇ ਵਿੱਚ ਤੁਹਾਡੀ ਮਾਰਨ ਦੀ ਮਨਸ਼ਾ ਨਹੀਂ ਹੁੰਦੀ, ਇਸ ਕਰਕੇ ਅਸੀਂ ਉਹਨੂੰ ਕਹਿੰਦੇ ਕਲਪੇਬਲ ਹੋਮੀਸਾਈਡ,
not amounting to murder, ਕਿਉਂਕਿ ਉਹਦੇ ਵਿੱਚ ਤੁਹਾਡਾ ਮੈਂਟਲ ਐਲੀਮੈਂਟ ਮੌਜੂਦ ਨਹੀਂ ਹੈਗਾ, ਤੁਹਾਡੀ ਬੰਦੇ ਨੂੰ ਮਾਰਨ ਦੀ ਇੱਛਾ ਨਹੀਂ ਸੀਗੀ, ਤੁਹਾਡੇ ਕੋਲੋਂ ਮਰ ਗਿਆ, ਐਕਸੀਡੈਂਟ 'ਚ ਮਰ ਗਿਆ, ਹੋਰ ਬਹੁਤ ਸਾਰੇ ਕਾਰਨ ਹੋ ਸਕਦੇ, ਉੱਥੇ 304 ਲੱਗਦੀ, 302 ਨਹੀਂ ਲੱਗਦੀ। ਇਸ ਮਾਮਲੇ ਦੇ ਵਿੱਚ ਦੋ ਚੀਜ਼ਾਂ ਹੀ ਨਸਲਕੁਸ਼ੀ ਦੀ ਪਰਿਭਾਸ਼ਾ ਦੇ ਵਿੱਚ ਦਿੱਤੀਆਂ ਹੋਈਆਂ। ਇੱਕ ਤਾਂ ਸਰੀਰਕ ਕੰਮ ਹੈ ਕਿ ਭਾਈਚਾਰੇ ਨੂੰ ਮਾਰਨਾ, ਉਹਦੇ ਮੈਂਬਰਾਂ ਨੂੰ ਮਾਰਨਾ, ਉਹਦੇ ਕਿਸੇ ਇੱਕ ਹਿੱਸੇ ਨੂੰ ਮਾਰਨਾ, ਉਹਨਾਂ ਦੇ ਬੱਚਿਆਂ ਦੇ ਉੱਪਰ, ਉਹਨਾਂ ਦੇ ਉੱਪਰ ਜ਼ਿੰਦਗੀ ਜੀਣ ਦੇ ਹਾਲਾਤ ਇਸ ਤਰ੍ਹਾਂ ਦੇ ਥੋਪਣੇ। ਦੂਸਰਾ ਐਲੀਮੈਂਟ ਹੈਗਾ ਕਿ ਜਿਹਦਾ ਮਨੋਰਥ ਉਸ ਭਾਈਚਾਰੇ ਨੂੰ ਮੁਕੰਮਲ ਜਾਂ ਅੰਸ਼ਕ ਰੂਪ ਦੇ ਵਿੱਚ ਖਤਮ ਕਰਨਾ ਹੋਵੇ। ਸੋ ਇਹ ਦੋ ਨੇ। ਜੇ ਇਸ ਮਨਸ਼ਾ ਦੇ ਨਾਲ ਤੁਸੀਂ 10 ਬੰਦੇ ਵੀ ਮਾਰੇ ਜਾਂ ਵਿਆਪਕ ਰੂਪ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਜਿਹਦੀ ਗਿਣਤੀ ਲੱਖਾਂ ਦੇ ਵਿੱਚ ਨਾ ਵੀ ਬਣਦੀ ਹੋਵੇ ਤੇ ਉਹ ਜੈਨੋਸਾਈਡ ਹੀ ਹੈ। ਜਿਹੜਾ ਜੈਨੋਸਾਈਡ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਰੈਕਗਨਾਈਜ਼ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਦੇ ਵੱਲੋਂ, ਉਹਦੀ ਜਿਹੜੀ ਗਿਣਤੀ ਆ ਉਹ 8200 ਕੁਛ ਗਿਣਤੀ ਘੱਟੋ ਘੱਟ ਮਿਨੀਮਮ ਵਾਲੀ ਜਿਹੜੀ ਹੈ ਉਹ ਸਰਬੇਨਾਇਕਾ ਦੀ ਉਹ ਸਾਹਮਣੇ ਹੈਗੀ। ਇਹ ਮਿਸਾਲ ਕਿ 8000 ਬੰਦਿਆਂ ਦਾ ਕਤਲੇਆਮ ਵੀ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਜੈਨੋਸਾਈਡ ਤਸਲੀਮ ਕੀਤਾ ਗਿਆ ਆ। ਸੋ ਇਹ ਗੱਲ ਜਿਹੜੀ ਹੈ ਇਹ ਇੱਥੋਂ ਰੱਦ ਹੁੰਦੀ। ਪਰ ਆਮ ਤੌਰ ਦੇ ਉੱਪਰ ਇਹ ਕਿਹਾ ਜਾਂਦਾ ਕਿ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ ਜਾਂ ਗਿਣਤੀ ਨੂੰ ਘਟਾ ਕੇ ਪੇਸ਼ ਕਰਨਾ। ਫਿਰ ਇਹ ਹੈ ਕਿ ਕਈ ਪੱਖਾਂ ਤੋਂ ਸਾਫ਼ ਮੁੱਕਰ ਜਾਣਾ, ਕਈ ਪੱਖਾਂ ਬਾਰੇ ਕਹਿ ਦੇਣਾ ਵੀ ਨਹੀਂ ਇਹ ਗੱਲਾਂ ਨਹੀਂ ਵਾਪਰੀਆਂ। ਜਿਸ ਤਰ੍ਹਾਂ 2 ਨਵੰਬਰ 1986 ਨੂੰ 31 ਮਈ 1986 ਨੂੰ ਮਿਸ਼ਰਾ ਕਮਿਸ਼ਨ ਦੇ ਅੱਗੇ ਰਾਜੀਵ ਗਾਂਧੀ ਦੀ ਸਰਕਾਰ ਨੇ ਇੱਕ ਹਲਫਨਾਮਾ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਕਿ ਨਵੰਬਰ 1984 ਦੇ ਦੌਰਾਨ ਜਿਹੜੀ ਬਲਾਤਕਾਰਾਂ ਦੀ ਗੱਲ ਆਉਂਦੀ ਹੈ ਕਿ ਬਲਾਤਕਾਰ ਕੀਤੇ ਗਏ, ਇਹ ਗੱਲ ਬਿਲਕੁਲ ਗਲਤ ਆ। ਉਹ ਕਹਿੰਦੇ ਵੀ ਇੱਦਾਂ ਦਾ ਕੁਛ ਨਹੀਂ ਹੋਇਆ ਹੋ ਸਕਦਾ, ਕਿਉਂਕਿ ਜਦੋਂ ਇੱਕ ਸੜਕ ਦੇ ਉੱਪਰ ਕਿਸੇ ਅਵਾਰਾ ਗਾਂ ਨੂੰ ਵੀ ਕੋਈ ਟੱਕਰ ਮਾਰ ਦਿੰਦਾ ਆ, ਕੋਈ ਟਰੱਕ ਜਾਂ ਕੁਛ ਵੀ, ਤੇ ਉਹਦੀ ਮੌਤ ਹੋ ਜਾਂਦੀ ਹੈ, ਤੇ ਲੋਕਾਂ ਦੇ, ਇੰਡੀਆ ਦੇ ਲੋਕਾਂ ਦੇ ਵਿੱਚ ਦੁੱਖ ਜਿਹੜਾ ਉਹ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ। ਤੇ ਇਹ ਕਿੱਦਾਂ ਹੋ ਸਕਦਾ ਆ ਕਿ ਇੰਨੀ ਵੱਡੀ ਘਟਨਾ ਵਾਪਰ ਗਈ ਹੋਵੇ, ਇੰਨੀ ਵੱਡੀ ਲੀਡਰ ਦਾ ਜਿਹਨੂੰ ਲੋਕ ਇੰਨੇ ਪੂਜਦੇ ਹੋਣ, ਉਹਦਾ ਕਤਲ ਹੋ ਗਿਆ ਹੋਵੇ ਤੇ ਲੋਕੀ ਬਲਾਤਕਾਰ ਕਰਨ? ਕਿਉਂਕਿ ਜਿਹੜਾ ਬਲਾਤਕਾਰ ਦਾ ਜੁਰਮ ਆ ਇਹ ਦੁੱਖ ਦੇ ਵਿੱਚੋਂ ਨਹੀਂ ਹੋ ਸਕਦਾ, ਠੀਕ ਹੈ ਨਾ। ਉਸ ਮਾਮਲੇ ਦੇ ਵਿੱਚ ਜਿਹੜੀ ਹੂ ਆਰ ਗਿਲਟੀ ਹੈ ਉਹਨਾਂ ਦੀ ਬਿਲਕੁਲ ਪ੍ਰਤੱਖ ਉਸ ਸਮੇਂ ਦੇ ਹਾਲਾਤ ਦੀ ਉਹਨਾਂ ਦੀ ਇਸ ਗੱਲ ਦੀ ਗਵਾਹੀ ਹੈਗੀ, ਜਿਹਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿੰਨੇ ਵੀ ਲੋਕ ਕਰ ਰਹੇ ਸੀਗੇ, ਜੋ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਲੋਕਾਂ ਨੇ ਰੋਸ ਦੇ ਵਿੱਚ ਆ ਕੇ ਕਰ ਦਿੱਤਾ, ਵੀ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਬਿਲਕੁਲ ਕੋਈ ਹਾਵ ਭਾਵ ਨਹੀਂ ਸੀਗੇ, ਨਾ ਉਹਨਾਂ ਦੇ ਵਿਹਾਰ ਦੇ ਵਿੱਚੋਂ ਪ੍ਰਗਟ ਹੋ ਰਿਹਾ ਸੀ। ਔਰ ਹੁਣ ਤਾਂ ਕਿੰਨੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ। ਸੋ ਕੁਛ ਪੱਖਾਂ ਤੋਂ ਮੁਨਕਰ ਹੋਣ ਦੀਆਂ ਸਰਕਾਰਾਂ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਨੇ। ਫਿਰ ਇਸ ਤੋਂ ਬਾਅਦ ਦੇ ਵਿੱਚ ਹੈਗਾ ਕਿ ਜਾਇਜ਼ ਠਹਿਰਾਉਣਾ, ਇਹ ਕਹਿਣਾ ਕਿ ਨਹੀਂ ਜੋ ਹੋਇਆ ਠੀਕ ਹੋਇਆ, ਇਹ ਇਸੇ ਗੱਲ ਦੇ ਹੀ ਹੱਕਦਾਰ ਸੀਗੇ। ਹੁਣ ਵੀ ਅਜੇ ਵੀ ਤੁਸੀਂ ਦੇਖੋ ਕਿੰਨੀਆਂ ਘਟਨਾਵਾਂ, ਮਤਲਬ ਰੀਸੈਂਟ ਹੁਣ ਤਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੁਸੀਂ ਦੇਖ ਲਓ ਕਿ ਉਹਨਾਂ ਦੇ ਉੱਪਰ ਵੀ ਜਦੋਂ ਆ ਕਿਸਾਨ ਅੰਦੋਲਨ ਵਾਲਾ ਮਸਲਾ ਹੋਇਆ, ਜਦੋਂ 26 ਜਨਵਰੀ ਵਾਲਾ ਹੋਇਆ, ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ, ਹੁਣ ਦੀਆਂ ਗੱਲਾਂ ਹੋਈਆਂ, ਕਿਹਾ ਜਾ ਰਿਹਾ ਕਿ ਦਰਬਾਰ ਸਾਹਿਬ 'ਤੇ ਹਮਲੇ ਦੀਆਂ ਉਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਇੱਕ ਆਮ ਮੁਹਾਵਰਾ ਵਰਤਿਆ ਜਾਂਦਾ ਕਿ ਇਹਨਾਂ ਨੂੰ 84 ਯਾਦ ਦਿਵਾਉਣੀ ਪੈਣੀ ਹੈ, ਠੀਕ ਹੈ, ਇਹਨਾਂ ਨੂੰ 84 ਭੁੱਲ ਗਈ ਹੈ। ਸੋ ਇਹ ਸਾਰੀਆਂ ਹੀ ਉਸ ਗੱਲ ਦੀ ਜਸਟੀਫਿਕੇਸ਼ਨ ਪੈਦਾ ਕਰਦੀਆਂ ਕਿ ਜੋ ਹੋਇਆ ਸੀਗਾ ਉਹ ਠੀਕ ਹੋਇਆ। ਔਰ ਉਸ ਸਮੇਂ ਆਮ ਤੌਰ ਦੇ ਉੱਪਰ ਇਹ ਗੱਲ ਕਹੀ ਜਾਂਦੀ। ਇਸ ਕਿਤਾਬ ਦੇ ਵਿੱਚ ਵੀ ਜਿਹੜਾ ਮੱਧ ਪ੍ਰਦੇਸ਼ ਦਾ ਉਹਨਾਂ ਨੇ ਜ਼ਿਕਰ ਕੀਤਾ, ਗਵਾਲੀਅਰ ਦਾ ਜ਼ਿਕਰ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਗਵਾਲੀਅਰ ਦੇ ਵਿੱਚ ਜਿਹੜਾ ਸਿੱਖਾਂ ਦੇ ਉੱਪਰ ਹਮਲੇ ਹੋਏ, ਗੁਰਦੁਆਰਾ ਸਾਹਿਬਾਨ ਸਾੜੇ ਗਏ ਜਾਂ ਜੋ ਵੀ ਕਤਲੇਆਮ ਹੋਇਆ, ਉਹਦੇ ਵਿੱਚ ਸਿਰਫ ਕਾਂਗਰਸ ਪਾਰਟੀ ਦੇ ਵਰਕਰ ਤੇ ਆਗੂ ਸ਼ਾਮਲ ਨਹੀਂ ਸੀਗੇ। ਉਹਦੇ ਵਿੱਚ ਬੀਜੇਪੀ ਦੇ ਆਗੂ, ਉਹਨਾਂ ਦੇ ਵਰਕਰ ਤੇ ਕਮਿਊਨਿਸਟ ਪਾਰਟੀਆਂ ਦੇ ਆਗੂ ਤੇ ਵਰਕਰ ਉਹ ਵੀ ਸ਼ਾਮਲ ਸੀਗੇ। ਔਰ ਇਹਦੇ ਵਿੱਚ ਇਹ ਗੱਲ ਜਿਹੜੀ ਆ ਉਹ ਮਤਲਬ ਡਾਕੂਮੈਂਟਡ ਹੈਗੀ ਆ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਜਿਹੜੀਆਂ ਨੇ ਉਹ ਆਉਂਦੀਆਂ। ਸੋ ਜਾਇਜ਼ ਠਹਿਰਾਉਣ ਦੇ ਮਾਮਲੇ ਦੇ ਵਿੱਚ ਵੀ ਇਹ ਹੈਗਾ ਕਿ ਇਕੱਲਾ ਬੀਜੇਪੀ, ਇਕੱਲਾ ਕਾਂਗਰਸ, ਆਮ ਤੌਰ ਦੇ ਉੱਪਰ ਇਹ ਕਿਹਾ ਜਾਂਦਾ, ਭਾਜਪਾ ਖਾਸ ਕਰਕੇ ਕਹਿੰਦੀ ਕਿ ਕਾਂਗਰਸ ਨੇ ਕੀਤਾ, ਪਰ ਤੁਸੀਂ ਦੇਖੋ ਨਾਨਾ ਦੇਸ਼ਮੁਖ ਇੱਕ ਜਿਹੜਾ RSS ਦਾ ਆਈਡੀਓਲੌਗ ਹੈ, ਉਹਦੇ ਵੱਲੋਂ 8 ਨਵੰਬਰ 1984 ਜਦੋਂ ਅਜੇ ਕਤਲੇਆਮ ਹੋ ਕੇ ਹੀ ਹਟਿਆ ਸੀ, ਸਾਰੀ ਨਸਲਕੁਸ਼ੀ ਵਾਪਰ ਕੇ ਹਟੀ ਸੀ, ਉਸ ਸਾਲ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆ, ਗੁਰਪੁਰਬ ਸੀਗਾ, ਉਹ 8 ਨਵੰਬਰ ਦਾ ਸੀਗਾ।
8 ਨਵੰਬਰ ਨੂੰ ਉਹਨੇ ਇੱਕ ਪਰਚਾ ਛਾਪ ਕੇ ਸਿੱਖ ਗੁਰਦੁਆਰਿਆਂ ਦੇ ਵਿੱਚ ਤੇ ਉਸ ਸਾਰੇ ਸਮਾਗਮਾਂ ਦੇ ਵਿੱਚ ਵੰਡਿਆ, ਜਿਹਦੇ ਵਿੱਚ ਉਹ ਜਸਟੀਫਾਈ ਕਰਦਾ। ਉਹ ਕਹਿੰਦਾ ਵੀ ਸਿੱਖਾਂ ਨੂੰ ਇਸ ਗੱਲ ਦੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਦੇ ਨਾਲ ਵਾਪਰਿਆ, ਬਲਕਿ ਉਹਨਾਂ ਨੂੰ ਇਹ ਚੁੱਪ ਕਰਕੇ ਸਹਿਣ ਕਰ ਲੈਣਾ ਚਾਹੀਦਾ ਵੀ ਉਹਨਾਂ ਦੇ ਨਾਲ ਇਹ ਵਾਪਰਿਆ। ਔਰ ਉਹ ਇਸ ਸਾਰੀ ਸਮੱਸਿਆ ਦੀ ਜੜ ਜਿਹੜੀ ਆ ਉਹ ਵੱਖਰੀ ਸਿੱਖ ਪਛਾਣ ਦੇ ਵਿੱਚ ਲੈ ਕੇ ਜਾਂਦਾ, ਜਿਹਦੇ ਵਿੱਚੋਂ ਉਹ ਇਹ ਆਇਡੈਂਟੀਫਾਈ ਕਰਦਾ ਆ ਕਿ ਸਿੰਘ ਸਭਾ ਨੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਇਸਟੈਬਲਿਸ਼ ਕਰਨ ਦੇ ਵਾਸਤੇ ਜ਼ੋਰ ਲਾਇਆ ਸੀ, ਇਸ ਕਰਕੇ ਇਹਦੀ ਜੜ ਉੱਥੇ ਵੀ ਪਈ ਹੋਈ ਹੈ। ਸੋ ਇਸ ਤਰ੍ਹਾਂ ਦੀਆਂ ਜਸਟੀਫਿਕੇਸ਼ਨਾਂ ਜਿਹੜੀਆਂ, ਔਰ ਕੱਲੀਆਂ ਮਤਲਬ ਆਪਾਂ ਰਾਜੀਵ ਗਾਂਧੀ ਦਾ ਤਾਂ ਉਹ ਸਾਰੇ ਜਾਣਦੇ ਹੀ ਆ ਕਿ ਉਹਨੇ ਇਹ ਗੱਲ ਕਹੀ ਕਿ ਜਬ ਇੱਕ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਇਹ ਤਾਂ ਸਭ ਨੂੰ ਪਤਾ। ਪਰ RSS ਦੇ ਵੱਲੋਂ ਜਿਹੜੀ ਉਸ ਤਰ੍ਹਾਂ ਕਾਂਗਰਸ ਦੀ ਕੱਟੜ ਵਿਰੋਧੀ ਜਮਾਤ ਵਿਚਾਰਧਾਰਕ ਤੌਰ 'ਤੇ ਮੰਨੀ ਜਾਂਦੀ ਹੈ, ਪਰ ਉਹਦੇ ਵੱਲੋਂ ਵੀ ਇਸ ਕਤਲੇਆਮ ਨੂੰ, ਇਸ ਸਾਰੀ ਨਸਲਕੁਸ਼ੀ ਨੂੰ ਜਸਟੀਫਾਈ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਗਈ, ਔਰ ਇਹ ਸਾਰੀਆਂ ਥਾਵਾਂ ਦੇ ਉੱਪਰ ਹੀ ਵਾਪਰਦਾ ਆ। ਫਿਰ ਇਹ ਆ ਕਿ ਉਹਦਾ ਨਾਂ ਬਦਲ ਦੇਣਾ, ਇਹ ਕਹਿਣਾ ਕਿ ਨਸਲਕੁਸ਼ੀ ਨਹੀਂ ਹੈਗੀ। ਜਿੱਦਾਂ ਸਿੱਖਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ ਕਿ ਜੋ ਕੁਝ ਨਵੰਬਰ 1984 'ਚ ਵਾਪਰਿਆ, ਉਹਨੂੰ ਇੱਕ ਸੰਗਿਆ ਦਿੱਤੀ ਗਈ ਇੰਡੀਅਨ ਸਟੇਟ ਦੇ ਵੱਲੋਂ, ਜਿਹਨੂੰ ਮੀਡੀਆ ਵੀ ਬਹੁਤ ਜ਼ਿਆਦਾ ਪ੍ਰਚਾਰਦਾ, ਉਹ ਹੈਗਾ ਦਿੱਲੀ ਦੰਗੇ। ਦਿੱਲੀ ਦੰਗੇ ਕਹਿਣ ਦੇ ਨਾਲ ਦੋ ਚੀਜ਼ਾਂ ਉਹ ਸਥਾਪਿਤ ਕਰਨੀਆਂ ਚਾਹੁੰਦੇ ਆ। ਇੱਕ ਤਾਂ ਉਹਦਾ ਜਿਹੜਾ ਖੇਤਰੀ ਘੇਰਾ ਆ ਉਹਨੂੰ ਦਿੱਲੀ ਤੱਕ ਸੀਮਿਤ ਕਰਨਾ ਚਾਹੁੰਦੇ ਕਿ ਇਹ ਤਾਂ ਸਿਰਫ ਦਿੱਲੀ ਦੇ ਵਿੱਚ ਵਾਪਰਿਆ। ਦੂਜਾ ਕਿ ਇਹ ਕਤਲੇਆਮ ਜਾਂ ਨਸਲਕੁਸ਼ੀ ਨਹੀਂ ਸੀਗੀ, ਇਹ ਦੰਗੇ ਸੀਗੇ, ਰਾਈਟ ਸੀਗੇ। ਔਰ ਰਾਈਟ ਆਪਾਂ ਨੂੰ ਪਤਾ ਕਿ ਉਹ ਇੱਕ ਇਸ ਤਰ੍ਹਾਂ ਦਾ ਵਰਤਾਰਾ ਹੈਗਾ ਕਿ ਜਿੱਥੇ ਦੋ ਧਿਰਾਂ ਕਿਸੇ ਵੀ ਕਾਰਨ ਆਪਸ ਦੇ ਵਿੱਚ ਟਕਰਾਅ 'ਚ ਆ ਜਾਂਦੀਆਂ ਨੇ। ਸੋ ਉਹ ਹੈਗਾ। ਔਰ ਹੁਣ ਮਤਲਬ ਇੱਥੋਂ ਤੱਕ ਹੈਰਾਨੀ ਦੀ ਗੱਲ ਹੈਗੀ ਆ ਕਿ ਹਿੰਦੁਸਤਾਨ ਟਾਈਮਜ਼ ਦੇ ਵਿੱਚ ਮੈਂ ਕਈ ਵਾਰ ਇਹ ਹੈਡਲਾਈਨ ਪੜ੍ਹ ਲਈ ਜਿੱਥੇ ਸਿੱਖ ਰਾਈਟਸ ਲਿਖਿਆ ਹੁੰਦਾ। ਹੁਣ ਸਿੱਖ ਰਾਈਟ ਤੋਂ ਤੁਸੀਂ ਕੀ ਭਾਵ ਕੱਢੋਗੇ? ਉਹਦੇ ਤੋਂ ਇਹ ਵੀ ਭਾਵ ਕੱਢਿਆ ਜਾ ਸਕਦਾ ਵੀ ਜਿਹੜੇ ਸਿੱਖਾਂ ਨੇ ਦੰਗੇ ਕੀਤੇ, ਠੀਕ ਹੈ ਨਾ। ਸੋ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜੀ ਸ਼ਬਦਾਵਲੀ ਹੈ, ਜਿਹੜੀ ਟਰਮ ਆ, ਇਹਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ। ਤੁਸੀਂ ਉਸੇ ਹੀ ਗੱਲ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਦੇ ਰਾਹੀਂ ਉਹਦੇ ਅਰਥ ਬਦਲ ਜਾਂਦੇ ਆ। ਆਮ ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਮਾਂ ਨੂੰ ਮਾਂ ਵੀ ਕਿਹਾ ਜਾ ਸਕਦਾ, ਅਤੇ ਹੋਰ ਵੀ ਇਸ ਤਰ੍ਹਾਂ ਦੇ ਲਕਬ ਵਰਤੇ ਜਾ ਸਕਦੇ ਆ ਵੀ ਜਿਹਦੇ ਨਾਲ ਮਤਲਬ ਉਹਦਾ ਜਿਹੜਾ ਸਤਿਕਾਰ ਆ ਉਹ ਬਿਲਕੁਲ ਵੀ ਨਹੀਂ ਰਹਿੰਦਾ, ਅਤੇ ਜਦ ਕਿ ਜਦੋਂ ਕੋਈ ਮਾਂ ਕਹਿੰਦਾ ਉਹਦੇ 'ਚ ਭਾਵਨਾ ਅਤੇ ਬਹੁਤ ਕੁਛ ਆਉਂਦਾ ਆ। ਸੋ ਇਸ ਤਰ੍ਹਾਂ ਇਹ ਸ਼ਬਦਾਵਲੀ ਦੇ ਰਾਹੀਂ ਵੀ ਮੁਨਕਰ ਹੋਇਆ ਜਾਂਦਾ ਹੈ। ਸੋ ਉਹ ਆਪਣੇ ਮਾਮਲੇ ਦੇ ਵਿੱਚ ਵੀ ਵਾਪਰਦਾ ਜਿਹੜਾ ਉਹ ਆਪਾਂ ਦੇਖ ਸਕਦੇ ਹਾਂ। ਸਬੂਤ ਖਤਮ ਕਰਨੇ, ਗਵਾਹਾਂ ਦੇ ਉੱਪਰ ਸਵਾਲ ਖੜੇ ਕਰਨੇ, ਇਹਦੀਆਂ ਹੁਣ ਕਿੰਨੀਆਂ ਮਿਸਾਲਾਂ ਆ ਚੁੱਕੀਆਂ ਆ ਕਿ ਜਿੱਥੇ ਰਫਾ ਦਫਾ ਕੀਤਾ ਗਿਆ ਸਾਰਾ ਕੁਝ, ਔਰ ਗਵਾਹਾਂ ਦੇ ਉੱਪਰ ਕੁਐਸਚਨ ਖੜੇ ਕੀਤੇ ਗਏ। ਜਿਹੜੇ ਬੰਦੇ ਇੰਨੇ ਲੰਬੇ ਸਮੇਂ ਤੱਕ ਖੜੇ ਰਹੇ, ਅਸੀਂ ਬੀਬੀ ਪਰਮਜੀਤ ਕੌਰ ਜਿਹੜੇ ਬੋਕਾਰੋ ਦੇ ਵਿੱਚ ਉਹਨਾਂ ਦਾ ਪਰਿਵਾਰ ਸੀਗਾ, ਔਰ ਸਭ ਤੋਂ ਵੱਧ ਭਿਆਨਕ ਕਤਲੇਆਮ ਉਹਨਾਂ ਦੇ ਪਰਿਵਾਰ ਦਾ ਹੋਇਆ ਉੱਥੇ, ਉਹਨਾਂ ਦੇ ਨਾਲ ਇੰਟਰਵਿਊ ਕੀਤੀ। ਉਹ ਕਹਿੰਦੇ ਵੀ ਅਸੀਂ ਜਾਣਦੇ ਸੀਗੇ ਹਮਲਾਵਰਾਂ ਨੂੰ। ਉਹ ਕਹਿੰਦੇ ਸਾਡੀ ਭੈਣ ਨੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕੀਤੀ, ਅਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਬੋਕਾਰੋ ਦੇ ਵਿੱਚ ਆਏ ਤਾਂ ਮਾਰ ਦਿਆਂਗੇ ਤੁਹਾਨੂੰ। ਕਹਿੰਦੇ ਵੀ ਪੁਲਿਸ ਨੂੰ ਬਾਏ ਨੇਮ ਸ਼ਿਕਾਇਤਾਂ ਦਿੱਤੀਆਂ ਹੋਣ ਦੇ ਬਾਵਜੂਦ ਨਹੀਂ ਹੋਈ, ਬਲਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ, ਕੋਈ ਕਾਰਵਾਈ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਉਹ ਨਹੀਂ ਹੋਈ। ਸੋ ਇਸੇ ਤਰ੍ਹਾਂ ਹੀ ਸਰਕਾਰਾਂ ਦੋਸ਼ੀਆਂ ਨੂੰ ਬਚਾਉਂਦੀਆਂ ਨੇ। ਇਹ ਗੱਲ ਤਾਂ ਮੇਰੇ ਖਿਆਲ ਦੇ ਵਿੱਚ ਸਿੱਖ ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਹੁਣ ਇੰਨੀ ਜ਼ਿਆਦਾ ਪ੍ਰਤੱਖ ਆ ਵੀ ਉਹ ਬਿਲਕੁਲ ਹੀ ਸਾਹਮਣੇ ਜਿਹੜੀ ਹੈ ਉਹ ਆ ਚੁੱਕੀ ਹੈ। ਹੋਰ ਬਹੁਤ ਸਾਰੇ ਨੁਕਤੇ ਹੈਗੇ, ਆਪਾਂ ਸੰਖੇਪ ਹੁਣ ਬਿਲਕੁਲ ਆਖਰੀ ਨੁਕਤਿਆਂ ਦੇ ਉੱਪਰ ਗੱਲ ਕਰਦੇ ਹਾਂ ਕਿ ਮੁਨਕਰ ਹੋਣ ਦੇ ਲਈ ਕਿੰਨੇ ਕੁ ਤਰੀਕੇ ਹੋ ਸਕਦੇ ਆ। ਜਿੰਨੇ ਤਰੀਕੇ ਮੈਂ ਸੋਚ ਸਕਦਾ, ਜਿੰਨੇ ਤਰੀਕੇ ਤੁਸੀਂ ਸੋਚ ਸਕਦੇ ਆ, ਜਿੰਨੇ ਆਪਾਂ ਨਹੀਂ ਵੀ ਸੋਚ ਸਕਦੇ ਤੇ ਕੋਈ ਹੋਰ ਸੋਚ ਸਕਦਾ, ਉਹ ਸਾਰੇ ਤਰੀਕੇ ਮੁਨਕਰ ਹੋਣ ਦੇ ਵਾਸਤੇ ਵਰਤੇ ਜਾ ਸਕਦੇ ਆ ਔਰ ਵਰਤੇ ਜਾਂਦੇ ਆ। ਮੈਂ ਇੱਕੋ ਹੀ ਮਿਸਾਲ ਦੇ ਨਾਲ ਗੱਲ ਮੁਕਾਊਂਗਾ ਕਿ ਜਿਹੜੇ ਬੰਦੇ ਰੈਕਗਨੀਸ਼ਨ ਦਾ ਵਿਰੋਧ ਕਰਨਾ, ਜੇਕਰ ਕੋਈ ਮਾਨਤਾ ਦਿੰਦਾ ਹੈ ਨਸਲਕੁਸ਼ੀ ਨੂੰ, ਅਤੇ ਉਹਦਾ ਡਟ ਕੇ ਵਿਰੋਧ ਕੀਤਾ ਜਾਂਦਾ। ਆਪਾਂ ਦੇਖੀਏ 100 ਸਾਲ ਤੋਂ ਉੱਪਰ ਹੋ ਗਿਆ, ਪਰ ਜਿੱਦਣ ਬਾਈਡਨ ਨੇ ਜੈਨੋਸਾਈਡ ਲਫ਼ਜ਼ ਅਰਮੀਨੀਆਈ ਘਾਣ ਦੇ ਬਾਰੇ ਦੇ ਵਿੱਚ ਵਰਤਿਆ, ਉਦਣ ਹੀ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਨਹੀਂ, ਇਹ ਟਰਮ ਨਾ ਵਰਤੋ, ਬੀਤੇ ਨੂੰ ਭੁੱਲ ਜਾਓ, ਛੱਡੋ, ਮਿੱਟੀ ਪਾਓ, ਕੀ ਲੈਣਾ, ਗੜੇ ਮੁਰਦੇ ਕਿਉਂ ਪੱਟਣੇ ਆ। ਇਹ ਸਾਰੀਆਂ ਗੱਲਾਂ ਵਾਪਰਦੀਆਂ। ਵਿਰੋਧ ਦੇ ਮਾਮਲੇ ਦੀਆਂ ਸਿਰਫ ਦੋ ਉਦਾਹਰਨਾਂ ਮੈਂ ਦੇਣੀਆਂ ਚਾਹੁੰਦਾ। ਇੱਕ ਤਾਂ ਹੈਗੀ ਕਿ ਪੈਂਸਿਲਵੇਨੀਆ ਜਿਹੜੀ ਕਿ ਅਮਰੀਕਾ ਦੀ ਇੱਕ ਸਟੇਟ ਆ, ਉਹਦੀ ਵਿਧਾਨ ਸਭਾ ਦੇ ਵੱਲੋਂ ਇੱਕ ਮਤਾ ਪ੍ਰਵਾਨ ਕੀਤਾ ਗਿਆ
ਕਿ ਜੋ ਕੁਝ ਨਵੰਬਰ 1984 ਦੇ ਵਿੱਚ ਵਾਪਰਿਆ ਸਿੱਖਾਂ ਦੇ ਨਾਲ, ਉਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ 1948 ਦੀ ਜੈਨੋਸਾਈਡ ਕਨਵੈਨਸ਼ਨ ਹੈ ਉਹਦੇ ਮੁਤਾਬਕ ਇਹ ਨਸਲਕੁਸ਼ੀ ਹੈ। ਜਦੋਂ ਹੋ ਗਿਆ ਗਵਰਨਰ ਦੇ ਸਾਈਨ ਵਾਸਤੇ ਜਾਣਾ ਸੀਗਾ ਤਾਂ ਇੰਡੀਅਨ ਹਾਈ ਕਮਿਸ਼ਨ ਨੇ ਪੂਰਾ ਟਿੱਲ ਲਾਇਆ ਕਿ ਗਵਰਨਰ ਇਹਦੇ ਉੱਪਰ ਦਸਤਖਤ ਨਾ ਕਰੇ। ਗਵਰਨਰ ਦੇ ਵੀ ਦਸਤਖਤ ਹੋ ਗਏ। ਉਸ ਤੋਂ ਬਾਅਦ ਦੇ ਵਿੱਚ ਜਦੋਂ ਨਹੀਂ ਰੋਕ ਸਕੇ ਤਾਂ ਉਹਨਾਂ ਨੇ ਕੀ ਕੀਤਾ ਕਿ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਖਬਰ ਛਪੀ, ਮੈਂ ਸਵੇਰੇ ਉੱਠਿਆ ਅਖਬਾਰ ਦੇਖਿਆ, ਉਹਦੇ 'ਚ ਖਬਰ ਲੱਗੀ ਹੋਈ ਕਿ ਜਿਹੜਾ ਮਤਾ ਪੈਂਸਿਲਵੇਨੀਆ ਵਿਧਾਨ ਸਭਾ ਨੇ ਸਿੱਖ ਨਸਲਕੁਸ਼ੀ ਦਾ ਪਾਇਆ ਸੀਗਾ ਉਹਨਾਂ ਨੇ ਰੱਦ ਕਰਤਾ। ਹੁਣ ਮੈਨੂੰ ਲੱਗਿਆ ਵੀ ਇਹਦਾ ਬਹੁਤ, ਇਸ ਗੱਲ ਦਾ ਬਹੁਤ ਮਾੜਾ ਪ੍ਰਭਾਵ ਜਾਣਾ ਆ। ਤਾਂ ਮੈਂ ਵੀ ਆਪਣੇ ਵੀ ਚਲੋ ਸੰਪਰਕ ਹੈਗੇ, ਸੰਪਰਕ ਕੀਤਾ, ਜਿਹੜੇ ਵਿਅਕਤੀ ਸ਼ਾਮਲ ਸੀਗੇ, ਹੋਰ ਵੀ ਇੰਡੀਪੈਂਡੈਂਟ ਸੋਰਸਿਸ ਤੋਂ ਵੈਰੀਫਾਈ ਕੀਤਾ। ਉਹਨਾਂ ਨੇ ਮੈਨੂੰ ਓਫੀਸ਼ੀਅਲ ਡਾਕੂਮੈਂਟ ਜਿਹੜੇ ਆ ਉਹ ਭੇਜੇ, ਜਿਹੜੇ ਕਿ ਅਸੀਂ ਸਿੱਖ ਸਿਆਸਤ ਦੇ ਉੱਪਰ ਨਸ਼ਰ ਵੀ ਕੀਤੇ। ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਬਿਲਕੁਲ ਵੀ ਵਾਪਸ ਨਹੀਂ ਲਿਆ ਗਿਆ। ਉਹਨਾਂ ਨੇ ਪੂਰਾ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਦਸਤਖਤ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਰੁਕਿਆ ਤਾਂ ਫੇਕ ਨਿਊਜ਼ ਫਲੋਟ ਕਰਤੀ। ਰਿਪਿਊਟਡ ਅਦਾਰਾ ਹੀ ਆਪਾਂ ਕਹਿ ਸਕਦੇ ਹਾਂ, ਮੰਨਿਆ ਜਾਂਦਾ, ਲੋਕ ਭਰੋਸਾ ਕਰਦੇ ਆ ਦਾ ਟ੍ਰਿਬਿਊਨ ਦੇ ਉੱਤੇ, ਹੈ ਨਾ। ਉਹਦੇ ਵਿੱਚ ਇਹ ਖਬਰ ਆਈ ਔਰ ਉਹ ਮਤਾ ਅੱਜ ਵੀ ਤੁਸੀਂ ਸਿੱਖ ਨਸਲਕੁਸ਼ੀ 1984 ਅੱਖੀਂ ਡਿੱਠੇ ਹਾਲ ਸਿਧਾਂਤਕ ਪੜਚੋਲ ਤੇ ਦਸਤਾਵੇਜ਼, ਇਹਦੇ ਵਿੱਚ ਵੀ ਉਹ ਮਤਾ ਹੈਗਾ ਔਰ ਉਹਦੇ ਹੇਠਾਂ ਤੰਦ ਦਿੱਤੀ ਹੋਈ ਆ, ਜਿਹਨੂੰ ਤੁਸੀਂ ਇੰਟਰਨੈਟ ਦੇ ਉੱਤੇ ਖੋਲ੍ਹ ਕੇ ਪੈਂਸਿਲਵੇਨੀਆ ਵਿਧਾਨ ਸਭਾ ਦੀ ਵੈਬਸਾਈਟ ਦੇ ਉੱਪਰ ਜਾ ਕੇ ਦੇਖ ਸਕਦੇ ਆ ਕਿ ਉਹ ਮਤਾ ਅਜੇ ਵੀ ਉੱਥੇ ਮੌਜੂਦ ਆ ਔਰ ਬਿਲਕੁਲ ਪਾਸ ਹੋਇਆ ਮਤਾ, ਬਿਲਕੁਲ ਵੀ ਰੱਦ ਨਹੀਂ ਹੋਇਆ। ਦੂਸਰਾ, ਕਨੈਕਟੀਕਟ ਸਟੇਟ ਨੇ ਇੱਕ ਬਿੱਲ ਪਾਸ ਕੀਤਾ, ਇਹ ਵੀ ਅਮਰੀਕਾ ਦੀ ਇੱਕ ਸਟੇਟ ਹੈ। ਉਹਨਾਂ ਨੇ ਬਿੱਲ ਪਾਸ ਕੀਤਾ, ਕਾਨੂੰਨ ਬਣਾਇਆ ਕਿ ਅਸੀਂ ਹਰ ਸਾਲ ਸਿੱਖ ਨਸਲਕੁਸ਼ੀ ਦੀ ਯਾਦ ਦੇ ਵਿੱਚ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਮਨਾਇਆ ਕਰਾਂਗੇ। ਉਹ ਰਿਮੈਂਬਰੈਂਸ ਡੇ ਜਦੋਂ ਮਨਾਇਆ ਜਾਣਾ ਸੀਗਾ, ਉਹ ਕਾਨੂੰਨ ਬਣਨ ਤੋਂ ਬਾਅਦ ਸਟੇਟ ਕੈਪੀਟਲ ਦੇ ਵਿੱਚ, ਜਿਹੜੀ ਉਹਨਾਂ ਦੀ ਰਾਜਧਾਨੀ ਦੀ ਬਿਲਡਿੰਗ ਹੈਗੀ ਆ ਜਿੱਥੋਂ ਸਰਕਾਰ ਚੱਲਦੀ ਹੈ, ਉਹਦੇ ਵਿੱਚ ਮਨਾਇਆ ਜਾਣਾ ਸੀਗਾ। ਤਾਂ ਜਿਹੜੀ ਉਹਦੇ ਵਾਸਤੇ ਸੈਨੇਟਰ ਸੀਗੀ ਕੈਥਰੀਨ ਡੀ ਆਸਟਿਨ, ਉਹਨੂੰ ਇੰਡੀਅਨ ਹਾਈ ਕਮਿਸ਼ਨ ਨੇ ਚਿੱਠੀ ਲਿਖੀ। ਚਿੱਠੀ ਲਿਖ ਕੇ ਕਿਹਾ ਵੀ ਤੈਨੂੰ ਗੁੰਮਰਾਹ ਕੀਤਾ ਜਾ ਰਿਹਾ, ਇਹ ਬੰਦੇ ਠੀਕ ਨਹੀਂ ਹੈਗੇ, ਐਂਟੀ ਇੰਡੀਆ ਬੰਦੇ ਆ ਜਿਹੜੇ ਇਹ ਸਾਰਾ ਕੁਝ ਕਰ ਰਹੇ ਆ, ਅਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਇੰਡੀਆ ਦੇ ਸਿੱਖਾਂ ਦੇ ਨਾਲ ਵਾਪਰੀ ਨਹੀਂ ਹੈਗੀ। ਅਤੇ ਇਹਦੇ ਨਾਲ ਸਾਡੇ ਭਾਈਚਾਰਿਆਂ ਦੇ ਵਿੱਚ ਰਿਫਟ ਪਾਉਣ ਦੀ ਕੋਸ਼ਿਸ਼ ਜਿਹੜੀ ਆ, ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਚਿੱਠੀ ਲੈ ਕੇ ਆਈ ਉਸ ਸਮਾਗਮ ਦੇ ਵਿੱਚ। ਉਹਨੇ ਕਿਹਾ, ਉਹ ਕਹਿੰਦੀ ਵੀ ਇਸ ਚਿੱਠੀ ਦੀ ਵੁਕਤ ਸਿਰਫ ਇੱਕ ਹੀ ਆ ਮੇਰੀਆਂ ਨਜ਼ਰਾਂ ਦੇ ਵਿੱਚ, ਇਹ ਡਾਕੂਮੈਂਟ ਆਫ ਡਿਨਾਇਲ ਆ। ਉਹ ਕਹਿੰਦੀ ਕਿ ਜਿਸ ਤਰ੍ਹਾਂ ਅੱਜ ਤੱਕ ਲੋਕ ਇਹ ਕਹਿ ਦਿੰਦੇ ਆ ਕਿ ਹੋਲੋਕੌਸਟ ਕਦੀ ਨਹੀਂ ਸੀ ਵਾਪਰਿਆ, ਇੰਡੀਅਨ ਸਰਕਾਰ ਇਸੇ ਤਰ੍ਹਾਂ ਸਿੱਖ ਜੈਨੋਸਾਈਡ ਤੋਂ ਮੁਨਕਰ ਹੋ ਰਹੀ ਹੈ। ਉਹ ਕਹਿੰਦੀ ਵੀ ਇਹ ਮੁਨਕਰ ਹੋਣ ਦੇ ਨਾਲ ਨਹੀਂ ਗੱਲ ਬਣਨੀ, ਸਮਾਂ ਇਹਨਾਂ ਨੂੰ ਪ੍ਰਵਾਨ ਕਰਕੇ ਮਾਫੀ ਮੰਗਣੀ ਚਾਹੀਦੀ ਹੈ। ਸੋ ਇੱਥੋਂ ਤੱਕ ਜਿਹੜਾ ਡਿਨਾਇਲ ਹੈ ਉਹ ਚੱਲ ਰਿਹਾ। ਔਰ ਮੀਡੀਆ ਦੀ ਹਾਲਤ ਤੁਸੀਂ ਦੇਖੋ, ਆਪਣੇ 'ਚੋਂ ਕਿੰਨੇ ਕੁ ਬੰਦੇ ਗੱਲ ਜਾਣਦੇ ਹੋਣਗੇ, ਦਿੱਲੀ ਵਿਧਾਨ ਸਭਾ ਨੇ ਇਹ ਮੋਸ਼ਨ ਪਾਸ ਕੀਤਾ ਹੋਇਆ ਕਿ ਨਵੰਬਰ 1984 ਦਾ ਕਾਂਡ ਜੈਨੋਸਾਈਡ ਹੈ। ਸਰਦਾਰ ਜਰਨੈਲ ਸਿੰਘ ਪੱਤਰਕਾਰ ਹੁਣ ਉਹ ਸਾਡੇ ਦਰਮਿਆਨ ਨਹੀਂ ਹੈਗੇ ਇਸ ਸੰਸਾਰ ਦੇ ਵਿੱਚ। ਜਦੋਂ ਉਹ ਅਸੈਂਬਲੀ ਦੇ ਵਿੱਚ ਸੀਗੇ 2015 ਦੇ ਵਿੱਚ, ਕਿਉਂਕਿ ਉਦੋਂ ਸਿਆਸੀ ਹਾਲਾਤ ਇਸ ਤਰ੍ਹਾਂ ਦੇ ਸੀਗੇ ਦਿੱਲੀ ਦੇ ਵਿੱਚ ਰੂਲ ਕਰ ਰਹੀ ਪਾਰਟੀ ਦੇ, ਔਰ ਉਹਨਾਂ ਨੇ ਪੂਰਾ ਇਸ ਗੱਲ ਦੇ ਉੱਪਰ ਸਟੈਂਡ ਲੈ ਕੇ, ਉਹ ਕਹਿੰਦੇ ਮੈਨੂੰ ਕੇਜਰੀਵਾਲ ਨੇ ਵੀ ਬੁਲਾ ਕੇ ਕਿਹਾ ਵੀ ਤੂੰ ਇੱਥੇ ਕਾਰਨੇਜ ਜਾਂ ਮੈਸੈਕਰ ਲਫ਼ਜ਼ ਕਰ ਦੇ, ਵੀ ਜੈਨੋਸਾਈਡ ਸ਼ਬਦ ਜਿਹੜਾ ਆ ਉਹ ਕੱਢ ਦਿੱਤੇ। ਪਰ ਉਹ ਉਦੋਂ ਹਾਲਾਤ ਸੀਗੇ। ਉਹ ਦਿੱਲੀ ਵਿਧਾਨ ਸਭਾ ਦੇ ਵੱਲੋਂ ਯੂਨੈਨੀਮਸਲੀ, ਉਹਦੇ ਵਿੱਚ ਬੀਜੇਪੀ ਜਿਹੜੀ ਹੁਣ ਮੁਨਕਰ ਹੁੰਦੀ ਆ, ਜਿਹੜੀ ਜਿਨ੍ਹਾਂ ਦੇ ਰਿਪਰੈਜ਼ੈਂਟੇਟਿਵ ਥਾਂ ਥਾਂ ਦੇ ਉੱਪਰ ਲਿਖਦੇ ਨੇ, ਜਾ ਕੇ ਚਿੱਠੀਆਂ ਲਿਖਦੇ ਆ ਅਤੇ ਵਿਰੋਧ ਕਰਦੇ ਆ, ਉਹਨਾਂ ਦੇ 3 MLA ਨੇ ਵੀ ਸਹਿਮਤੀ ਦਿੱਤੀ ਹੋਈ ਹੈ ਕਿ ਇਹ ਜੈਨੋਸਾਈਡ ਸੀਗਾ। ਉਹ ਵੀ ਇਸ ਕਿਤਾਬ ਦੇ ਵਿੱਚ ਜਿਹੜਾ ਮੋਸ਼ਨ ਆ ਉਹ ਅਸੀਂ ਲਾਇਆ ਹੋਇਆ। ਸੋ ਅਖੀਰੀ ਗੱਲ ਕਿ ਇਹ ਸਾਰੀਆਂ ਗੱਲਾਂ ਕਰਨੀਆਂ ਕਿਉਂ ਜ਼ਰੂਰੀ ਨੇ? ਇਹ ਇਸ ਕਰਕੇ ਜ਼ਰੂਰੀ ਹੈ ਕਿ ਜਿਹੜਾ ਇਹ ਜੈਨੋਸਾਈਡ ਇੰਪਲਸ ਆ, ਜਿਹੜੇ ਵੀ ਸੁਸਾਇਟੀ ਜਾਂ ਸਟੇਟ ਦੇ ਵਿੱਚ ਇਹ ਇੱਕ ਵਾਰ ਪ੍ਰਗਟਾ ਕਰ ਦੇਵੇ, ਉਹਦੇ ਵਿੱਚੋਂ ਇਹ ਕਦੀ ਜਾਂਦੀ ਨਹੀਂ ਹੈ, ਇਹ ਹਮੇਸ਼ਾ ਬਰਕਰਾਰ ਰਹਿੰਦੀ ਹੈ। ਔਰ ਹੁਣ ਦਾ ਜਿਹੜਾ ਮਾਹੌਲ ਹੈ ਉਹਦੇ 'ਚ ਕਿੰਨੇ ਇਨਸੀਡੈਂਟ ਤੁਸੀਂ ਇਸ ਨਜ਼ਰ ਤੋਂ ਦੇਖੋਗੇ, ਤੁਹਾਨੂੰ ਪਤਾ ਲੱਗੂਗਾ ਕਿ ਉਹਨੂੰ ਲਗਾਤਾਰ ਪ੍ਰਚੰਡ ਕਰਨ ਦੇ ਲਈ ਮਾਹੌਲ ਦੁਬਾਰਾ ਬਣਾਇਆ ਜਾ ਰਿਹਾ ਹੈ। ਔਰ ਇਹ ਸਾਰੀਆਂ ਗੱਲਾਂ ਕਰਨੀਆਂ, ਬੀਤੇ ਨੂੰ ਯਾਦ ਰੱਖਣਾ ਇਸ ਕਰਕੇ ਜ਼ਰੂਰੀ ਹੈਗਾ ਕਿ ਪਹਿਲੀ ਗੱਲ ਤੁਸੀਂ ਆਪਣੇ ਬਾਰੇ ਸਪਸ਼ਟ ਹੋਵੋ। ਦੂਸਰੀ ਗੱਲ, ਜਿਨ੍ਹਾਂ ਨੇ ਕੀਤਾ
ਤੁਸੀਂ ਉਹਨਾਂ ਦੇ ਬਾਰੇ ਦੇ ਵਿੱਚ ਸਪਸ਼ਟ ਹੋਵੋ। ਤੁਸੀਂ ਇਸ ਗੱਲ ਦੇ ਬਾਰੇ ਦੇ ਵਿੱਚ ਸਪਸ਼ਟ ਹੋਵੋ ਕਿ ਜੇ ਸਾਡੇ ਨਾਲ ਬੀਤੇ ਦੇ ਵਿੱਚ ਵਾਪਰਿਆ ਤੇ ਭਵਿੱਖ ਦੇ ਵਿੱਚ ਵੀ ਵਾਪਰ ਸਕਦਾ ਹੈ। ਜਿੰਨੇ ਬੀਤੇ 'ਚ ਕੀਤਾ ਉਹ ਭਵਿੱਖ ਦੇ ਵਿੱਚ ਵੀ ਕਰ ਸਕਦਾ ਹੈ, ਬਲਕਿ ਉਹ ਜ਼ਰੂਰ ਕਰੂਗਾ ਜੇਕਰ ਉਹਨੂੰ ਰੋਕਿਆ ਨਾ ਗਿਆ। ਉਹਨੂੰ ਰੋਕਣ ਦਾ ਕੀ ਅਮਲ ਹੈ? ਉਹਨੂੰ ਐਕਸਪੋਜ਼ ਕਰੋ, ਦੁਨੀਆ ਦੇ ਸਾਹਮਣੇ ਲੈ ਕੇ ਆਓ, ਦੁਨੀਆ ਨੂੰ ਦੱਸੋ, ਇਸ ਗੱਲ ਦੀ ਮਾਨਤਾ ਕਰਵਾਓ ਔਰ ਸਪਸ਼ਟ ਰਹੋ। ਇਹ ਗੱਲ ਯਾਦ ਰੱਖੋ ਕਿ ਜਿਹੜੇ ਆਪਣੀ ਪਛਾਣ ਤੋਂ ਮੁਨਕਰ ਹੋ ਗਏ ਸੀਗੇ ਉਹ ਵੀ ਨਹੀਂ ਬਚੇ। ਕਮਿਊਨਿਸਟ ਕਹਿੰਦੇ ਕਹਾਉਂਦੇ, ਕਮਿਊਨਿਸਟ ਜਿਹੜੇ ਕਹਿੰਦੇ ਸੀ ਧਰਮ ਦੇ ਨਾਲ ਵੀ ਲਾਗਾ ਦੇਗਾ ਨਹੀਂ, ਸਿਰ ਤੇ ਪੱਗ ਹੋਣ ਕਰਕੇ ਉਹਨਾਂ ਨੂੰ ਵੀ ਚੱਲਣਾ ਪਿਆ। ਜਿਹੜੇ ਬੰਦੇ ਬਿਲਕੁਲ ਇਸ ਸਟੇਟ ਦੀ ਸਿਖਰਲੇ ਅਹੁਦਿਆਂ ਦੇ ਉੱਪਰ ਸੀਗੇ, ਗਿਆਨੀ ਜੈਲ ਸਿੰਘ ਵਰਗੇ, ਉਹਨਾਂ ਨੂੰ ਵੀ ਭੁਗਤਣਾ ਪਿਆ। ਸੋ ਇਹ ਪਛਾਣਾਂ ਇੰਨੀਆਂ ਪੀੜ੍ਹੀਆਂ ਹੁੰਦੀਆਂ, ਤੁਸੀਂ ਚਾਹ ਕੇ ਵੀ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਮਨਫੀ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹਨੂੰ ਰੋਕਣਾ ਜ਼ਰੂਰੀ ਹੈ ਔਰ ਉਹਦੇ ਵਾਸਤੇ ਇਹਦੇ ਬਾਰੇ ਦੇ ਵਿੱਚ ਲਗਾਤਾਰ ਗੱਲ ਕਰਨੀ, ਖੋਜ ਕਰਨੀ, ਸੰਸਾਰ ਦੇ ਸਾਹਮਣੇ ਰੱਖਣਾ ਇਹ ਜ਼ਰੂਰੀ ਹੈ। ਅਤੇ ਤੁਸੀਂ ਸਾਰੇ ਵਿਦਿਆਰਥੀ ਹੋ, ਤੁਹਾਡੇ ਕੋਲ ਇਸ ਗਿਆਨ ਦੇ ਕੇਂਦਰ ਦੇ ਵਿੱਚ ਮੈਂ ਨਿੱਜੀ ਤੌਰ ਦੇ ਉੱਪਰ ਮਹਿਸੂਸ ਕਰਦਾ ਹਾਂ ਇਹ ਗੱਲ ਨੂੰ, ਕਿਉਂਕਿ ਜਦੋਂ ਮੇਰਾ LLM ਦਾ ਡੈਜ਼ਰਟੇਸ਼ਨ ਸੀਗਾ, ਹਾਲਾਂਕਿ ਮੈਂ ਸਿੱਖ ਜੈਨੋਸਾਈਡ ਦੇ ਵਿੱਚ ਜਿੰਨੀ ਵੀ ਖੋਜ ਕੀਤੀ, ਦੇਖਿਆ, ਉਸ ਸਮੇਂ ਦੇ ਦੌਰਾਨ ਦੇਖਿਆ, ਪਰ ਇਹ ਜਾਣਦਿਆਂ ਹੋਇਆਂ ਕਿ ਇਹਨਾਂ ਅਦਾਰਿਆਂ ਦੀਆਂ ਲਿਮਿਟੇਸ਼ਨਸ ਨੇ, ਇਹਨਾਂ ਨੇ ਕਦੀ ਵੀ ਤੁਹਾਨੂੰ ਸਿੱਧੀ ਗੱਲ ਨਹੀਂ ਕਰਨ ਦੇਣੀ। ਇਹ ਵੀ ਦੇਖਦੇ ਆ ਵੀ ਕਿਹੜਾ ਬੰਦਾ ਕਿਹੜੇ ਪੱਖ ਦੇ ਉੱਪਰ ਖੋਜ ਕਰ ਰਿਹਾ, ਪਰ ਉਹਦੇ ਬਾਵਜੂਦ ਆਪਾਂ ਪਿੱਛੇ ਨਹੀਂ ਹਟ ਸਕਦੇ। ਆਪਾਂ ਨੂੰ, ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਕੋਲ ਸਾਧਨਾ ਦੀ ਰਸਾਈ ਹੈਗੀ ਹੈ, ਆਪਾਂ ਇਸ ਬਾਰੇ ਦੇ ਵਿੱਚ ਹੋਈਏ। ਜੇਕਰ ਕੋਈ ਵਿਸ਼ਾ ਲੈ ਕੇ ਖੋਜ ਕਰ ਸਕਦਾ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਖੋਜ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਵਿਸ਼ਾ ਦੇਣ ਤੋਂ ਰੋਕ ਸਕਦੇ ਹੋ, ਇਹ ਇੱਕ ਅਲੱਗ ਗੱਲ ਹੈ। ਪਰ ਆਪਾਂ ਇਸ ਗੱਲ ਨੂੰ ਲੈ ਕੇ ਆਈਏ। ਔਰ ਦੂਸਰੀ ਗੱਲ ਕਿ ਆਪਾਂ ਇਹ ਵੀ ਦੇਖੀਏ ਕਿ ਹੋਰ ਕਿਹੜੇ ਹਿੱਸੇ ਆ ਜਿਹੜੇ ਇਹਦੀ ਰਡਾਰ ਦੇ ਵਿੱਚ ਆ ਰਹੇ, ਇੰਡੀਆ ਦੇ ਵਿੱਚ ਅੱਜ ਆ ਰਹੇ ਨੇ। ਠੀਕ ਹੈ ਨਾ। ਲੈਫਟਿਸਟ ਧਿਰਾਂ ਬਹੁਤ ਵੱਡੀ ਸਿੱਖਾਂ ਨੂੰ ਇਹ ਗਿਲਾ ਰਹਿੰਦਾ ਕਿ ਉਹ ਨਹੀਂ ਸੀ ਖੜੇ ਜਦੋਂ ਸਾਡੇ ਨਾਲ ਇਹ ਗੱਲਾਂ ਵਾਪਰੀਆਂ, ਪਰ ਅੱਜ ਜਦੋਂ ਉਹਨਾਂ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਅਮਲ ਹੋ ਰਿਹਾ ਤਾਂ ਗੁਰੂ ਮਹਾਰਾਜ ਨੇ ਸਾਨੂੰ ਇਹੀ ਦੱਸਿਆ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜੇ ਕੋਈ ਲੋੜ ਦੇ ਵਿੱਚ ਆ ਤਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਬੁਲੰਦ ਕਰਨਾ। ਸਾਡੇ ਹੱਕ 'ਚ ਕਿਸੇ ਦੁਸ਼ਮਣ ਨੇ ਵੀ ਹਾਂ ਦਾ ਨਾਅਰਾ ਬੁਲੰਦ ਕੀਤਾ ਤੇ ਅੱਜ ਵੀ ਮਲੇਰਕੋਟਲੇ 'ਚ ਜਾ ਕੇ ਦੇਖ ਸਕਦੇ ਸਿੱਖਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਾਇਆ ਹੋਇਆ। ਸੋ ਆਪਣਾ ਬਿਰਦ ਨਹੀਂ ਛੱਡਣਾ ਚਾਹੀਦਾ, ਆਪਣੇ ਬਿਰਦ ਨੂੰ ਕਾਇਮ ਰੱਖਦਿਆਂ ਹੋਇਆਂ ਹਰ ਇੱਕ ਜਿਹਦੇ ਨਾਲ ਇਹ ਵਾਪਰ ਰਿਹਾ ਹੋਵੇ ਉਹਦੇ ਹੱਕ 'ਚ ਖੜ੍ਹਨਾ ਚਾਹੀਦਾ। ਔਰ ਦੂਸਰੀ ਗੱਲ ਕਿ ਸੁਸਾਇਟੀ ਦੇ ਵਿੱਚ ਉਹ ਇਹ ਦੇਖਦੇ ਆ ਕਿ ਇਹ ਸਿੱਖ ਹੀ ਆ ਜਿਹੜੇ ਹਰ ਕਿਸੇ ਦੇ ਹੱਕ 'ਚ ਜਾ ਕੇ ਖੜ੍ਹ ਸਕਦੇ ਆ। ਉਹ ਪੰਜਾਬ 'ਚ ਮਿੱਥ ਕੇ ਇਸ ਤਰ੍ਹਾਂ ਦੇ ਮਸਲੇ ਖੜ੍ਹੇ ਕਰਦੇ ਕਿ ਸਿੱਖ ਪਿੱਛੇ ਹਟ ਜਾਣ। ਸੋ ਉਹਨਾਂ ਮਾਮਲਿਆਂ ਦੇ ਵਿੱਚ ਵੀ ਆਪਾਂ ਨੂੰ ਦੇਖਣਾ ਚਾਹੀਦਾ। ਆਪਣੇ ਮਾਮਲੇ ਦੇ ਵਿੱਚ ਵੀ ਸਪਸ਼ਟ ਹੋਈ ਹੈ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ। ਗ੍ਰੈਗਰੀ ਐਚ ਸਟੈਂਟਨ ਨੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕਿ ਉਹਨੇ 5 ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀਗੀ ਅਤੇ 94 ਦੇ ਵਿੱਚ 100 ਦਿਨ ਦੇ ਅੰਦਰ 10 ਲੱਖ ਬੰਦਾ, 8 ਤੋਂ 10 ਲੱਖ ਬੰਦਾ ਰਵਾਂਡਾ 'ਚ ਕਤਲ ਹੋਇਆ ਸੀ। ਉਹਨੇ ਇੰਡੀਆ 'ਚ ਦੁਬਾਰਾ ਫੇਰ ਵਾਰਨਿੰਗ ਦਿੱਤੀ ਹੈ। ਕਰਨ ਥਾਪਰ ਦੇ ਨਾਲ ਉਹਦੀ ਵਾਇਰ ਦੇ ਉੱਤੇ ਇੰਟਰਵਿਊ ਹੈਗੀ, ਉਹ ਤੁਸੀਂ ਸੁਣ ਕੇ ਦੇਖ ਲਓ। ਅਲ ਜਜ਼ੀਰਾ ਦੀ ਇੱਕ ਡਾਕੂਮੈਂਟਰੀ ਦੇ ਵਿੱਚੋਂ ਹਿੱਸਾ ਮੈਂ ਵੀ ਪਿਛਲੇ ਦਿਨੀ ਕੱਢ ਕੇ ਆਪਣੇ ਫੇਸਬੁੱਕ ਤੇ ਟਵਿੱਟਰ ਦੇ ਉੱਪਰ ਪਾਇਆ ਸੀਗਾ। ਉਹ ਇਹ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਜੈਨੋਸਾਈਡ ਇੰਪਲਸ ਸਟਰੈਂਥਨ ਹੋ ਰਹੀ, ਦੁਬਾਰਾ ਮਾਹੌਲ ਉਹ ਬਣ ਰਿਹਾ ਔਰ ਇੱਥੇ ਅਗਲੇ ਪੜਾਵਾਂ ਦੇ ਵਿੱਚ ਗੱਲ ਜਿਹੜੀ ਹੈ ਉਹ ਜਾ ਰਹੀ ਹੈ। ਔਰ ਦੋ ਭਾਈਚਾਰੇ ਉਹਨੇ ਪ੍ਰਤੱਖ ਰੂਪ ਦੇ ਵਿੱਚ ਕਿਹਾ ਕਿ ਮੁਸਲਮਾਨ ਅਤੇ ਦਲਿਤ ਇਹ ਦੋਵੇਂ ਹੀ ਪੋਸੀਬਲ ਟਾਰਗੇਟ ਹੈਗੇ ਆ। ਸੋ ਇਸ ਕਰਕੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਰੋਕਣੀਆਂ ਹੀ ਪੈਂਦੀਆਂ ਨੇ। ਅਤੇ ਉਸ ਮਾਮਲੇ ਦੇ ਵਿੱਚ ਆਪਣੇ ਸਿਰ, ਖਾਸ ਕਰਕੇ ਖੁਜਾਰਥੀਆਂ ਵਿਦਿਆਰਥੀਆਂ ਦੇ ਸਿਰ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਕਿ ਆਪਾਂ ਜੋ ਕੁਝ ਬੀਤੇ ਦੇ ਵਿੱਚ ਹੋਇਆ ਉਹਦੀ ਖੋਜ ਕਰੀਏ, ਉਹਨੂੰ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਰੱਖੀਏ। ਇੰਨੀਆਂ ਕੁ ਬੇਨਤੀਆਂ ਨੇ। ਸਮਾਂ ਜੇਕਰ ਵੱਧ ਲੱਗ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।